ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ, ਜੋ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, ਸਮੂਹ ਖਾਲਸਾ ਪੰਥ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਸੰਸਾਰ ਦੇ ਭਲੇ ਵਾਸਤੇ ਸਭ ਕੁਝ ਵਾਰਨਾ ਕੀਤਾ। ਆਪਾਂ ਪਿਛਲੇ ਪਰਸੋਂ ਰੋਜ਼ ਤੋਂ ਲੈ ਕੇ ਭਗਤ ਰਵਿਦਾਸ ਜੀ ਦੇ ਪਵਿੱਤਰ ਸਥਾਨ ਵਿਖੇ ਨਗਰ ਰੁਲਦੂਵਾਲਾ ਸਾਹਿਬ ਵਿਖੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਇਲਾਹੀ ਬਾਣੀ, ਰੱਬੀ ਬਾਣੀ ਦੇ ਅਖੰਡ ਜਾਪ ਸਰਵਣ ਕਰ ਰਹੇ ਸੀ। ਉਪਰੰਤ ਅੰਮ੍ਰਿਤ ਵੇਲੇ ਇੱਥੋਂ ਦੇ ਮੁੱਖ ਗ੍ਰੰਥੀ, ਹੈੱਡ ਗ੍ਰੰਥੀ ਭਾਈ ਤਰਸੇਮ ਸਿੰਘ ਤਥਾ ਸਾਰੇ ਸਾਥੀ ਵੀਰਾਂ ਨੇ ਰਲ ਮਿਲ ਕੇ ਇਲਾਹੀ ਬਾਣੀ, ਰੱਬੀ ਬਾਣੀ ਦੇ ਭੋਗ ਪਾਏ। ਉਪਰੰਤ ਦਾਸ ਨੂੰ ਹੁਕਮ ਹੋਇਆ ਕਿ ਕੁਝ ਸਮਾਂ ਇਹਨਾਂ ਸ਼ਹੀਦੀ ਦਿਹਾੜਿਆਂ ਨੂੰ ਯਾਦ ਕਰਦਿਆਂ ਹੋਇਆਂ, ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦੇ ਪਵਿੱਤਰ ਜੀਵਨ ਦੀਆਂ ਸਾਂਝਾਂ ਪਾਈਏ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਕਟ ਮਰੈ ਕਬੂ ਨ ਛਾਡੈ ਖੇਤ। ਇਹ ਪਵਿੱਤਰ ਬਾਣੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦਰਜ ਹੈ ਔਰ ਗੁਰੂ ਕੇ ਬਚਨ ਹਨ, ਜਿਨ੍ਹਾਂ ਦੇ ਉੱਤੇ ਪ੍ਰੈਕਟੀਕਲ ਰੂਪ ਦੇ ਵਿੱਚ ਸਿੰਘਾਂ ਨੇ, ਗੁਰੂ ਪਿਆਰਿਓ ਪੂਰਨੇ ਪਾਏ, ਸਤਿਗੁਰਾਂ ਨੇ ਪੂਰਨੇ ਪਾਏ ਅਤੇ ਪੰਥ ਨੇ ਗੁਰੂ ਪਿਆਰਿਓ ਉਹਨਾਂ ਪੂਰਨਿਆਂ 'ਤੇ ਆਪਣੇ ਸੀਸ ਤੱਕ ਵਾਰ ਦਿੱਤੇ। ਜਿਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਿਰਾਜਮਾਨ ਹਨ, ਮੁਗਲ ਫੌਜਾਂ ਨੇ ਘੇਰਾ ਪਾਇਆ ਹੋਇਆ ਹੈ ਔਰ ਕਈ ਮਹੀਨੇ ਉਹ ਘੇਰਾ ਚੱਲਿਆ। ਜਿਸ ਵੇਲੇ ਮੌਕੇ ਦੀ ਸਰਕਾਰ ਦੀ ਕੋਈ ਵਾਹ ਨਾ ਗਈ, ਉਹਨਾਂ ਦੀਆਂ ਬਹੁਤ ਸਾਰੀਆਂ ਫੌਜਾਂ ਦਾ ਖਾਤਮਾ ਹੋ ਗਿਆ, ਪਰ ਗੁਰੂ ਕੀਆਂ ਫੌਜਾਂ ਨੂੰ ਹਰਾ ਨਾ ਸਕੇ। ਅਖੀਰ ਉਹਨਾਂ ਨੇ ਕੋਝੀਆਂ ਚਾਲਾਂ ਚੱਲਣੀਆਂ ਸ਼ੁਰੂ ਕੀਤੀਆਂ। ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਬਾਹਰੋਂ ਦਾਣਾ ਪਾਣੀ ਜਾਣਾ ਅੰਦਰ ਬੰਦ ਕਰ ਦਿੱਤਾ ਵੀ ਸ਼ਾਇਦ ਸਿੰਘ ਭੁੱਖੇ ਮਰਦੇ ਬਾਹਰ ਨਿਕਲਣਗੇ। ਪਰ ਸਤਿਗੁਰਾਂ ਨੇ ਸਿੰਘਾਂ ਨੂੰ ਇਸ ਸਮੇਂ ਦੇ ਲਈ ਵੀ ਪਹਿਲਾਂ ਤੋਂ ਤਿਆਰ ਕੀਤਾ ਹੋਇਆ। ਭੁੱਖ ਵੀ ਸਿੰਘਾਂ ਨੂੰ ਡੁਲਾ ਨਾ ਸਕੀ। ਜਦ ਉਹਨਾਂ ਤੋਂ ਇਸ ਤਰ੍ਹਾਂ ਵੀ ਕਾਰਜ ਨਾ ਰਾਸ ਆਇਆ ਤੇ ਉਹਨਾਂ ਨੇ ਮਿਲ ਕਲ ਕੇ ਸੈਂਟਰ ਸਰਕਾਰ ਔਰੰਗਜ਼ੇਬ ਦੇ ਨਾਲ ਮਿਲ ਕਰਕੇ ਸੌਹਾਂ ਪਾਈਆਂ। ਹਿੰਦੂ ਪਹਾੜੀ ਰਾਜਿਆਂ ਨੇ, ਤੁਰਕਾਂ ਨੇ ਮਿਲ ਕੇ ਆਪਣੇ ਆਪਣੇ ਧਰਮ ਦੀਆਂ ਸੌਹਾਂ ਪਾਈਆਂ ਔਰ ਇਹ ਕਿਹਾ ਕਿ ਜੇ ਤੁਸੀਂ
ਆਨੰਦਪੁਰ ਦੇ ਕਿਲੇ ਨੂੰ ਛੱਡ ਜਾਓ। ਅਸੀਂ ਕਸਮ ਪਾਉਂਦੇ ਹਾਂ ਆਪਣੇ ਧਰਮ ਦੀ, ਕੁਰਾਨ ਦੀ। ਹਿੰਦੂ ਪਹਾੜੀ ਰਾਜਿਆਂ ਨੇ ਆਪਣੇ ਧਾਰਮਿਕ ਗ੍ਰੰਥਾਂ ਦੀਆਂ, ਜਿਵੇਂ ਇਹ ਗਊ ਦੀ ਕਸਮ ਪਾਉਂਦੇ ਹਨ, ਗਊ ਦੀਆਂ ਕਸਮਾਂ ਪਾਈਆਂ ਵੀ ਤੁਸੀਂ ਕਿਲ੍ਹਾ ਛੱਡ ਕੇ ਚਲੇ ਜਾਓ, ਜਿੱਧਰ ਮਰਜ਼ੀ ਚਲੇ ਜਾਓ। ਅਸੀਂ ਔਰੰਗਜ਼ੇਬ ਨੂੰ ਕਹਿਣ ਜੋਗੇ ਹੋ ਜਾਵਾਂਗੇ ਵੀ ਉਹਨਾਂ ਨੂੰ ਆਨੰਦਪੁਰ ਛੁਡਾ ਲਿਆ ਉਹਨਾਂ ਤੋਂ, ਅਤੇ ਉਹ ਚਲੇ ਗਏ ਹਨ। ਪਰ ਅੰਤਰਜਾਮੀ ਤੀਹੋ ਕਾਲ ਦੇ ਗਿਆਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੀ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ? ਸਭ ਪਤਾ ਸੀ ਬਈ ਇਹ ਝੂਠ ਬੋਲਦੇ ਹਨ ਔਰ ਇਹਨਾਂ ਨੇ ਮਗਰੋਂ ਹਮਲਾ ਕਰਨਾ। ਸਿੰਘਾਂ ਨੂੰ ਉਸ ਤੋਂ ਪਹਿਲਾਂ ਪਾਤਸ਼ਾਹ ਜੀ ਨੇ ਤਜਰਬਾ ਵੀ ਕਰਵਾ ਦਿੱਤਾ ਬਈ ਸਿੰਘੋ ਇਹ ਝੂਠੇ ਹਨ, ਇਹਨਾਂ ਦੀਆਂ ਕਸਮਾਂ 'ਤੇ ਇਤਬਾਰ ਨਾ ਕਰੋ। ਇਹਨਾਂ ਨੇ ਆਪਣੀਆਂ ਕਸਮਾਂ ਤੋੜ ਦੇਣੀਆਂ ਅਤੇ ਫਿਰ ਸਾਡੇ 'ਤੇ ਹਮਲਾ ਕਰਨਾ ਹੈ। ਅਤੇ ਇਸ ਕਰਕੇ ਆਪਾਂ ਜਿਹੜਾ ਹੈ ਆਨੰਦਪੁਰ ਨੂੰ ਛੱਡ ਕੇ ਨਹੀਂ ਜਾਣਾ। ਤੁਸੀਂ 1 ਮਹੀਨਾ ਠਹਿਰ ਜਾਓ। ਕਹਿੰਦੇ ਜੀ ਮਹੀਨਾ ਬਹੁਤ ਹੈ, ਜ਼ਿਆਦਾ ਹੈ। ਪਾਤਸ਼ਾਹ ਕਹਿੰਦੇ ਚੱਲ 15 ਦਿਨ ਠਹਿਰ ਜਾਓ, ਹਫ਼ਤਾ ਠਹਿਰ ਜਾਓ। ਜਦ 1 ਹਫ਼ਤੇ ਵਾਸਤੇ ਵੀ ਸਿੰਘ ਨਾ ਮੰਨੇ, ਉਲਟਾ ਪਾਤਸ਼ਾਹ ਜੀ ਨੂੰ ਜ਼ੋਰ ਦੇਣ ਲੱਗੇ ਕਿ ਪਾਤਸ਼ਾਹ ਆਪਾਂ ਕਿਲ੍ਹਾ ਛੱਡ ਜਾਈਏ, ਹੁਣ ਆਪਾਂ ਨੂੰ ਇਹ ਸਮਾਂ ਦਿੰਦੇ ਹੈ। ਪਰ ਆਉਣ ਵਾਲੇ ਸਮੇਂ ਨੂੰ ਜਾਣਦਿਆਂ ਹੋਇਆਂ ਸਤਿਗੁਰਾਂ ਨੇ ਫਿਰ ਸਿੰਘਾਂ ਦੀ ਮੰਨਦਿਆਂ ਹੋਇਆਂ ਕਿਲ੍ਹਾ ਤਾਂ ਛੱਡ ਦਿੱਤਾ। ਗੁਰੂ ਪਿਆਰਿਓ, ਆ ਪਿਛਲੀ 20 ਤਰੀਕ ਨੂੰ ਸਤਿਗੁਰਾਂ ਨੇ ਕਿਲ੍ਹਾ ਛੱਡਿਆ ਔਰ ਆਨੰਦਪੁਰ ਸਾਹਿਬ ਦੇ ਕਿਲ੍ਹੇ 'ਚੋਂ ਜਦ ਬਾਹਰ ਨਿਕਲੇ ਅਤੇ ਥੋੜ੍ਹੀ ਹੀ ਦੂਰੀ 'ਤੇ ਗਏ ਅਤੇ ਮਗਰੋਂ ਆਵਾਜ਼ਾਂ ਆਈਆਂ, ਰੁਕ ਜਾਓ, ਇਹ ਆਨੰਦਪੁਰ ਸ਼ਹਿਰ ਨਹੀਂ ਹੈਗਾ, ਇੱਥੇ ਤੁਹਾਡਾ ਕੋਈ ਕਿਲ੍ਹਾ ਨਹੀਂ ਹੈਗਾ, ਹਥਿਆਰ ਸਿੱਟ ਦਿਓ। ਸਿੰਘਾਂ ਨੇ ਕਿਹਾ, ਸਾਹਿਬਜ਼ਾਦਾ ਅਜੀਤ ਸਿੰਘ, ਭਾਈ ਜੈਤਾ ਸਿੰਘ, ਜੀਵਨ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਭਾਈ ਉਦੈ ਸਿੰਘ, ਭਾਈ ਬਚਿੱਤਰ ਸਿੰਘ, ਇਹ ਕੌਮ ਦੇ ਮਹਾਨ ਯੋਧੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਜਥੇਦਾਰ ਬਣਾ ਕੇ ਅਗਵਾਈ ਕਰਨ ਦੇ ਲਈ ਪਹਿਲਾਂ ਹੀ ਤਿਆਰ ਕੀਤਾ ਹੋਇਆ। ਕਹਿਣ ਲੱਗੇ ਸ਼ਸਤਰ ਸਤਿਗੁਰਾਂ ਨੇ ਫੜਾਏ ਹਨ, ਇਹ ਸ਼ਹੀਦ ਹੋਣ ਤੋਂ ਬਾਅਦ ਹੀ ਹੱਥ 'ਚੋਂ ਨਿਕਲ ਸਕਦੇ ਆ, ਉਹਨਾਂ ਚਿਰ ਨਹੀਂ। ਤਾਂ ਗੁਰੂ ਪਿਆਰਿਓ, ਜੰਗ ਹੋਣ ਲੱਗਿਆ। ਭਾਈ ਸਾਹਿਬ ਭਾਈ ਜੈਤਾ ਸਿੰਘ, ਜੀਵਨ ਸਿੰਘ, ਜੋ ਕਿ ਸਤਿਗੁਰਾਂ ਦੇ ਨਾਲ ਬਚਪਨ ਤੋਂ ਹੀ ਚੱਲਦੇ ਆ ਰਹੇ ਹਨ, ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ 9ਵੇਂ ਪਾਤਸ਼ਾਹ ਜੀ ਦੇ ਸਮੇਂ ਤੋਂ ਭਾਈ ਸਦਾਰਾਮ, ਸਦਾਨੰਦ, ਜੋ ਕਿ ਬਾਬਾ ਜੈਤਾ ਸਿੰਘ, ਜੀਵਨ ਸਿੰਘ ਜੀ ਦੇ ਪਿਤਾ ਜੀ ਹਨ, ਇਹਨਾਂ ਨੇ ਗੁਰੂ ਪਿਆਰਿਓ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਮੇਂ ਤੋਂ ਹੀ ਗੁਰੂ ਘਰ ਦੀ ਸੰਗਤ ਕੀਤੀ ਹੈ। ਉਦੋਂ ਪਿੱਛੇ ਜਾਈਏ ਤਾਂ ਇਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਧੰਨ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਵੀ ਇਹਨਾਂ ਦੇ ਨਾਲ ਜੁੜਿਆ ਹੋਇਆ ਗੁਰੂ ਘਰ ਦੇ ਨਾਲ। ਇਹਨਾਂ ਦੇ ਜਸਪਾਨ ਸਿੰਘ ਦੇ ਸਪੁੱਤਰ ਸੁਖਭਾਨ ਸਿੰਘ, ਪੋਤਰੇ ਕਲਿਆਣਾ ਜੀ, ਪੜਪੋਤਰੇ ਅਤੇ ਭਾਈ ਕਲਿਆਣਾ ਜੀ ਨੇ ਹੀ ਕੱਥੋਂ ਨੰਗਲ ਪਿੰਡ ਵਸਾਇਆ, ਜਿੱਥੋਂ ਦੇ ਬਾਬਾ ਬੁੱਢਾ ਜੀ ਹੋਏ, ਜੋ ਬਚਪਨ ਤੋਂ ਧੰਨ ਗੁਰੂ ਨਾਨਕ ਦੇਵ ਜੀ ਨੂੰ ਮਿਲੇ। ਅਤੇ ਭਾਈ ਕਲਿਆਣਾ ਅਤੇ ਬਾਬੇ ਬੁੱਢੇ ਦਾ ਪਰਿਵਾਰ ਕੱਥੋਂ ਨੰਗਲ ਤੋਂ ਆ ਕੇ ਫਿਰ ਰਮਦਾਸ ਰਹਿਣ ਲੱਗ ਪਿਆ, ਜੋ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਪੈਂਦਾ। ਔਰ ਗੁਰੂ ਪਿਆਰਿਓ, ਭਾਈ ਕਲਿਆਣਾ ਤੋਂ ਲੈ ਕੇ ਪਾਤਸ਼ਾਹੀ ਪਹਿਲੀ ਤੋਂ ਲੈ ਕੇ 9ਵੇਂ ਪਾਤਸ਼ਾਹ ਜੀ ਅਤੇ 10ਵੇਂ ਪਾਤਸ਼ਾਹ ਜੀ ਤੱਕ ਇਸ ਪਰਿਵਾਰ ਨੇ ਗੁਰੂ ਪਿਆਰਿਓ ਗੁਰੂ ਘਰ ਦੇ ਨਾਲ ਜੁੜਨਾ ਕੀਤਾ। ਭਾਈ ਜੈਤਾ ਸਿੰਘ, ਜੀਵਨ ਸਿੰਘ,
ਕਲਿਆਣਾ ਜੀ ਦੇ ਪਰਿਵਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕਾਰ ਸੇਵਾ ਵਿੱਚ ਸ਼ਾਮਲ ਹੋਏ ਅਤੇ ਗੁਰੂ ਅਰਜਨ ਦੇਵ ਜੀ ਦੇ ਹੁਕਮ ਨਾਲ ਮੰਡੀ ਤੋਂ ਹਿਮਾਚਲ ਤੋਂ ਲੱਕੜਾਂ ਲਿਆਉਣ ਦੀ ਸੇਵਾ ਕਰਦੇ ਰਹੇ, ਜੋ ਹਿਮਾਚਲ ਤੋਂ ਪੱਟ ਕੇ ਨਦੀ ਵਿੱਚ ਸਿੱਟੀਆਂ ਜਾਂਦੀਆਂ ਅਤੇ ਬਿਆਸਾ ਦਰਿਆ ਰਾਹੀਂ ਗੁਰੂ ਪਿਆਰਿਓ ਅੰਮ੍ਰਿਤਸਰ ਗੋਇੰਦਵਾਲ ਆਦਿ ਇੱਧਰ ਉਹ ਪਹੁੰਚ ਜਾਂਦੀਆਂ ਲੱਕੜਾਂ। ਇਸ ਤਰ੍ਹਾਂ ਇਸ ਪਰਿਵਾਰ ਨੇ ਬੜੀ ਸੇਵਾ ਕੀਤੀ, ਜਿਨ੍ਹਾਂ ਦਾ ਨਾਮ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਹੁਕਮਨਾਮਿਆਂ ਵਿੱਚ ਵੀ ਆਉਂਦਾ ਹੈ ਅਤੇ ਭਾਈ ਸੁਖਭਾਨ ਦੇ ਪਿਤਾ ਕਲਿਆਣੇ ਦੇ ਨਾਮ 'ਤੇ ਦਿੱਲੀ ਦੇ ਵਿੱਚ ਪਿੰਡ ਰਾਇਸੀਨਾ ਮੁਹੱਲਾ ਵਿਛਾਇਆ ਗਿਆ। ਭਾਵ ਕਿ ਇਸ ਪਰਿਵਾਰ ਦੀ ਜੇ ਗੱਲ ਕਰੀਏ, ਇਹਨਾਂ ਦੀ ਬਹੁਤ ਜ਼ਿਆਦਾ ਸੇਵਾ ਹੈ। ਔਰ ਭਾਈ ਸਦਾਨੰਦ ਜੋ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਯਾਤਰਾਵਾਂ ਦੇ ਦੌਰਾਨ ਵੀ ਨਾਲ ਜਾਂਦੇ ਰਹੇ, ਔਰ ਜਿਸ ਵੇਲੇ ਸਤਿਗੁਰੂ ਪਟਨਾ ਸਾਹਿਬ ਗਏ ਸਨ ਪਰਿਵਾਰ ਸਮੇਤ, ਤੇ ਸਦਾਨੰਦ ਦਾ ਪਰਿਵਾਰ ਵੀ ਨਾਲ ਸੀ। ਇੱਥੇ ਪਟਨਾ ਸਾਹਿਬ ਦੇ ਵਿੱਚ ਹੀ ਭਾਈ ਜੈਤਾ ਸਿੰਘ ਜੀਵਨ ਸਿੰਘ ਜੀ ਦਾ ਜਨਮ ਹੋਇਆ। ਇੱਥੇ ਇਹਨਾਂ ਦੇ ਦੂਸਰੇ ਭਾਈ ਸੰਗਤ ਸਿੰਘ ਦਾ ਜਨਮ ਹੋਇਆ। ਤੋ ਇਹ ਦੋ ਭਾਈ ਸਨ ਜੋ ਬਚਪਨ ਤੋਂ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਖੇਡਿਆ ਕਰਦੇ ਸਨ। ਗੁਰੂ ਪਿਆਰਿਓ, ਤੇ ਇੱਕ ਦਿਨ ਗੰਗਾ ਦੇ ਕਿਨਾਰੇ ਖੇਡਦਿਆਂ ਹੋਇਆਂ ਭਾਈ ਸੰਗਤ ਸਿੰਘ ਨੇ ਜਦੋਂ ਸ਼ਾਮਾਂ ਨੂੰ ਘਰਾਂ ਨੂੰ ਜਾਣ ਲੱਗੇ, ਬੱਚੇ ਭੱਜ ਕੇ ਆਪੋ ਆਪਣੇ ਕੱਪੜੇ ਚੱਕ ਕੇ, ਤੇ ਸੰਗਤ ਸਿੰਘ ਨੇ ਗੁਰੂ ਸਾਹਿਬ ਦੀ ਦਸਤਾਰ ਆਪਣੇ ਸਿਰ 'ਤੇ ਰੱਖ ਲਈ ਜਾਂ ਬੰਨ੍ਹ ਲਈ। ਤੇ ਗੁਰੂ ਸਾਹਿਬ ਜੀ ਕਹਿੰਦੇ, ਇਹ ਤਾਂ ਮੇਰੀ ਦਸਤਾਰ ਹੈ, ਹਜੇ ਟਾਈਮ ਨਹੀਂ ਆਇਆ, ਤੈਨੂੰ ਦੇਵਾਂਗਾ ਪੱਗ। ਤਾਂ ਸਮਾਂ ਅੱਗੇ ਜਾ ਕੇ ਚਮਕੌਰ ਦੀ ਗੜੀ 'ਚ ਹੋਇਆ। ਖੈਰ, ਜਿਸ ਵੇਲੇ ਗੁਰੂ ਪਿਆਰਿਓ ਅਨੰਦਪੁਰ ਸਾਹਿਬ ਛੱਡਿਆ ਤੇ ਇਹਨਾਂ ਉੱਘੇ ਸਿੰਘਾਂ ਨੇ ਭਾਈ ਜੈਤਾ ਸਿੰਘ ਜੀਵਨ ਸਿੰਘ, ਜਿਨ੍ਹਾਂ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਸ਼ਸਤਰ ਵਿੱਦਿਆ, ਘੋੜ ਸਵਾਰੀ ਆਦਿ ਅਨੇਕਾਂ ਤਰ੍ਹਾਂ ਦੇ ਗੁਣ ਇਹਨਾਂ ਦੀ ਸਿਖਲਾਈ ਵਿੱਚ ਉਹਨਾਂ ਨੂੰ ਦਿੱਤੇ ਗਏ। ਔਰ ਬਾਬਾ ਅਜੀਤ ਸਿੰਘ ਜੀ ਦੇ ਨਾਲ ਲਗਭਗ ਬਹੁਤ ਜ਼ਿਆਦਾ ਸਮਾਂ ਇਹਨਾਂ ਨੇ ਬਤੀਤ ਕੀਤਾ, ਉਹਨਾਂ ਦੀ ਸਿਖਲਾਈ ਦੇ ਵਿੱਚ ਮਦਦ ਵੀ ਕੀਤੀ। ਤੇ ਅੱਜ ਇਹ ਸਾਰਾ ਜਥਾ ਚਾਰੇ ਸਾਹਿਬਜ਼ਾਦੇ ਭਾਈ ਜੈਤਾ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਉਦੈ ਸਿੰਘ ਉਹਨਾਂ ਦਾ ਭਾਈ, ਔਰ ਹੋਰ ਮਹਾਨ ਸ਼ਹੀਦ ਜਿਨ੍ਹਾਂ ਦੇ ਕਿ ਇਤਿਹਾਸ ਵਿੱਚ ਨਾਂ ਨਹੀਂ ਆਏ। ਔਰ ਗੁਰੂ ਪਿਆਰੋ, ਜਿਸ ਵੇਲੇ ਕਹਿੰਦੇ ਮੁਗਲਾਂ ਨੇ ਮਗਰੋਂ ਹਮਲਾ ਕੀਤਾ ਆਪਣੀਆਂ ਕਸਮਾਂ ਤੋੜ ਕੇ, ਤੇ ਕਸਮਾਂ ਤੋੜਨ ਤੋਂ ਬਾਅਦ ਹਮਲਾ ਕਰਕੇ ਲਲਕਾਰਦੇ ਹਨ, ਤੇ ਇੱਧਰੋਂ ਸਿੰਘਾਂ ਨੇ ਵੀ ਲਲਕਾਰਾ ਮਾਰਿਆ ਤੇ ਜੰਗ ਸ਼ੁਰੂ ਹੋ ਗਿਆ। ਤੇ ਜੰਗ ਦੇ ਵਿੱਚ ਚੱਲਦਿਆਂ ਹੋਇਆਂ ਨਾਲੇ ਸਿੰਘ ਜੰਗ ਕਰ ਰਹੇ ਹਨ ਤੇ ਨਾਲੇ ਅਗਾਹਾਂ ਨੂੰ ਵੱਧ ਰਹੇ ਹੈ ਸਰਸਾ ਨਦੀ ਦੇ ਵੱਲ। ਤੇ ਗੁਰੂ ਪਿਆਰਿਓ ਸਾਹਿਬਜ਼ਾਦਾ ਅਜੀਤ ਸਿੰਘ, ਭਾਈ ਜੈਤਾ ਸਿੰਘ, ਭਾਈ ਬਚਿੱਤਰ ਸਿੰਘ, ਉਦੈ ਸਿੰਘ, ਇਹਨਾਂ ਜਥੇਦਾਰਾਂ ਦੀ, ਜਰਨੈਲਾਂ ਦੀ ਡਿਊਟੀ ਲਾਈ ਗਈ ਬਈ ਦੁਸ਼ਮਣ ਨੂੰ ਰੋਕੋ। ਤੇ ਆਪ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਂ ਦੇ ਨਾਲ ਸਰਸਾ ਨਦੀ ਵੱਲ ਵਧਦੇ ਰਹੇ ਤੇ ਸਰਸਾ ਨਦੀ ਦੇ ਕਿਨਾਰੇ 'ਤੇ ਪਹੁੰਚ ਗਏ। ਹੁਣ ਅੱਗੋਂ ਸਰਸਾ ਦਰਿਆ ਕਹਿੰਦੇ ਬੜਾ ਚੜ੍ਹਿਆ ਹੋਇਆ ਕਿਨਾਰਿਆਂ ਤੱਕ। ਉਸ ਤੋਂ ਪਹਿਲਾਂ ਨੇ ਸਤਿਗੁਰਾਂ ਨੇ ਆਪਣੇ ਮਹਿਲਾਂ ਦੀ ਸੰਭਾਲ ਕਰ ਦਿੱਤੀ। ਭਾਈ ਮਣੀ ਸਿੰਘ ਹੋਰਾਂ ਦੀ ਡਿਊਟੀ ਲਾ ਦਿੱਤੀ ਕਿ ਤੂੰ ਸਾਹਿਬ ਕੌਰ ਤੇ ਸੁੰਦਰ ਕੌਰ ਨੂੰ ਲੈ ਕਰਕੇ ਦਿੱਲੀ ਵੱਲ ਚਲੇ ਆ ਜਾ, ਇਹਨਾਂ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਔਰ ਮਾਤਾ ਗੁਜਰ ਕੌਰ ਜੀ ਇੱਕ ਆਪਣੇ ਨਾਲ ਦੋਨੇ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਚੱਲ ਰਹੇ ਹਨ। ਔਰ ਇਸੇ ਤਰ੍ਹਾਂ ਹੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਜੀ ਹਨ। ਤੇ ਜਿਸ ਵੇਲੇ ਇਹ ਵੇਖਿਆ ਕਿ ਨਦੀ ਸਰਸਾ ਬੜੀ ਚੜ੍ਹੀ ਹੋਈ ਹੈ, ਇਹਨੂੰ ਪਾਰ ਕਰਨਾ ਬੜਾ ਮੁਸ਼ਕਲ ਹੈ, ਉਸ ਵੇਲੇ ਹਨੇਰੇ ਦੇ ਵਿੱਚ ਜਿਹੜਾ ਹੈ ਗੁਰੂ ਕਾ ਪਰਿਵਾਰ ਵਿਛੜ ਗਿਆ। ਜਿੱਥੇ ਕਿ ਸਥਾਨ ਪਰਿਵਾਰ ਵਿਛੋੜਾ ਤਿਆਰ ਕੀਤਾ ਬਾਅਦ ਵੀ ਸਿੰਘਾਂ ਨੇ ਬਣਿਆ ਹੋਇਆ ਹੈ। ਔਰ ਮਾਤਾ ਜੀ ਉਸ ਹਨੇਰੇ ਦੇ ਵਿੱਚ, ਪੋਹ ਦੀ ਰਾਤ ਹੈ, ਧੁੰਦ ਪੈਂਦੀ ਹੈ, ਮੀਂਹ ਵੀ ਪੈਂਦਾ ਹੈ, ਬਸਤਰ ਗਿੱਲੇ ਹੋ ਚੁੱਕੇ ਹਨ।
ਹੁਣ ਆਪ ਜੀ ਖਿਆਲ ਕਰੋ ਕਿ ਆਪਾਂ ਵੀ ਉਹਨਾਂ ਦਿਨਾਂ ਵਿੱਚ ਬੈਠੇ ਹਾਂ, ਰਾਤ ਨੂੰ ਰਜਾਈ ਲਾਉਣ ਨੂੰ ਸਿਰ ਤੋਂ ਜੀਅ ਨਹੀਂ ਕਰਦਾ, ਪਰ ਉਸ ਵੇਲੇ ਦਾ ਸਮਾਂ ਕਿਤਨਾ ਭਿਆਨਕ ਸੀ। ਪਰ ਗੁਰੂ ਕੀ ਕਿਰਪਾ ਸਦਕਾ ਚੜ੍ਹਦੀ ਕਲਾ ਦੇ ਨਾਲ ਯੋਧੇ ਜੰਗ ਕਰ ਰਹੇ ਹਨ ਅਤੇ ਬਹੁਤ ਸਾਰੇ ਮੁਗਲਾਂ ਦਾ ਖਾਤਮਾ ਕੀਤਾ। ਬਹੁਤ ਸਾਰੇ ਮੁਗਲਾਂ ਨੂੰ ਸਰਸਾ ਨਦੀ ਤੋਂ ਲੈ ਕੇ ਅਨੰਦਪੁਰ ਸਾਹਿਬ ਦੇ ਵਿਚਾਲੇ ਜਿਹੜਾ ਮੈਦਾਨ ਖਾਲੀ ਪਿਆ, ਇਹਦੇ ਵਿੱਚ ਬਹੁਤ ਸਾਰੇ ਮੁਗਲ ਮਾਰੇ। ਕਿਧਰੇ ਤੀਰਾਂ ਦੇ ਨਾਲ ਵਾਛੜ ਕਰ ਰਹੇ ਆ, ਕਿਧਰੇ ਗੋਲੀਆਂ ਨਾਲ, ਅਤੇ ਕਿਧਰੇ ਹੱਥੋਂ ਹੱਥੀ ਤਲਵਾਰ ਦੇ ਨਾਲ ਜੰਗ ਹੋ ਰਿਹਾ ਹੈ। ਦੱਸਦੇ ਹੈ ਇੱਕ ਸੂਹੀਏ ਨੇ ਆ ਕੇ ਦੱਸਿਆ ਸਿੰਘਾਂ ਨੂੰ ਕਿ ਵਜੀਦੇ ਨੇ ਔਰੰਗਜ਼ੇਬ ਤੋਂ 10 ਲੱਖ ਫੌਜ ਹੋਰ ਮੰਗਵਾ ਲਈ ਹੈ, ਬਈ ਅਨੰਦਪੁਰ ਦਾ ਕਿਲ੍ਹਾ ਅਸੀਂ ਛਡਾ ਦਿੱਤਾ ਹੈ, ਹੁਣ ਇਹਨਾਂ ਨੂੰ ਫੜਨ ਲਈ ਸਾਨੂੰ ਫੌਜ ਹੋਰ ਭੇਜੋ। ਅਤੇ ਕਹਿੰਦੇ ਉੱਥੋਂ ਫੌਜ ਹੋਰ ਆ ਗਈ। ਇਹਦਾ ਵੀ ਪਤਾ ਲੱਗ ਗਿਆ, ਗੁਰੂ ਕਿਆਂ ਨੂੰ ਆ ਕੇ ਦੱਸ ਦਿੱਤਾ ਇੱਕ ਸੂਹੀਏ ਨੇ। ਇਸ ਕਰਕੇ ਸਤਿਗੁਰਾਂ ਨੇ ਸਿੰਘਾਂ ਨੂੰ ਸੁਚੇਤ ਕੀਤਾ ਵੀ ਫੌਜ ਹੋਰ ਵੀ ਆ ਰਹੀ ਹੈ ਅਤੇ ਆਪਾਂ ਇਸ ਨਦੀ ਨੂੰ ਪਾਰ ਕਰਨਾ ਹੈ। ਔਰ ਨਦੀ ਪਾਰ ਕਰਨ ਤੋਂ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਈ ਦਇਆ ਸਿੰਘ ਨੂੰ ਕੀ ਕਹਿੰਦੇ ਨੇ ਉਸ ਵੇਲੇ? ਕਹਿੰਦੇ ਦਇਆ ਸਿੰਘ ਭੁੱਖ ਬਹੁਤ ਲੱਗੀ ਆ। ਅਤੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਇਸ ਵੇਲੇ ਤਾਂ ਆਪਣੇ ਕੋਲ ਖਾਣ ਲਈ ਕੁਝ ਵੀ ਨਹੀਂ ਹੈ। ਕਹਿੰਦੇ ਕਿਉਂ? ਆਪਾਂ ਰੋਜ਼ ਇਸ ਵੇਲੇ ਖਾਇਆ ਕਰਦੇ ਹਾਂ, ਜੋ ਅਨੰਦਪੁਰ ਸਾਹਿਬ ਉਹੀ ਛਕਣਾ। ਕਹਿੰਦੇ ਮਹਾਰਾਜ ਕੀ ਛਕਦੇ ਹਾਂ ਆਪਾਂ? ਕਹਿੰਦੇ ਆਸਾ ਜੀ ਕੀ ਵਾਰ ਕਾ ਕੀਰਤਨ, ਆਪਾਂ ਕੀਰਤਨ ਕਰਨਾ ਹੈ। ਅਤੇ ਭਾਈ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਕੀਰਤਨ ਕਰਨ ਦਾ ਕਿਹੜਾ ਸਮਾਂ ਹੈ? ਪਿੱਛੇ ਫੌਜ ਚੜ੍ਹੀ ਆ ਰਹੀ ਹੈ, ਕਿੱਥੇ ਕੀਰਤਨ ਹੋਣ ਦੇਣਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ ਸਾਹਿਬ ਜੀ ਕੁਛ ਵੀ ਹੋਵੇ ਆਪਾਂ ਕੀਰਤਨ ਕਰਨਾ ਹੈ। ਕਿੰਨੀ ਕੁ ਫੌਜ ਹੈ ਆਪਣੇ ਨਾਲ? ਕਹਿੰਦੇ ਜੀ 500 ਹੈ। ਕਹਿੰਦੇ ਬਾਕੀ 250 ਪਿੱਛੇ ਫੌਜ ਨੂੰ ਰੋਕੋ ਅਤੇ 250 ਕਹਿੰਦੇ ਮੈਦਾਨ ਦੇ ਵਿੱਚ ਜੰਗ ਕਰੋ ਅਤੇ 250 ਇੱਥੇ ਬੈਠੋ ਦੀਵਾਨ ਦੇ ਵਿੱਚ। ਇਸ ਤਰ੍ਹਾਂ ਸਤਿਗੁਰਾਂ ਨੇ ਅੱਜ ਉਹ ਬਚਨ ਪੂਰਾ ਕੀਤਾ, ਧਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹਿ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਇਸ ਤਰ੍ਹਾਂ ਸਤਿਗੁਰਾਂ ਨੇ ਗੁਰੂ ਪਿਆਰਿਓ ਉੱਥੇ ਆਪ ਬੈਠ ਕਰਕੇ ਆਸਾ ਜੀ ਕੀ ਵਾਰ ਕਾ ਕੀਰਤਨ ਕੀਤਾ। ਔਰ ਇੱਕ ਪਾਸੇ ਗੋਲੀਆਂ ਚੱਲ ਰਹੀਆਂ ਅਤੇ ਇੱਕ ਪਾਸੇ ਕੀਰਤਨ ਹੋ ਰਿਹਾ। ਕੀਰਤਨ ਕਹਿੰਦੇ ਸੰਪੂਰਨ ਹੋਇਆ ਆਸਾ ਜੀ ਕੀ ਵਾਰ ਕਾ। ਅਤੇ ਭਾਈ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਜੇ ਆਪਾਂ ਅੱਜ ਕੀਰਤਨ ਨਾ ਕਰਦੇ ਫਿਰ ਕੀ ਹੋ ਜਾਂਦਾ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ ਸਾਹਿਬ ਜੀ ਕਿਤਨੀ ਵੀ ਮੁਸੀਬਤ ਆਵੇ ਸਿੱਖ ਨੂੰ ਆਪਣਾ ਨਿਤਨੇਮ ਨਹੀਂ ਛੱਡਣਾ ਚਾਹੀਦਾ, ਨਿਤਨੇਮ ਕਰਨਾ ਚਾਹੀਦਾ। ਬਸ ਇਹੋ ਹੀ ਤਾਂ ਅੱਜ ਮੈਂ ਪੂਰਨਾ ਪਾਉਣਾ ਸੀ। ਜੇ ਆਪਾਂ ਅੱਜ ਨਿਤਨੇਮ ਛੱਡ ਜਾਂਦੇ ਤਾਂ ਫਿਰ ਆਉਣ ਵਾਲੇ ਸਿੰਘਾਂ ਨੂੰ ਕਿਵੇਂ ਸਿੱਖਿਆ ਮਿਲਦੀ? ਦੁੱਖ ਹੋਵੇ, ਸੁੱਖ ਹੋਵੇ, ਖੁਸ਼ੀ ਹੋਵੇ, ਗਮੀ ਹੋਵੇ, ਸਿੱਖ ਨੇ ਨਿਤਨੇਮ ਨਹੀਂ ਤਿਆਗਣਾ। ਕਹਿਣ ਲੱਗੇ ਮਹਾਰਾਜ ਜੇ ਆਪਾਂ ਕੀਰਤਨ ਨਾ ਕਰਦੇ ਜਿਹੜੇ ਪਿੱਛੇ ਸਿੰਘ ਸ਼ਹੀਦ ਹੋ ਗਏ ਉਹ ਬਚ ਜਾਂਦੇ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਾਈ ਸਾਹਿਬ ਜੀ ਚਾਹੇ ਤੁਸੀਂ ਵੀ ਸ਼ਹੀਦ ਹੋ ਜਾਂਦੇ, ਮੈਂ ਵੀ ਸ਼ਹੀਦ ਹੋ ਜਾਂਦਾ, ਆਹ ਜਿਹੜੇ ਸਿੰਘ ਬਚ ਗਏ ਭਾਵੇਂ ਇਹ ਵੀ ਸ਼ਹੀਦ ਹੋ ਜਾਂਦੇ, ਪਰ ਨਿਤਨੇਮ ਨਹੀਂ ਤਿਆਗਿਆ ਜਾਂਦਾ। ਇਹੀ ਤਾਂ ਸਤਿਗੁਰਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਸਿੱਖ ਹਰ ਸਮੇਂ ਖੁਸ਼ੀ ਗਮੀ ਮੁਸ਼ਕਿਲ ਸੁੱਖ ਦੁੱਖ ਦੇ ਸਮੇਂ ਗੁਰਬਾਣੀ ਨਾਲ ਜੁੜਿਆ ਰਹੇ। ਖੈਰ ਇੱਥੋਂ ਫਿਰ ਗੁਰੂ ਪਿਆਰਿਓ ਜਿਹੜੇ ਛੋਟੇ ਸਾਹਿਬ ਤੇ ਮਾਤਾ ਗੁਜਰੀ ਜੀ ਆ ਉਹ ਨਦੀ ਨੂੰ ਪਾਰ ਨਹੀਂ ਕਰ ਸਕੇ। ਨਦੀ ਦੇ ਕਿਨਾਰੇ ਕਿਨਾਰੇ ਚੱਲ ਪਏ ਅਤੇ ਗੁਰੂ ਪਿਆਰੋ ਉਹ ਤੁਰੇ ਜਾ ਰਹੇ ਆ ਤਿੰਨੇ ਜਣੇ। ਅਤੇ ਇੱਧਰ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘਾਂ ਨੂੰ ਹੁਕਮ ਦਿੱਤਾ ਕਿ ਨਦੀ ਪਾਰ ਕਰੋ। ਨਦੀ ਬੜੀ ਚੜ੍ਹੀ ਹੋਈ ਸੀ। ਜੋ ਸਤਿਗੁਰਾਂ ਨੇ ਬਹੁਤ ਸਾਰਾ ਇਤਿਹਾਸ ਲਿਖਿਆ ਸੀ
ਦੱਸਦੇ ਆ ਉਹ ਗ੍ਰੰਥ ਵੀ ਮਹਾਨ ਉਸ ਨਦੀ ਦੀ ਭੇਟਾ ਕਰਨਾ ਪਿਆ, ਕਿਉਂਕਿ ਹੁਣ ਸੰਭਾਲਿਆ ਨਹੀਂ ਸੀ ਜਾ ਸਕਦਾ। ਉਸ ਨੂੰ ਨਦੀ ਦੇ ਵਿੱਚ ਭੇਟ ਕਰ ਦਿੱਤਾ। ਸਿੰਘ ਨਦੀ ਨੂੰ ਪਾਰ ਕਰਨ ਲੱਗੇ ਔਰ ਗੁਰੂ ਪਿਆਰੋ ਭਾਈ ਜੈਤਾ ਸਿੰਘ ਤੇ ਉਦੈ ਸਿੰਘ ਇਹ ਇੱਥੇ ਸ਼ਹੀਦ ਹੋ ਜਾਂਦੇ ਹਨ। ਸਰਸਾ ਨਦੀ ਦੇ ਕਿਨਾਰੇ ਜੂਝਦੇ ਹੋਏ ਸਾਹਿਬਜ਼ਾਦਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ, ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਹੋਰ ਕਾਫੀ ਸਿੰਘ ਜਿਹੜੇ ਹਨ ਨਦੀ ਨੂੰ ਪਾਰ ਕਰ ਜਾਂਦੇ ਹਨ। ਤੇ ਪਾਰ ਕਰਨ ਤੋਂ ਬਾਅਦ ਪਾਰਲੇ ਪਾਰ ਜਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਸਿੰਘਾਂ ਨੂੰ ਲੈ ਕੇ ਚੱਲਦੇ ਹਨ ਔਰ ਸਤਿਗੁਰੂ ਹਮੇਸ਼ਾ ਅਲਰਟ ਹਨ। ਦੁਸ਼ਮਣ ਤਾਂ ਭਰੋਸਾ ਨਹੀਂ ਕਰਦੇ, ਦੁਸ਼ਮਣ ਕਦੇ ਵੀ ਪਿੱਛੇ ਆ ਸਕਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੋਂ ਅੱਗੇ ਚਾਲੇ ਪਾਏ। ਭਾਈ ਬਚਿੱਤਰ ਸਿੰਘ ਜੋ ਕਾਫੀ ਜ਼ਖਮੀ ਹੋ ਚੁੱਕਿਆ ਸੀ, ਉਸ ਨੂੰ ਨਾਲ ਚੱਕਿਆ, ਨਦੀ ਉਹ ਪਾਰ ਕਰ ਗਿਆ, ਨਾਲ ਲਿਆ। ਤੇ ਅੱਗੇ ਗੁਰੂ ਪਿਆਰਿਓ ਇੱਕ ਅਸਥਾਨ ਆਉਂਦਾ ਹੈ ਕੋਟਲਾ ਨਿਹੰਗ ਖਾਂ, ਜੋ ਅੱਜ ਮਸ਼ਹੂਰ ਹੈ ਕੋਟਲਾ ਨਿਹੰਗ ਖਾਂ। ਇਹ ਨਿਹੰਗ ਖਾਂ ਭਾਵ ਮੁਸਲਮਾਨ ਵੀਰ, ਖਾਨ ਤੋਂ ਬਾਅਦ ਆਉਂਦਾ ਕਿ ਮੁਸਲਮਾਨ ਸੀ ਪਰ ਗੁਰੂ ਕਾ ਸਿੰਘ ਸਜਿਆ ਸੀ, ਨਿਹੰਗ ਬਣ ਚੁੱਕਿਆ ਸੀ। ਤੋ ਨਿਹੰਗ ਖਾਂ ਇਹਦਾ ਨਾਮ ਪੈ ਗਿਆ। ਤੇ ਸਤਿਗੁਰੂ ਪਾਤਸ਼ਾਹ ਇਹਦੇ ਕੋਲ ਜਾ ਕੇ ਰੁਕੇ ਆ। ਨਿਹੰਗ ਖਾਂ ਸਤਿਗੁਰਾਂ ਨੂੰ ਆਪਣੇ ਘਰ ਲੈ ਗਿਆ ਔਰ ਸਿੰਘਾਂ ਨੂੰ ਵੀ ਨਾਲ ਲੈ ਗਿਆ। ਤੇ ਹੁਕਮ ਹੋਇਆ, ਪਾਤਸ਼ਾਹ ਜੀ ਕਹਿਣ ਲੱਗੇ ਨਿਹੰਗ ਖਾਂ ਅਸੀਂ ਤਾਂ ਜਾਵਾਂਗੇ ਅੱਗੇ, ਇੱਥੇ ਨਹੀਂ ਰੁਕਦੇ, ਪਰ ਤੂੰ ਸਾਡੇ ਇੱਕ ਸਿੰਘ ਨੂੰ ਇੱਥੇ ਰੋਕ ਲੈ। ਇਹ ਬਹੁਤ ਜ਼ਖਮੀ ਹਾਲਤ 'ਚ ਹੈ, ਇਹਦੀ ਮੱਲਮ ਪੱਟੀ ਕਰੋ, ਜੇ ਬਚ ਜਾਵੇ ਤਾਂ। ਜੇ ਸਰੀਰ ਤੇ ਆ ਗਿਆ ਤੇ ਫਿਰ ਇਸ ਦਾ ਸੰਸਕਾਰ ਕਰ ਦੇਣਾ ਤੁਸੀਂ। ਕਹਿੰਦੇ ਨਿਹੰਗ ਖਾਂ ਨੇ ਭਾਈ ਬਚਿੱਤਰ ਸਿੰਘ ਨੂੰ ਆਪਣੇ ਘਰ ਕਮਰੇ ਵਿੱਚ ਪਾ ਦਿੱਤਾ ਹੈ, ਉੱਪਰ ਖੇਸ ਆਦਿ ਦੇ ਦਿੱਤੇ। ਬਹੁਤ ਜ਼ਿਆਦਾ ਜ਼ਖਮੀ ਸੀਗਾ। ਤਾਂ ਗੁਰੂ ਪਿਆਰਿਓ ਕਹਿੰਦੇ ਸਤਿਗੁਰੂ ਪਾਤਸ਼ਾਹ ਸਿੰਘਾਂ ਨੂੰ ਲੈ ਕੇ ਅੱਗੇ ਨਿਕਲ ਗਏ ਤੇ ਮਗਰ ਪੈੜ ਦੱਬਦੇ ਹੋਏ ਮੁਗਲ ਲੱਭਦੇ ਫਿਰਦੇ ਆ ਵੀ ਕਿੱਧਰ ਨੂੰ ਗਏ। ਤੇ ਗੁਰੂ ਪਿਆਰਿਓ ਇਹ ਲੱਭਦੇ ਨਿਹੰਗ ਖਾਂ ਦੇ ਘਰ ਕੋਲ ਆਏ। ਪਤਾ ਲੱਗਿਆ ਵੀ ਇੱਧਰ ਨੂੰ ਪੈੜਾਂ ਜਾਂਦੀਆਂ। ਨਿਹੰਗ ਖਾਂ ਦੇ ਘਰ ਗਏ। ਕਹਿੰਦੇ ਤੇਰੇ ਘਰੇ ਗੁਰੂ ਗੋਬਿੰਦ ਸਿੰਘ ਆਏ ਆ? ਕਹਿੰਦੇ ਨਾ, ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਨਹੀਂ ਆਏ। ਕਹਿੰਦੇ ਆਏ ਆ, ਸਾਨੂੰ ਪਤਾ ਲੱਗਿਆ ਇੱਧਰ ਪੈੜ ਆਉਂਦੀ ਆ, ਘਰ ਦੀ ਤਲਾਸ਼ੀ ਦੇ। ਤੇ ਗੁਰੂ ਪਿਆਰਿਓ ਜਿਸ ਵੇਲੇ ਤਲਾਸ਼ੀ ਲੈਣ ਲੱਗੇ ਤੇ ਕਹਿੰਦੇ ਨਿਹੰਗ ਖਾਂ ਦੀ ਆਪਣੀ ਲੜਕੀ ਹੈ ਇੱਕ, ਤਾਂ ਗੁਰੂ ਪਿਆਰਿਓ ਉਹਨੂੰ ਕਹਿਣ ਲੱਗੇ ਬੇਟਾ ਤੂੰ ਬਚਿੱਤਰ ਸਿੰਘ ਦੇ ਕਮਰੇ ਵਿੱਚ ਚਲੀ ਜਾ ਤੇ ਗੇਟ ਬੰਦ ਕਰ ਲਾ ਅੰਦਰੋਂ। ਕਮਰਿਆਂ ਦੀ ਤਲਾਸ਼ੀ ਲੈਣ ਲੱਗੇ। ਤਲਾਸ਼ੀ ਲੈਂਦੇ ਉਸ ਕਮਰੇ ਕੋਲ ਪਹੁੰਚੇ। ਬੱਚੀ ਦਾ ਨਾਮ ਹੈ ਮੁਮਤਾਜ। ਕਹਿਣ ਲੱਗੇ ਇਹ ਕਮਰੇ 'ਚ ਕੌਣ ਹੈ? ਉਹ ਕਹਿਣ ਲੱਗੇ ਇਸ ਕਮਰੇ 'ਚ ਮੇਰਾ ਜਵਾਈ ਆਇਆ ਹੋਇਆ, ਮੇਰੀ ਬੱਚੀ ਤੇ ਮੇਰਾ ਜਵਾਈ ਅੰਦਰ ਆਰਾਮ ਕਰ ਰਹੇ ਨੇ। ਉਹ ਕਹਿਣ ਲੱਗੇ ਇਹ ਕਿਵੇਂ ਹੋ ਸਕਦਾ, ਤਲਾਸ਼ੀ ਦਿਓ। ਕਹਿੰਦੇ ਨਹੀਂ, ਇਹਦੀ ਤਲਾਸ਼ੀ ਨਹੀਂ ਲੈ ਸਕਦੇ। ਕਹਿੰਦੇ ਆਵਾਜ਼ ਮਾਰੋ ਜੇ ਲੜਕੀ ਅੰਦਰ ਹੈ ਤਾਂ। ਕਹਿੰਦੇ ਨਿਹੰਗ ਖਾਂ ਨੇ ਬਾਹਰੋਂ ਆਵਾਜ਼ ਮਾਰੀ, ਬੇਟਾ ਮੁਮਤਾਜ ਕੈਸੇ ਹੋ? ਤੇ ਅੰਦਰ ਲੜਕੀ बोली ठीक है अब्बा जान। क्या बात है? वैसे कोई बात नहीं, वैसे पूछा। ਤਾਂ ਗੁਰੂ ਪਿਆਰਿਓ ਉਸ ਵੇਲੇ ਫਿਰ ਉਹ ਮੁਗਲ ਤੁਰ ਗਏ। ਤੇ ਉਸ ਤੋਂ ਬਾਅਦ ਕਹਿੰਦੇ ਸਮਾਂ ਆਉਣ 'ਤੇ ਨਿਹੰਗ ਖਾਂ ਮੁਮਤਾਜ ਦਾ ਵਿਆਹ ਕਰਨ ਦੀ ਸੋਚਣ ਲੱਗਿਆ। ਕਹੋ ਸਤਨਾਮ ਸ੍ਰੀ। ਬਚਿੱਤਰ ਸਿੰਘ ਦਾ ਸਰੀਰ ਤਿਆਗ ਗਿਆ, ਜ਼ਖਮਾਂ ਦਾ ਤਿਆਬ ਨਾ ਚੱਲਦਾ ਹੋਇਆ ਸਰੀਰ ਤਿਆਗ ਗਿਆ। ਪਰ ਸਮਾਂ ਆਉਣ 'ਤੇ ਕਹਿੰਦੇ ਮੁਮਤਾਜ ਦੇ ਵਾਸਤੇ ਸ਼ਾਦੀ ਵਾਸਤੇ ਲੜਕਾ ਲੱਭਣ ਲੱਗੇ। ਤੇ ਬੀਬੀ ਮੁਮਤਾਜ ਕਹਿੰਦੀ ਬਾਪੂ ਜੀ ਅੱਬਾ ਜਾਨ ਮੇਰੀ ਤਾਂ ਸ਼ਾਦੀ ਹੋ ਗਈ ਆ। ਕਹਿੰਦੇ ਬੇਟਾ ਉਹ ਕਿਵੇਂ? ਤੁਸੀਂ ਉਸ ਦਿਨ ਕਿਹਾ ਸੀਗਾ ਮੁਗਲ ਸਿਪਾਹੀਆਂ ਨੂੰ ਕਿ ਇਹਦੇ ਅੰਦਰ ਮੇਰਾ ਜਵਾਈ ਆਇਆ ਹੋਇਆ। ਤੇ ਜਿੱਥੇ ਬਾਪੂ ਨੇ ਜਵਾਈ ਕਹਿ ਦਿੱਤਾ ਤੇ ਫਿਰ ਉੱਤੋਂ ਦੂਜਾ ਥੋੜ੍ਹਾ ਬਣਾਇਆ ਜਾ ਸਕਦਾ, ਹੁਣ ਨਹੀਂ। ਦੱਸਦੇ ਉਹ ਬੱਚੀ ਮੁਮਤਾਜ ਨੇ ਸਾਰੀ ਉਮਰ ਭਾਈ ਬਚਿੱਤਰ ਸਿੰਘ ਦੀ ਯਾਦ ਵਿੱਚ ਹੀ ਕੱਢ ਦਿੱਤੀ। ਸਤੀਆਂ ਇਹ ਨਾ ਆਖਿਆਨ
ਜੇ ਮੜੀਆਂ ਲੱਗ ਜਲਨ ਸਤ ਨਾਨਕ ਸਤੀਆਂ ਜਾਨੀਹਨ, ਜੇ ਬਿਰਹੇ ਚੋਟ ਮਰਨ। ਜਾਂ ਫਿਰ ਨਿਤ ਉੱਠ ਸੰਭਾਲਣ ਸਾਈਂ ਆਪਣਾ, ਜਾਂ ਫਿਰ ਮਾਲਕ ਦੀ ਯਾਦ ਵਿੱਚ ਰਹਿੰਦਾ ਜੀਵਨ ਬਤੀਤ ਕਰ ਲੈਣ। ਉਹ ਅਸਲੀ ਸਤੀਆਂ ਹਨ। ਉਹ ਨਹੀਂ ਸਤੀਆਂ ਜਿਹੜੀਆਂ ਮੁਰਦਾ ਪਤੀ ਨਾਲ ਜਿਉਂਦੀਆਂ ਸੜ ਜਾਣ ਜਾਂ ਕੋਈ ਧੱਕੇ ਨਾਲ ਸਾੜ ਦੇਵੇ। ਗੁਰੂ ਅਮਰਦਾਸ ਮਾਨ ਜੀ ਇਸ ਵਿਸ਼ੇ ਦੇ ਉੱਤੇ ਬੜਾ ਜ਼ੋਰ ਪਾ ਕੇ ਉਹ ਸਤੀ ਦੀ ਰਸਮ ਖਤਮ ਕੀਤੀ, ਜਿਹੜੀ ਅਖੌਤੀ ਧਰਮ ਦੇ ਮੁਖੀ ਕਰਮਕਾਂਡੀ ਬ੍ਰਾਹਮਣਾਂ ਨੇ ਚਲਾਈ ਹੋਈ ਸੀ। ਭਗਤਾਂ ਨੇ ਵੀ ਇਸ 'ਤੇ ਬੜਾ ਜ਼ੋਰ ਲਾਇਆ ਅਤੇ ਗੁਰੂਆਂ ਨੇ ਵੀ ਬੜਾ ਜ਼ੋਰ ਲਾਇਆ। ਖੈਰ, ਇੱਥੋਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਨਿਕਲ ਗਏ ਔਰ ਚਲਦੇ ਚਲਦੇ ਆਪਣੇ ਸਾਥੀਆਂ ਸਮੇਤ ਚਮਕੌਰ ਪਿੰਡ ਪਹੁੰਚੇ ਹਨ, ਜਿੱਥੇ ਕਿ ਇੱਕ ਵਾਰੀ ਪਹਿਲਾਂ ਵੀ ਸਤਿਗੁਰੂ ਗੇੜਾ ਮਾਰ ਚੁੱਕੇ ਹੈ। ਪਹਿਲਾਂ ਵੀ ਇੱਕ ਛੋਟੀ ਜੰਗ ਹੋਈ ਹੈ ਇਸ ਚਮਕੌਰ ਦੇ ਇਲਾਕੇ ਸਤਿਗੁਰਾਂ ਦੇ ਨਾਲ। ਇੱਕ ਜੰਗ ਨਿਰਮੋਹੀ ਦੇ ਸਥਾਨ 'ਤੇ ਹੋਈ ਆ। ਲਗਭਗ ਸਤਿਗੁਰਾਂ ਨੇ ਛੋਟੀਆਂ ਵੱਡੀਆਂ ਮਿਲਾ ਕੇ 14 ਜੰਗਾਂ ਕੀਤੀਆਂ, ਜਿਨ੍ਹਾਂ ਵਿੱਚੋਂ ਲਗਭਗ 10-11 ਜੰਗਾਂ ਦੇ ਵਿੱਚ ਭਾਈ ਜੈਤਾ ਸਿੰਘ ਜੀ ਹਾਜ਼ਰ ਹਨ। ਜੈਤਾ ਸਿੰਘ, ਜੀਵਨ ਸਿੰਘ ਜੀ। ਤਾਂ ਗੁਰੂ ਪਿਆਰਿਓ, ਜਿਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੇ ਇਲਾਕੇ ਵਿੱਚ ਪਹੁੰਚਦੇ ਹਨ, ਇੱਕ ਬਾਗ ਦੇ ਵਿੱਚ ਉਤਾਰਾ ਕੀਤਾ ਹੈ। ਇੱਕ ਬਾਗ ਦੇ ਵਿੱਚ ਉਤਾਰਾ ਕੀਤਾ ਹੈ ਅਤੇ ਸਿੰਘਾਂ ਨੇ ਬੇਨਤੀ ਕੀਤੀ, ਪਾਤਸ਼ਾਹ ਕੋਈ ਇੰਤਜ਼ਾਮ ਕਰੀਏ ਜੰਗ ਦਾ, ਪਤਾ ਨਹੀਂ ਦੁਸ਼ਮਣ ਕਦੋਂ ਆ ਜਾਵੇ। ਕਹਿੰਦੇ ਹਾਂ, ਕਰਨਾ ਚਾਹੀਦਾ। ਨਿਗਾਹ ਮਾਰੀ, ਬਾਗ 'ਚੋਂ ਬੈਠੇ ਆ ਪਿੰਡ ਵੱਲ। ਇੱਕ ਉੱਚੀ ਪਿੰਡ ਦੀਆਂ ਛੱਤਾਂ ਤੋਂ ਉੱਚੀ ਇੱਕ ਹਵੇਲੀ ਦਿਖਾਈ ਦਿੱਤੀ ਆ। ਪਾਤਸ਼ਾਹ ਕਹਿੰਦੇ ਉਹ ਹਵੇਲੀ ਕਿਹਦੀ ਆ, ਪਤਾ ਕਰੋ। ਜਸ ਕਹਿੰਦੇ ਹਵੇਲੀ ਦੇ ਮਾਲਕ ਦਾ ਪਤਾ ਕੀਤਾ ਕਿ ਉਸ ਮਾਲਕ ਨੂੰ ਸੱਦਿਆ ਗਿਆ ਵੀ ਤੇਰੀ ਹਵੇਲੀ ਚਾਹੀਦੀ ਆ। ਹੁਣ ਉਹਨੂੰ ਪਤਾ ਲੱਗਿਆ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਹੈ, ਜਿਨ੍ਹਾਂ ਨੂੰ ਘੇਰਾ ਪਿਆ ਹੋਇਆ ਸੀ ਅਨੰਦਪੁਰ ਸਾਹਿਬ। ਇਹ ਉਹਨਾਂ ਦੇ ਸਿੰਘ ਹਨ ਅਤੇ ਜੇ ਮੈਂ ਇਹਨਾਂ ਨੂੰ ਹਵੇਲੀ ਦੇ ਦਿੱਤੀ ਤਾਂ ਸਾਡਾ ਤਾਂ ਸਾਰਾ ਘਰ ਹੀ ਲੁੱਟਿਆ ਜਾਣਾ, ਸਭ ਖਤਮ ਹੋ ਜਾਣਾ, ਸਾਡਾ ਪਰਿਵਾਰ ਮਾਰਿਆ ਜਾਣਾ। ਕਹਿੰਦੇ ਉਸ ਨੇ ਹਵੇਲੀ ਦੇਣ ਤੋਂ ਜਵਾਬ ਦੇ ਦਿੱਤਾ ਅਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਹੁਣ ਐਮਰਜੈਂਸੀ ਲੋੜ ਸੀਗੀ ਉਸ ਹਵੇਲੀ ਦੀ, ਉਹ ਜਗ੍ਹਾ ਦੀ। ਅਤੇ ਸਤਿਗੁਰੂ ਸਿੰਘਾਂ ਨੂੰ ਲੈ ਕੇ ਉਸ ਹਵੇਲੀ ਦੇ ਕੋਲ ਆਏ। ਉਹ ਹਵੇਲੀ ਦੇਖੀ, ਠੀਕ ਹੈ, ਜੰਗ ਦੇ ਕਾਬਲ ਹੈ ਇਹ। ਉਹ ਕਹਿਣ ਲੱਗਿਆ ਜੀ ਇਹ ਕੱਚੀ ਹਵੇਲੀ ਆ। ਕੱਚੀ ਗੜੀ ਵੀ ਕਹਿੰਦੀ ਸੀ ਉਦੋਂ, ਹੁਣ ਵੀ ਕੱਚੀ ਗੜੀ ਕਹਿੰਦੇ ਆਪਾਂ। ਕੱਚੀ ਹਵੇਲੀ ਹੈ, ਇਸ ਨੇ ਦੁਸ਼ਮਣ ਨੂੰ ਰੋਕਣਾ ਨਹੀਂ ਤੁਹਾਡੇ ਵਾਸਤੇ। ਤਾਂ ਗੁਰੂ ਪਿਆਰਿਓ, ਉਹਨੇ ਜਵਾਬ ਦੇ ਦਿੱਤਾ। ਉਹਦਾ ਦੂਜਾ ਭਾਈ ਅੱਧ ਦਾ ਮਾਲਕ ਸੀਗਾ, ਉਹ ਆ ਗਿਆ। ਕਹਿੰਦੇ ਭਾਈ ਸਾਨੂੰ ਇਹ ਹਵੇਲੀ ਚਾਹੀਦੀ ਹੈ। ਕਹਿੰਦਾ ਦੇਖੋ ਜੀ ਇਹ ਤਾਂ ਨਹੀਂ ਦਿੰਦਾ, ਮੈਂ ਆਪ ਦਾ ਹਿੱਸਾ ਦੇ ਦਿੰਦਾ। ਕਹਿਣ ਲੱਗੇ ਠੀਕ ਹੈ, ਮੈਨੂੰ ਕੁਛ ਦਿਓ ਮਾਇਆ, ਜਿੰਨੀ ਦੇਣੀ ਆ ਦਿਓ ਅਤੇ ਮੈਂ ਚਲਿਆ ਜਾਂਦਾ ਪਰਿਵਾਰ ਨੂੰ ਲੈ ਕੇ। ਕਹਿੰਦੇ ਉਹ ਇੱਕ ਭਾਈ ਉਸ ਦਾ ਆਪਣਾ ਹਿੱਸਾ ਸਤਿਗੁਰ ਨੂੰ ਦੇ ਗਿਆ। ਸਤਿਗੁਰ ਦੇ ਕੋਲ ਕੁਝ ਮਾਇਆ ਸੀ, ਉਸ ਨੂੰ ਦੇ ਦਿੱਤੀ ਅਤੇ ਉਹਦਾ ਜਿਹੜਾ ਛੋਟਾ ਗੇਟ ਸੀਗਾ ਉੱਧਰ ਦੀ ਸਿੰਘ ਅੰਦਰ ਪ੍ਰਵੇਸ਼ ਕਰ ਗਏ ਹਵੇਲੀ ਦੇ। ਸਾਰੀ ਹਵੇਲੀ ਦੀ ਛੱਤ ਉੱਪਰ ਚੜ੍ਹ ਗਏ ਔਰ ਉੱਪਰ ਜਾ ਕਰਕੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ, ਦੋਨੇ ਵੱਡੇ ਸਾਹਿਬਜ਼ਾਦੇ ਔਰ ਗੁਰੂ ਪਿਆਰਿਓ 40 ਸਿੰਘ ਲਗਭਗ ਇਸ ਜੰਗ ਦੇ ਵਿੱਚ ਗਿਣਤੀ ਵਿੱਚ ਆਏ ਹਨ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਹਵੇਲੀ ਦੇ ਉੱਪਰ ਚੜ੍ਹ ਕਰਕੇ ਬਿਉਂਤਬੰਦੀ ਕਰ ਲਈ, ਮੋਰਚਾ ਬਣਾ ਲਿਆ। ਇੱਥੇ ਜੋ ਜਲ ਪਾਣੀ ਇਹਨਾਂ ਦੇ ਘਰੇ ਦਾਲ ਪਾਣੀ ਪਿਆ ਸੀ, ਭੋਜਨ ਪ੍ਰਸ਼ਾਦਾ ਬਣਾ ਕੇ ਸਿੰਘਾਂ ਨੇ ਛਕਿਆ। ਅੱਜ ਕਈ ਦਿਨਾਂ ਤੋਂ ਭੁੱਖੇ ਸਨ ਜੋ। ਔਰ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਨੇ ਉੱਪਰ ਟਿੱਲੇ 'ਤੇ ਜਾ ਕੇ, ਚਬੂਤਰੇ 'ਤੇ ਜਾ ਕੇ ਇੱਕ ਮਮਟੀ ਦੇ ਵਿੱਚ ਮੋਰਚਾ ਲਾ ਲਿਆ ਅਤੇ ਇਸੇ ਤਰ੍ਹਾਂ ਸਿੰਘਾਂ ਨੂੰ ਉਸ ਹਵੇਲੀ ਦੇ ਉੱਪਰ ਬਨੇਰੇ 'ਤੇ 4 ਚੁਫੇਰੇ ਮੋਰਚੇ ਲਵਾ ਦਿੱਤੇ। ਨਿਗਾਹ ਰੱਖਣੀ ਹੈ ਅਤੇ ਐਤਨੇ ਲੱਭਦੀਆਂ ਮੁਗਲ ਫੌਜਾਂ ਵੀ ਮਗਰ ਆ ਗਈਆਂ ਅਤੇ ਚਮਕੌਰ ਦੀ ਉਸ ਗੜੀ ਨੂੰ ਘੇਰਾ ਪਾ ਲਿਆ, ਉਸ ਹਵੇਲੀ ਨੂੰ ਘੇਰਾ ਪਾ ਲਿਆ। ਔਰ ਸਤਿਗੁਰਾਂ ਨੇ 2 ਸਿੰਘਾਂ ਦੀ ਥੱਲੇ ਡਿਊਟੀ ਲਾਈ ਆ ਮੇਨ ਡਿਊਟੀ 'ਤੇ ਕਿ ਇੱਧਰੋਂ ਦੁਸ਼ਮਣ ਅੰਦਰ ਨਾ ਵੜ ਸਕੇ ਗੇਟ ਤੋਂ। ਅਤੇ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਉੱਪਰ ਬਿਰਾਜਮਾਨ। ਹੁਣ ਕੋਸ਼ਿਸ਼ ਕਰਦੇ ਆ ਦੁਸ਼ਮਣ ਉੱਪਰ ਜਾਣ ਦੀ, ਅਤੇ ਸਤਿਗੁਰੂ ਪਾਤਸ਼ਾਹ ਅਤੇ ਗੁਰੂ ਕੇ ਸਿੰਘ ਉੱਤੋਂ ਹੀ ਤੀਰ ਗੋਲੀਆਂ ਛੱਡ ਕੇ ਦੁਸ਼ਮਣ ਨੂੰ ਪਿੱਛੇ ਕਰਦੇ ਆ। ਅਤੇ ਅਖੀਰ ਗੁਰੂ ਪਿਆਰਿਓ
ਦੁਪਹਿਰਾ ਜਾ ਹੋਇਆ, ਪਿਛਲਾ ਪਹਿਰ ਜਾ ਆਰੰਭ ਹੋਣ ਲੱਗਿਆ ਤੇ ਸਿੰਘਾਂ ਨੇ ਬੇਨਤੀ ਕੀਤੀ, ਡਿਉੜੀ ਵਾਲਿਆਂ ਨੇ, ਮਹਾਰਾਜ ਬਾਹਰ ਨਿਕਲ ਕੇ ਦੋ ਹੱਥ ਨਾ ਕਰੀਏ ਇਹਨਾਂ ਦੇ ਨਾਲ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਠੀਕ ਆ, ਚਲੇ ਜਾਓ ਬਾਹਰ। ਤੇ ਕਹਿੰਦੇ ਉਸ ਵੇਲੇ ਡਿਉੜੀ ਤੇ ਦੋ ਸਿੰਘ ਖੜਾਏ ਸੀ, ਉਹਨਾਂ ਦੋ ਸਿੰਘਾਂ ਨੂੰ ਬਾਹਰ ਭੇਜਿਆ, ਥੱਲੇ ਦੋ ਸਿੰਘ ਹੋਰ ਭੇਜੇ ਡਿਉੜੀ ਦੇ ਮੋਰਚੇ ਤੇ। ਔਰ ਉਹਨਾਂ ਦੋ ਸਿੰਘਾਂ ਨੇ ਆ ਕਰਕੇ ਮੁਗਲਾਂ ਦੇ ਵਿੱਚ ਐਸੀ ਤਲਵਾਰ ਵਾਹੀ ਕਿ ਦੁਸ਼ਮਣ ਵੀ ਆਸ਼ਾ ਸ਼ਿਕਾਰ ਉੱਠਿਆ ਔਰ ਬੇਅੰਤ ਹੀ ਦੁਸ਼ਮਣਾਂ ਦਾ ਖਾਤਮਾ ਕਰਦੇ ਹੋਏ ਉਹ ਦੋਨੇ ਸਿੰਘ ਕਹਿੰਦੇ ਸ਼ਹੀਦੀਆਂ ਪਾ ਗਏ। ਫਿਰ ਸਤਿਗੁਰਾਂ ਨੇ ਉੱਤੋਂ ਵਾਰੀ ਵਾਰੀ ਜਥੇ ਬਣਾ ਕੇ ਭੇਜਣੇ ਸ਼ੁਰੂ ਕੀਤੇ। ਤੇ ਇਸ ਤਰ੍ਹਾਂ ਗੁਰੂ ਪਿਆਰਿਓ, ਇੱਕ ਜਥਾ ਥੱਲੇ ਉਤਰਦਾ ਹੈ, ਡਿਉੜੀ ਦੇ ਮੇਨ ਗੇਟ 'ਚੋਂ ਬਾਹਰ ਨਿਕਲਦਾ ਹੈ ਔਰ ਆ ਕਰਕੇ ਗੁਰੂ ਪਿਆਰਿਓ ਦੁਸ਼ਮਣ ਨਾਲ ਜੰਗ ਮਚਾਉਂਦਾ ਹੈ। ਤੇ ਇਸ ਤਰ੍ਹਾਂ ਸਤਿਗੁਰਾਂ ਦੀ ਕਿਰਪਾ ਸਦਕਾ ਸਿੰਘਾਂ ਵਿੱਚ ਜੋਸ਼ ਹੀ ਇੰਨਾ ਸੀ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਦੁਸ਼ਮਣ ਮਾਰਿਆ ਜਾਂਦਾ। ਸਮਾਂ ਬਤੀਤ ਹੁੰਦਾ ਗਿਆ। ਗੁਰੂ ਪਿਆਰਿਓ, ਅਖੀਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ, ਮਹਾਰਾਜ ਆਗਿਆ ਬਖਸ਼ੋ ਮੈਨੂੰ ਜਾਣ ਦੀ। ਕਹਿਣ ਲੱਗੇ, ਸ਼ਾਬਾਸ਼ ਪੁੱਤਰ, ਇਹ ਮੈਂ ਵੀ ਇੱਦਾਂ ਹੀ ਸੋਚਦਾ ਸੀ ਕਿ ਹੁਣ ਤੁਹਾਡੀ ਵਾਰੀ ਲਾਈ ਜਾਵੇ, ਪਰ ਮੈਂ ਕਹਿੰਦਾ ਤੇ ਗੱਲ ਹੋਰ ਸੀ। ਹੁਣ ਤੁਸੀਂ ਜੋ ਕਿਹਾ ਇਹ ਬਹੁਤ ਵੱਡੀ ਗੱਲ ਹੈ। ਆਉਣ ਵਾਲੇ ਸਮੇਂ ਦੇ ਵਿੱਚ ਧਰਮ ਦੀ ਰਾਖੀ ਵਾਸਤੇ ਤੁਹਾਡੇ ਵਾਂਗੂ ਸਾਰੇ ਨੌਜਵਾਨ ਆਪੇ ਹੀ ਮੂਹਰੇ ਆਉਣਗੇ। ਜਿਸ ਤਰ੍ਹਾਂ ਮੈਨੂੰ ਪਤਾ ਲੱਗਿਆ ਕਿ ਆ ਪਿਛਲੇ ਕਾਫੀ ਸਮੇਂ ਤੋਂ ਬੇਅਦਬੀਆਂ ਹੋ ਰਹੀਆਂ ਨੇ ਔਰ ਗੁਰੂ ਪਿਆਰਿਓ, ਹੁਣ ਹਰ ਸਥਾਨ 'ਤੇ ਫੌਜਾਂ ਨੂੰ, ਸੰਗਤਾਂ ਨੂੰ ਅਲਰਟ ਕੀਤਾ ਗਿਆ। ਤੇ ਇੱਥੇ ਵੀ ਨੌਜਵਾਨਾਂ ਨੇ ਇੱਕ ਕਮੇਟੀ ਬਣਾਈ ਹੈ ਜੋ ਰਾਤ ਨੂੰ 2-2 ਬੱਚੇ ਪਹਿਰਾ ਦੇਣਗੇ। ਬਹੁਤ ਵੱਡੀ ਗੱਲ ਹੈ, ਸ਼ਾਬਾਸ਼, ਇੱਦਾਂ ਹੀ ਹੋਣਾ ਚਾਹੀਦਾ, ਕਿਉਂਕਿ ਗੁਰੂ ਸਾਡਾ ਪਿਤਾ ਹੈ। ਕੇਵਲ ਗ੍ਰੰਥੀ ਦੀ ਡਿਊਟੀ ਹੀ ਨਹੀਂ, ਸਾਰੀਆਂ ਸੰਗਤਾਂ ਦੀ ਡਿਊਟੀ ਹੈ। ਖੈਰ, ਬਾਬਾ ਅਜੀਤ ਸਿੰਘ ਜੀ ਦੇ ਨਾਲ 4 ਸਿੰਘ ਭੇਜੇ ਤੇ 5 ਸਿੰਘਾਂ ਦਾ ਜਥਾ ਬਣਾ ਕੇ ਇਹਨਾਂ ਨੂੰ ਗੜੀ ਤੋਂ ਬਾਹਰ ਕੱਢਿਆ ਗਿਆ। ਤੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਤਲਵਾਰ ਤਾਂ ਫਿਰ ਬਿਜਲੀ ਦੀ ਨਿਆਈ ਘੁੰਮਦੀ ਆ। ਦੁਸ਼ਮਣ ਨੂੰ ਸਮਝ ਨਹੀਂ ਆਉਂਦੀ ਕਿ ਇਸ ਨੂੰ ਕਿਵੇਂ ਕਾਬੂ ਕਰੀਏ। ਇਸ ਤਰ੍ਹਾਂ ਗੁਰੂ ਪਿਆਰਿਓ, ਸਾਹਿਬਜ਼ਾਦਾ ਅਜੀਤ ਸਿੰਘ ਬਾਬਾ ਜੀ ਵੱਡੇ ਸਾਹਿਬਜ਼ਾਦੇ ਔਰ ਦੂਸਰੇ 4 ਸਿੰਘ ਖਿੰਡ ਕੇ ਜੰਗ ਕਰਦੇ ਹੈ। ਹੁਣ ਦੁਸ਼ਮਣ ਕੀੜੀਆਂ ਦੀ ਨਿਆਈ ਇਕੱਠਾ ਹੋਇਆ ਹੈ ਟਿੱਡੀ ਦਲ ਦੀ ਤਰ੍ਹਾਂ। ਤੇ ਜਿੱਥੇ ਬਹੁਤੇ ਇਕੱਠੇ ਹੋਣਗੇ ਉੱਥੇ ਕੋਈ ਵੀ ਵਾਰ ਆਲਾ ਨਹੀਂ ਜਾਂਦਾ, ਕੋਈ ਨਾ ਕੋਈ ਮਰੇਗਾ ਜ਼ਰੂਰ। ਉੱਪਰੋਂ ਗੋਲੀਆਂ ਚੱਲਦੀਆਂ ਦੇ ਨਾਲ ਬਹੁਤ ਦੁਸ਼ਮਣ ਮਾਰਿਆ ਗਿਆ। ਥੱਲੇ ਦੁਸ਼ਮਣ ਦੀ ਜਿਹੜੀ ਹੈ ਪਹੁੰਚ ਗੜੀ ਦੇ ਉੱਪਰ ਤੱਕ ਨਹੀਂ ਜਾਂਦੀ, ਇਹਨਾਂ ਦਾ ਨਿਸ਼ਾਨਾ ਫਿੱਟ ਨਹੀਂ ਬੈਠਦਾ, ਪਰ ਉੱਤੋਂ ਗੁਰੂ ਕੀਆਂ ਫੌਜਾਂ ਦੇ ਨਿਸ਼ਾਨੇ ਫਿੱਟ ਬੈਠਦੇ ਹੈ। ਤੇ ਗੁਰੂ ਪਿਆਰਿਓ, ਸਤਿਗੁਰਾਂ ਦਾ ਤੀਰ ਕਦੇ ਕਦੇ ਆਉਂਦਾ ਤੇ 5-7-10 ਨੂੰ ਵਿੰਨ ਜਾਂਦਾ ਹੈ। ਇਸੇ ਤਰ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਤੀਰਾਂ ਦੇ ਨਾਲ ਜੰਗ ਕੀਤਾ, ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰਨਾ ਕੀਤਾ। ਤੀਰਾਂ ਤੋਂ ਬਾਅਦ ਫਿਰ ਬਰਛਾ ਚੱਕ ਲਿਆ, ਬਰਛੇ ਦੇ ਨਾਲ ਫਿਰ ਗੁਰੂ ਪਿਆਰਿਓ ਤਲਵਾਰ ਦੇ ਨਾਲ ਅਖੀਰ ਦੁਸ਼ਮਣ ਨੇ ਹਮਲਾ ਕਰਕੇ ਇਕੱਠੇ ਹੋ ਕੇ ਜਦੋਂ ਇੱਕਦਮ ਇਕੱਠਾ ਹਮਲਾ ਕੀਤਾ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਨੇਕਾਂ ਦੁਸ਼ਮਣਾਂ ਦਾ ਖਾਤਮਾ ਕਰਦੇ ਹੋਏ ਸ਼ਹੀਦੀਆਂ ਪਾ ਗਏ ਤੇ ਉਹਨਾਂ ਦੇ ਨਾਲ ਦੇ 4 ਸਿੰਘ ਵੀ ਸ਼ਹੀਦੀਆਂ ਪਾ ਗਏ। ਹੁਣ ਜਿਸ ਵੇਲੇ ਉੱਪਰੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜੰਗ ਨੂੰ ਗੁਰੂ ਪਿਤਾ ਦੇਖ ਰਹੇ ਹੈ, ਭਾਈ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਦੇਖ ਰਿਹਾ ਹੈ, ਦੂਜੇ ਸਿੰਘ ਵੀ ਦੇਖ ਰਹੇ ਨੇ, ਤਾਂ ਉਸ ਵੇਲੇ ਗੁਰੂ ਪਿਆਰਿਓ ਸਤਿਗੁਰਾਂ ਦੇ ਨਾਲ ਜੋ ਯੋਧੇ ਹਨ, ਜਿਨ੍ਹਾਂ ਵਿੱਚ ਜੈਤਾ ਸਿੰਘ ਦਾ ਦੂਸਰਾ ਭਾਈ ਸੰਗਤ ਸਿੰਘ ਉਸ ਗੜੀ ਦੇ ਵਿੱਚ ਹੈ। ਇਹ 2 ਭਾਈ, ਦੋਨਾਂ ਭਾਈਆਂ ਦਾ ਜਨਮ ਪਟਨਾ ਸਾਹਿਬ 'ਚ ਹੋਇਆ, ਕਿਉਂਕਿ ਜਿਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਯਾਤਰਾ 'ਤੇ ਗਏ ਸਨ, ਪਰਿਵਾਰ ਨਾਲ ਸੀ, ਮਾਮਾ ਕਿਰਪਾਲ ਚੰਦ ਨਾਲ ਸੀ। ਇਹ ਸਦਾਨੰਦ ਬਹੁਤ ਜ਼ਿਆਦਾ ਸੇਵਾ 'ਚ ਰਿਹਾ, ਬਕਾਲੇ ਵੀ ਸੇਵਾ 'ਚ ਰਿਹਾ। ਜਿਸ ਵੇਲੇ ਸਤਿਗੁਰੂ ਭੋਰੇ ਵਿੱਚ ਭਜਨ ਬੰਦਗੀ ਕਰਦੇ ਸਨ, ਉੱਥੇ ਵੀ ਸਦਾਨੰਦ ਜੀ ਨਾਲ ਰਹੇ। ਤਾਂ ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਬਾਬਾ ਜੈਤਾ ਜੀ ਤੇ ਬਾਬਾ ਸੰਗਤ ਸਿੰਘ ਜੀ, ਇਹਨਾਂ ਦਾ ਜਨਮ ਜਿਹੜਾ ਪਟਨਾ ਸਾਹਿਬ 'ਚ ਹੋਇਆ। ਪਰ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਉੱਥੋਂ ਇੱਧਰ ਨੂੰ ਆਏ ਪੰਜਾਬ ਨੂੰ, ਉਦੋਂ ਇਹ ਸਾਰੇ ਪਰਿਵਾਰ ਨਾਲ ਹੀ ਆ ਗਏ। ਤੇ ਗੁਰੂ ਪਿਆਰਿਓ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਜਿਹੜੇ ਬਾਕੀ ਸਿੰਘ ਹਨ ਉਹ ਵੀ ਦੇਖ ਰਹੇ ਹੈ ਜੰਗ ਨੂੰ, ਤੇ ਜੁਝਾਰ ਸਿੰਘ ਵੀ ਦੇਖ ਰਿਹਾ ਹੈ।
ਤੇ ਜਿਸ ਵੇਲੇ ਗੁਰੂ ਪਿਆਰੋ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਦੂਸਰੇ ਸਿੰਘਾਂ ਦੀ ਸ਼ਹੀਦੀ ਹੁੰਦੀ ਹੈ, ਸਤਿਗੁਰੂ ਜਕਾਰਾ ਛੱਡਦੇ ਹੈ ਔਰ ਜੁਝਾਰ ਸਿੰਘ ਵੀ ਗੁਰੂ ਕੀਆਂ ਖੁਸ਼ੀਆਂ ਦੇਖ ਰਹੇ ਹੈ। ਤੇ ਅਖੀਰ ਤੇ ਅਗਲੇ ਜਥੇ ਦੀ ਤਿਆਰੀ ਹੋਣ ਲੱਗੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਕਹਿੰਦੇ, ਪਿਤਾ ਜੀ ਹੁਣ ਮੇਰੀ ਵਾਰੀ ਆ। ਮੈਂ ਕਦੇ ਪਿਤਾ ਭਾਈ ਸਾਹਿਬ ਤੋਂ, ਵੱਡੇ ਭਾਈ ਤੋਂ ਬਗੈਰ ਨਹੀਂ ਰਿਹਾ ਤੇ ਮੈਨੂੰ ਹੁਣ ਆਗਿਆ ਬਖਸ਼ੋ, ਮੈਂ ਵੀ ਉਹਦੇ ਕੋਲ ਹੀ ਜਾਣਾ ਹੈ। ਤੇ ਗੁਰੂ ਪਿਆਰਿਓ ਸਿੰਘਾਂ ਨੇ ਕਿਹਾ, ਨਹੀਂ ਪਾਤਸ਼ਾਹ, ਇਹ ਸਾਹਿਬਜ਼ਾਦੇ ਨੂੰ ਨਹੀਂ ਜਾਣ ਦੇਣਾ ਹੁਣ ਤੁਸੀਂ। ਪਾਤਸ਼ਾਹ ਕਹਿੰਦੇ, ਨਹੀਂ, ਇਹ ਵੀ ਜਾਵੇਗਾ। ਤੁਹਾਡੇ 'ਚ ਤੇ ਇਹਨਾਂ 'ਚ ਕੋਈ ਫਰਕ ਨਹੀਂ ਹੈ, ਸਾਰੇ ਮੈਨੂੰ ਇੱਕੋ ਜਿਹੇ ਹਨ। ਕਹਿਣ ਲੱਗੇ, ਜੀ ਇੱਕ ਸਾਹਿਬਜ਼ਾਦਾ ਦਾ ਵਿਚਾਰੋ, ਦੂਜੇ ਛੋਟੇ ਸਾਹਿਬਜ਼ਾਦੇ ਪਤਾ ਨਹੀਂ ਕਿੱਧਰ ਨੂੰ ਗਏ, ਮਾਤਾ ਪਤਾ ਨਹੀਂ ਕਿੱਧਰ ਗਏ। ਤਾਂ ਪਾਤਸ਼ਾਹ ਕਹਿਣ ਲੱਗੇ, ਨਹੀਂ, ਜੁਝਾਰ ਸਿੰਘ ਨੇ ਆਪ ਕਿਹਾ ਇਹਨੂੰ ਜਾਣਾ ਚਾਹੀਦਾ ਹੈ। ਔਰ ਗੁਰੂ ਪਿਆਰੋ ਇਸ ਤਰ੍ਹਾਂ ਜੁਝਾਰ ਸਿੰਘ ਦੇ ਨਾਲ ਵੀ 4 ਸਿੰਘਾਂ ਦਾ ਜਥਾ ਲਾ ਕੇ 5 ਦਾ ਜਥਾ ਬਣਾ ਕੇ ਇਹਨਾਂ ਨੂੰ ਭੇਜਿਆ ਗਿਆ। ਤੇ ਕਹਿੰਦੇ ਜੁਝਾਰ ਸਿੰਘ ਦਾ ਜੰਗ ਵੀ ਹੈਰਾਨ ਕਰਨ ਵਾਲਾ ਸੀ। ਦੁਸ਼ਮਣ ਵੇਖਦੇ ਆ ਜੁਝਾਰ ਸਿੰਘ ਇੱਥੇ ਸ਼ਸਤਰ ਚਲਾ ਰਿਹਾ ਹੈ, ਜਦ ਦੁਸ਼ਮਣ ਸ਼ਸਤਰ ਚਲਾਉਂਦੇ ਹੈ ਤਾਂ ਜੁਝਾਰ ਸਿੰਘ ਪਰਲੇ ਕੋਨੇ 'ਤੇ ਲੱਭਦਾ ਹੈ, ਜਦ ਉਧਰ ਮਗਰ ਜਾਂਦੇ ਹੈ ਤਾਂ ਜੁਝਾਰ ਸਿੰਘ ਜੀ ਅਗਲੇ ਕੋਨੇ 'ਤੇ ਲੱਭਦਾ ਹੈ। ਇਸ ਤਰ੍ਹਾਂ ਗੁਰੂ ਪਿਆਰਿਓ ਬੜੀ ਫੁਰਤੀ ਦੇ ਨਾਲ ਜੁਝਾਰ ਸਿੰਘ ਨੇ ਵੀ ਜੰਗ ਕੀਤਾ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੁਸ਼ਮਣਾਂ ਨੂੰ ਮਾਰਦੇ ਹੋਏ ਇਹ ਜਥਾ ਵੀ ਸ਼ਹੀਦੀਆਂ ਪਾ ਗਿਆ। ਹੌਲੀ ਹੌਲੀ ਚੱਲਦਿਆਂ ਚੱਲਦਿਆਂ ਸਤਿਗੁਰਾਂ ਦੇ ਕੋਲ ਇੱਕ ਜਥਾ ਬਚਿਆ 5 ਸਿੰਘਾਂ ਦਾ। ਔਰ ਉਹ 5 ਸਿੰਘਾਂ ਨੇ ਸਲਾਹ ਕੀਤੀ ਵੀ ਯਾਰ ਗੁਰੂ ਸਾਹਿਬ ਨੂੰ ਇੱਥੇ ਸ਼ਹੀਦ ਨਹੀਂ ਹੋਣਾ ਚਾਹੀਦਾ, ਗੁਰੂ ਸਾਹਿਬ ਨੂੰ ਆਪਾਂ ਜੰਗ ਵਿੱਚ ਨਹੀਂ ਜਾਣ ਦੇਣਾ, ਹੁਣ ਦੁਸ਼ਮਣ ਬਹੁਤ ਜ਼ਿਆਦੇ ਆ ਔਰ ਗੁਰੂ ਸਾਹਿਬ ਦੀ ਹਜੇ ਆਪਾਂ ਨੂੰ ਬੜੀ ਲੋੜ ਹੈ। ਗੁਰੂ ਸਾਹਿਬ ਸਾਡੇ ਕੋਲ ਹੋਣਗੇ ਤਾਂ ਅੱਗੇ ਦੁਬਾਰਾ ਫੇਰ ਫੌਜ ਤਿਆਰ ਕੀਤੀ ਜਾ ਸਕਦੀ ਹੈ। ਤੇ ਸਿੰਘਾਂ ਨੇ ਇਹ ਸਲਾਹ ਕਰਕੇ ਬੇਨਤੀ ਕੀਤੀ, ਪਾਤਸ਼ਾਹ ਤੁਸੀਂ ਨਾ ਗੜੀ ਛੱਡ ਕੇ ਚਲੇ ਜਾਓ। ਸ਼ਾਮਾਂ ਹੋ ਗਈਆਂ, ਸ਼ਾਮਾਂ ਹੁੰਦਿਆਂ ਹੁੰਦਿਆਂ ਗੁਰੂ ਪਿਆਰਿਓ 2 ਸਾਹਿਬਜ਼ਾਦੇ ਤੇ 35 ਸਿੰਘ ਜਿਹੜੇ ਸ਼ਹੀਦੀਆਂ ਪਾ ਚੁੱਕੇ ਆ ਤੇ 5 ਸਿੰਘਾਂ ਦਾ ਜਥਾ ਪਾਤਸ਼ਾਹ ਦੇ ਕੋਲ ਅੰਦਰ ਹੈ। ਤੇ ਇਹਨਾਂ ਸਿੰਘਾਂ ਨੇ ਬੇਨਤੀ ਕੀਤੀ, ਪਾਤਸ਼ਾਹ ਜੀ ਤੁਸੀਂ ਜਿਹੜਾ ਹੈ ਇੱਥੋਂ ਚਲੇ ਜਾਓ ਗੜੀ ਛੱਡ ਕੇ, ਅਸੀਂ ਵੀ ਥੱਲੇ ਸ਼ਹੀਦੀਆਂ ਪਾਉਣੀਆਂ ਜੰਗ ਵਿੱਚ ਜਾ ਕੇ, ਤੁਸੀਂ ਨਿਕਲ ਜਾਓ। ਪਾਤਸ਼ਾਹ ਕਹਿੰਦੇ, ਨਹੀਂ, ਮੈਂ ਨਹੀਂ ਜਾਣਾ, ਮੈਂ ਵੀ ਤੁਹਾਡੇ ਨਾਲ ਚੱਲੂੰਗਾ। ਸਿੰਘਾਂ ਨੇ ਬੇਨਤੀਆਂ ਕੀਤੀਆਂ, ਪਾਤਸ਼ਾਹ ਨੇ ਨਾ ਮੰਨੀਆਂ। ਅਖੀਰ ਸਿੰਘਾਂ ਨੇ ਗੁਰੂ ਪਿਆਰੋ ਸਤਿਗੁਰਾਂ ਦਾ ਹੀ ਬਣਾਇਆ ਹੋਇਆ ਕਾਨੂੰਨ ਜੋ 1699 ਦੀ ਵਿਸਾਖੀ 'ਤੇ ਉਹਨਾਂ ਨੇ ਬਣਾਇਆ ਹੈ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ में हो करो निवास, खालसा मेरी जान की जान, खालसा मेरो प्राण को प्राण, खालसा मेरो मुख है अंगा, खालसे क्यों सरसा संगा दे महावाक अनुसार, खालसा मेरा हो खालसे का बेअंत, खालसे की महिमा में शब्द ਸਰਬਲੋਕ ਗ੍ਰੰਥ ਵਿੱਚ ਪਾਤਸ਼ਾਹ ਨੇ ਰਚੇ ਹਨ ਗੁਰੂ ਪਿਆਰਿਓ। ਔਰ ਇਸ ਕਰਕੇ ਜਿਸ ਵੇਲੇ 5 ਤੋਂ ਆਪ ਜੀ ਨੇ ਅੰਮ੍ਰਿਤ ਛਕਿਆ ਸੀਗਾ, ਉਸ ਵੇਲੇ ਗੁਰੂ ਚੇਲੇ ਵਾਲੀ ਜਿਹੜੀ ਵਿੱਥ ਸੀ ਉਹ ਵੀ ਖਤਮ ਕਰ ਦਿੱਤੀ ਹੈ ਤੇ ਸਿੰਘਾਂ ਨੂੰ ਆਪਣਾ ਰੂਪ ਕਹਿ ਦਿੱਤਾ ਹੈ। ਤੇ ਜਿਸ ਵੇਲੇ ਅੰਮ੍ਰਿਤ ਛਕਣ ਵਾਸਤੇ ਭਾਈ ਦਇਆ ਸਿੰਘ ਹੋਰਾਂ ਨੂੰ ਕਹਿੰਦੇ ਆ, ਲਓ ਜੀ ਹੁਣ ਤੁਸੀਂ ਮੈਨੂੰ ਛਕਾਓ। ਤੇ ਭਾਈ ਦਇਆ ਸਿੰਘ ਜੀ ਝੱਕ ਜੇ ਗਏ, ਕਹਿੰਦੇ ਮਹਾਰਾਜ ਅਸੀਂ ਤੁਹਾਨੂੰ ਕਿਵੇਂ ਛਕਾਵਾਂਗੇ, ਤੁਸੀਂ ਗੁਰੂ ਅਸੀਂ ਸਿੱਖ, ਤੁਸੀਂ ਤਾਂ ਛਕਾ ਸਕਦੇ ਹੋ, ਅਸੀਂ ਥੋੜ੍ਹਾ ਛਕਾ ਸਕਦੇ ਹਾਂ। ਕਹਿੰਦੇ ਨਹੀਂ ਨਹੀਂ, ਇਹੀ ਤਾਂ ਵਿਤਕਰਾ ਕੱਢਣਾ ਸੀ, ਇਹੀ ਤਾਂ ਫਰਕ ਕੱਢਣਾ ਸੀ ਆਪਾਂ। ਤੁਸੀਂ ਪੰਜੇ ਮੇਰਾ ਰੂਪ ਹੋ ਚੁੱਕੇ ਹੋ, ਜਿਵੇਂ ਤੁਸੀਂ ਮੈਥੋਂ ਅੰਮ੍ਰਿਤ ਛਕਿਆ ਉਵੇਂ ਤੁਸੀਂ ਮੈਨੂੰ ਵੀ ਅੰਮ੍ਰਿਤ ਛਕਾਓ। ਜਦੋਂ ਪਾਤਸ਼ਾਹ ਨੇ 2-3 ਵਾਰੀ ਕਿਹਾ ਤਾਂ ਦਇਆ ਸਿੰਘ ਜੀ ਨੇ ਵੇਖਿਆ ਪਾਤਸ਼ਾਹ ਸੀਰੀਅਸ ਹੋ ਕੇ ਕਹਿ ਰਹੇ ਨੇ, ਤੇ ਜਦ ਕਿਹਾ ਵੀ ਜਿਵੇਂ ਮੈਥੋਂ ਛਕਿਆ ਉਵੇਂ ਛਕਾਓ, ਤੇ ਦਇਆ ਸਿੰਘ ਜੀ ਕਹਿੰਦੇ ਫਿਰ ਅਸੀਂ ਤਾਂ ਸੀਸ ਦੇ ਕੇ ਛਕਿਆ, ਤੁਸੀਂ ਕੀ ਦਿਓਗੇ ਇਹਦੇ ਬਦਲੇ? ਉਹਦੇ ਮਾਨੋ ਤੁਹਾਨੂੰ ਅੰਮ੍ਰਿਤ ਦਾ ਮੁੱਲ ਦੱਸਿਆ ਹੈ, ਸਾਨੂੰ ਅੰਮ੍ਰਿਤ ਛਕਣਾ ਕਿੰਨਾ ਜ਼ਰੂਰੀ ਹੈ। ਇਸ ਗੱਲ ਵਿੱਚੋਂ ਸਾਨੂੰ ਇਹ ਸਮਝ ਆਉਂਦੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਮੈਨੂੰ ਵੀ ਅੰਮ੍ਰਿਤ ਛਕਾਓ। ਤੇ ਜਿਸ ਵੇਲੇ ਭਾਈ ਦਇਆ ਸਿੰਘ ਨੂੰ ਤੀਜੀ ਵਾਰ ਕਿਹਾ, ਨਹੀਂ ਦਇਆ ਸਿੰਘ ਜਿਵੇਂ ਤੁਸੀਂ ਛਕਿਆ ਉਵੇਂ ਮੈਨੂੰ ਵੀ ਛਕਾਓ। ਕਹਿੰਦੇ ਫਿਰ ਮਹਾਰਾਜ ਅਸੀਂ ਤਾਂ ਜਿਹੜਾ ਹੈ ਅੰਮ੍ਰਿਤ ਛਕਿਆ ਨਾ ਸੀਸ ਦੇ ਕੇ ਛਕਿਆ, ਤੁਸੀਂ ਇਹਦੇ ਵੱਟੇ ਕੀ ਦਿਓਗੇ? ਕਹਿੰਦੇ ਦਇਆ ਸਿੰਘ ਮੇਰਾ ਵੀ ਸੀਸ ਹਾਜ਼ਰ ਹੈ, ਕੱਟਣਿਆਂ ਤੇ ਕੱਟ ਸਕਦੇ ਹੋ। ਕਹਿੰਦੇ ਨਹੀਂ ਮਹਾਰਾਜ, ਇੱਕ ਸੀਸ ਦਾ ਕੀ ਮਤਲਬ, ਸਿੱਖ ਵੀ ਇੱਕ ਸੀਸ ਦੇਵੇ, ਗੁਰੂ ਵੀ ਇੱਕ ਸੀਸ ਦੇਵੇ, ਤੁਸੀਂ ਵੱਡੇ ਹੋ ਕੁਛ ਵੱਡਾ ਦਿਓ। ਕਹਿੰਦੇ ਫਿਰ ਮੈਂ ਸਾਰਾ ਸਰਬੰਸ ਹੀ ਦੇ ਦੇਵਾਂਗਾ, ਕੋਈ ਸਤਨਾਮ
जितना मेरा परिवार है, सारा वंश है जिहड़ी मेरी, मैं इस अमर के बदले ला देंगा। मतलब एक सीस भी अमर का मुल नहीं हैगा। जे कोई कहे बई सीस दे के मिल सकता, कोई सतनाम श्री। धन गुरु गोबिंद सिंह जी कहते मैं इस अमर की दात पिछे अपना सरवंश ला देंगा, सारा वंश ला देंगा। और वह वचन जिहड़ा 1699 विसाखी ते 30 मार्च नूं कीता, वो पातशाह ने अज गढ़ी चमकौर दे विच भी पूरा किया। पहला पिता तोरिया, जिस वेले गुरु प्यारिओ किरपा राम पंडित की अगवाई विच पंडितां दा जथा आया कश्मीर तो, साडे धर्म नूं बचाया जावे, ते धन गुरु तेग बहादुर महाराज जी फिर उस वेले गुरु प्यारिओ इन्हां दी जिहड़ी है धर्म नूं बचाउण दे वास्ते जांदे हन दिल्ली। ते उस वेले भी गुरु प्यारिओ दिल्ली दे विच इन्हां दा एक घर भी सीगा, आग्या राम और सदानंद। इन्हां भरावां दी एक धर्मशाला बनाई सी, जिथे कि सिੱਖੀ ਦਾ ਕੇਂਦਰ ਸੀ, सिੱਖੀ ਦਾ प्रचार हुंदा सी। मुड़ के उन्होंने भाई कल्याणी की धर्मशाला कहन लग पे, कहो सतनाम श्री। तो ये गुरु प्यारिओ मैं आप जी नूं बेनती कर रहा सी कि भाई जैता सिंह का परिवार जिहड़ा है लगभग बाबे बुढ़े दे तो लैके ही इस घर दे नाल जुड़िया होया। जिवें बाबा बुढ़ा जी बाबे नानक नूं मिले, इस तरह ही गुरु प्यारिओ ये भी गुरु घर दे नाल जुड़े हुए ने। खैर उस वेले ये पंजे सिख नाल सन, इन्हां दे ताया आग्या राम भाई जैता जी का, और गुरु प्यारिओ मती दास भाई दयाला जी और भाई गुरदित्ता जी और भाई जैता जी जीवन सिंह। तो इस तरह इन्हां सिखां ने नाल रहना कीता सतगुरां दे। ते उस वेले सतगुरां ने गुरु प्यारिओ इन्हां ते बड़ियां बख्शां कीतियां, और सतगुरां ने किरपा कीती, बख्शिश कीती। भाई जैता सिंह और भाई गुरदित्ता सिंह इन्हां नूं किसी तरह आज़ाद करा दिता और इन्हां दी ड्यूटी ला दी। ते भाई जैता सिंह नूं जो हवेली दे विच गुरु तेग बहादुर महाराज ने बाणी रची सी 57 श्लोक भोग वाले, होर बाणी जय जयवंती राग जो 9वें पातशाह रचिया, वो सारियां बाणी दियां पोथियां और गुरु तेग बहादुर नूं दित्ती हुई चिट्ठी लैके भाई जैता सिंह जी वापस आए सन गुरु गोबिंद सिंह जी कोल आनंदपुर साहिब आके। दस्सिया सी सारी घटना भी इस तरह गल चल रही है। उत्थे आ बाणी मैनू दे के भेजिया है, चिट्ठी दे के भेजिया, परिवार नूं धीरज दिता है, और उन्होंने कहा कि शायद असी शरीर करके हुण ना आईए, और परिवार का ख्याल हुण गुरु गोबिंद राय रखेगा, गोबिंद राय रखेगा। उस वेले फिर सारी ये कहानी गुरु प्यारिओ भाई जैता जी ने आके दसी सी गुरु गोबिंद सिंह जी नूं। ते उस तो बाद जो पता चलिया भी हुण सतगुरु तेग बहादुर महाराज शहीदी होनी आ, दुश्मन ने उन्होंने आज़ाद नहीं करना, आउण नहीं देना, तो ना दुश्मन ने गल मन के सेंटर सरकार ने गुरु तेग बहादुर की गल मननी है। उन्होंने हिंदू धर्म नूं खत्म करते तुले रहने, तो जां गुरु तेग बहादुर शहीदी होनी है, तो इस करके उन्होंने शरीर की संभाल फिर कौन करेगा। उस वेले फिर भाई जैता जी उठे सन, महाराज जी दास नूं आग्या दिओ, बख्शिश करो, सिर ते थापड़ा दिओ, तो यह कारज हो सकता है। तो उस वेले भाई जैता फिर दोबारा आनंदपुर साहब तो दिल्ली गए, तो उस वेले उस कल्याणे की धर्मशाला विच ही रहे जिथे इन्हां दा ताया आग्या राम भी सी। और गुरु प्यारिओ उत्थों ही इन्हां ने फिर सारी ताक दे विच रहे, ख्याल विच रहे, निगाह च रहे। जिस वेले गुरु तेग बहादुर जी की शहीदी हुंदी है, तो उस वेले भाई जैता जी फिर उस वेले परमेश्वर की कृपा, गुरु की कृपा, कुछ कुदरत की कृपा, हनेरी चली, झक्खड़ झलिया, तो भाई जैता जी उस वेले सीस नूं संभाल के ही आनंदपुर साहिब लैके आउंदे आ। कहो सतनाम श्री। भाई जैता जी की यह वड्डी कुर्बानी आ, सतगुरां दे नाल रह करके उन्होंने बहुत सारे कारज किए। खैर मनोवृत्तियां उत्थे रखीए। धन गुरु गोबिंद सिंह महाराज जी ने जिस वेले गढ़ी दे विचों ये कह दिता कि असी नहीं जाना, तो उन्हां 5 सिंघां ने जिन्हां विच भाई संगत सिंह जो भाई जैता जी के छोटे भाई हैं, वड्डे जैता जी सन। जैता जी पिछे सरसा नदी ते शहीदियाँ पा चुके हैं। तो संगत सिंह, दया सिंह, भाई मान सिंह
ਆਦਿ ਇਹ ਸਿੰਘ ਜਿਹੜੇ ਹਨ ਪੰਜੇ ਅੰਦਰ ਹਨ। ਜਿਸ ਵੇਲੇ ਪਾਤਸ਼ਾਹ ਨੇ ਜਵਾਬ ਦੇ ਦਿੱਤਾ ਗੜੀ ਛੱਡਣ ਤੋਂ, ਫਿਰ ਪੰਜਾਂ ਸਿੰਘਾਂ ਨੇ ਉਹ ਕਾਨੂੰਨ ਵਰਤਿਆ ਜੋ ਵਿਸਾਖੀ 'ਤੇ ਬਣਿਆ ਸੀ ਵੀ 5 ਸਿੰਘ ਜੋ ਕਹਿਣਗੇ ਉਹ ਹਰੇਕ ਨੂੰ ਮੰਨਣਾ ਪਵੇਗਾ। ਕਹੋ ਸਤਨਾਮ ਸ੍ਰੀ। ਪਾਤਸ਼ਾਹ ਕਹਿੰਦੇ ਮੈਂ ਵੀ ਮੰਨਾਂਗਾ। ਫਿਰ ਪੰਜਾਂ ਸਿੰਘਾਂ ਨੇ ਤਿਆਰ ਪ੍ਰਤਿਆਰ ਹੋ ਕੇ ਕਿਹਾ, ਹੇ ਗੁਰੂ ਗੋਬਿੰਦ ਸਿੰਘ, ਖਾਲਸਾ ਹੁਕਮ ਕਰਦਾ ਹੈ ਕਿ ਹੁਣ ਤੂੰ ਗੜੀ ਛੱਡ ਕੇ ਨਿਕਲ ਜਾ, ਅੱਗੇ ਜਾ ਕੇ ਫਿਰ ਫੌਜ ਤਿਆਰ ਕਰ, ਜੰਗਾਂ ਹਜੇ ਹੋਰ ਵੀ ਕਰਨੀਆਂ, ਇੱਥੇ ਸ਼ਹੀਦੀਆਂ ਨਹੀਂ ਪਾਉਣੀਆਂ। ਇਹ ਬਚਨ ਫਿਰ ਪੰਜਾਂ ਸਿੰਘਾਂ ਨੇ ਜਿਸਲੇ ਕਿਹਾ ਤੇ ਪਾਤਸ਼ਾਹ ਨੇ ਹੱਥ ਬੰਨ੍ਹ, ਠੀਕ ਹੈ ਸਿੰਘੋ, ਮੈਂ ਦੇਖਦਾ ਸੀ ਮੇਰੇ ਖਾਲਸੇ ਵਿੱਚ ਕਿੰਨੀ ਕੁ ਜ਼ੁਰਤ ਪੈਦਾ ਹੋ ਚੁੱਕੀ ਹੈ। ਕੋਈ ਵੀ ਭਾਵੇਂ ਕਿ ਗੁਰੂ ਘਰ ਦੀ ਕੋਈ ਵੀ ਬੇਅਦਬੀ ਕਰਦਾ ਹੈ, ਉਹ ਕੋਈ ਵੀ ਕਿੱਡਾ ਹੀ ਵੱਡਾ ਕਿਉਂ ਨਾ ਹੋਵੇ, ਖਾਲਸੇ ਨੂੰ ਉਸ ਲਈ ਆਪਣੀ ਜ਼ੁਰਤ ਵਰਤਣੀ ਚਾਹੀਦੀ ਆ। ਕਹੋ ਸਤਨਾਮ ਸ੍ਰੀ। ਖਾਲਸੇ ਦੀ ਕਹੀ ਹੋਈ ਗੱਲ ਨੂੰ ਹਰੇਕ ਨੂੰ ਮੰਨਣਾ ਚਾਹੀਦਾ ਹੈ। ਔਰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਪੰਥ ਦੀ ਇਹ ਗੱਲ ਮੰਨ ਕੇ ਉੱਥੇ ਇੱਕ ਨਵੀਂ ਸਿੱਖਿਆ ਦਿੱਤੀ ਹੈ ਕਿ ਗੁਰੂ ਵੀ ਖਾਲਸੇ ਪੰਥ ਦੀ ਗੱਲ ਨੂੰ ਮੋੜ ਨਹੀਂ ਸਕਦਾ। ਕਹੋ ਸਤਨਾਮ ਸ੍ਰੀ। ਤੋ ਅੱਜ ਵੀ ਲੋੜ ਹੈ ਖਾਲਸੇ ਪੰਥ ਨੂੰ, ਖਾਲਸੇ ਪੰਥ ਦੀਆਂ ਵਿਚਾਰਾਂ ਨੂੰ ਅੱਗੇ ਚਲਾਉਣ ਦੀ। ਸਾਨੂੰ ਧੰਨ ਧੰਨ ਸ੍ਰੀ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਜਿਸ ਵੇਲੇ ਖਾਲਸਾ ਪੰਥ ਨੇ ਇਹ ਬੇਨਤੀ ਕੀਤੀ, ਵੈਸੇ ਕਹਿਣ ਨੂੰ ਜੀ ਨਹੀਂ ਸੀ ਕਰਦਾ, ਪਰ ਇਹ ਕਰਨਾ ਪਿਆ ਹੁਕਮ ਬਣ ਕੇ ਖਾਲਸੇ ਪੰਥ ਦਾ। ਨਾ ਦਇਆ ਸਿੰਘ ਇਕੱਲੇ ਦਾ ਹੁਕਮ ਹੈ, ਨਾ ਕੋਈ ਇਕੱਲੇ ਸੰਗਤ ਸਿੰਘ ਦਾ ਹੁਕਮ ਹੈ, ਨਾ ਕੋਈ ਇਕੱਲੇ ਮਾਨ ਸਿੰਘ ਦਾ ਹੁਕਮ ਹੈ। ਇਹ ਪੰਜਾਂ ਸਿੰਘਾਂ ਦਾ ਹੁਕਮ, ਖਾਲਸਾ ਪੰਥ ਦਾ ਹੁਕਮ। ਪੰਜਾਂ ਵਿੱਚ ਪਰਮੇਸ਼ਰ ਬਣਾਤਾ ਗੁਰੂ ਨੇ। ਦੇਖੋ ਕੈਸੀ ਰਚਨਾ ਰਚੀ। ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਪਿਆਰਿਓ ਇੱਕ ਕੌਤਕ ਕਰਦੇ ਆ। ਕਿੱਥੇ ਬੈਠੇ ਨੇ? ਕਰਤਾਰਪੁਰ ਦੀ ਧਰਮਸ਼ਾਲਾ 'ਚ। ਉੱਠ ਕੇ ਤੁਰ ਪਏ, ਮਗਰੀ ਸੰਗਤ ਤੁਰ ਪਈ। ਪਾਤਸ਼ਾਹ ਕੋਲੇ ਹੱਥ ਦਾ ਡੰਡਾ, ਤੁਰੇ ਜਾਂਦੇ ਆ। ਥੋੜ੍ਹੀ ਦੂਰੀ ਜਾ ਕੇ ਡੰਡਾ ਖਿੱਚ ਲਿਆ। ਓਏ ਤੁਸੀਂ ਮਗਰ ਕਿਵੇਂ ਆਉਣੇ ਹੋ? ਕਹਿੰਦੇ ਅਸੀਂ ਕਿੱਧਰ ਜਾਈਏ ਜੀ, ਤੁਹਾਡੇ ਨਾਲ ਹੀ ਜਾਵਾਂਗੇ, ਤੁਹਾਡੇ ਨਾਲ ਹੀ ਆ। ਕਹਿੰਦੇ ਵਗ ਜਾਓ ਘਰੇ, ਤੁਹਾਡੇ ਜਵਾਕ ਜੱਲੇ ਯਾਦ ਕਰਨਗੇ, ਮੇਰਾ ਕੀ ਪਤਾ ਮੈਂ ਕਿੱਥੇ ਜਾਵਾਂ। ਕਹਿੰਦੇ ਜੀ ਨਹੀਂ ਨਹੀਂ, ਅਸੀਂ ਤਾਂ ਨਾਲ ਹੀ ਜਾਵਾਂਗੇ। ਨਹੀਂ ਨਹੀਂ, ਤੁਸੀਂ ਆਪਣੇ ਬੱਚਿਆਂ ਨੂੰ ਸੰਭਾਲੋ ਜਾ ਕੇ। ਕਹਿੰਦੇ ਜਿਸ ਵੇਲੇ ਗੁਰੂ ਪਿਆਰੋ ਇੰਨਾ ਬਚਨ ਕੀਤਾ ਤੇ ਕਈਆਂ ਤੇ ਬੱਚਿਆਂ ਦੀ ਮੋਹ ਪੈ ਦੀ ਮਾਇਆ ਪੈ ਗਈ ਤੇ ਉਹ ਮੁੜ ਆਏ। ਅੱਗੇ ਫੇਰ ਚੱਲੇ, ਗਾਂਹ ਜਾ ਕੇ ਫੇਰ ਡੰਡਾ ਖਿੱਚ ਲਿਆ। ਕਹਿੰਦੇ ਉਹ ਤੁਸੀਂ ਮੁੜੇ ਨਹੀਂ। ਕਹਿੰਦੇ ਜੀ ਬੱਚਿਆਂ ਦੇ ਪਿਆਰ ਵਾਲੇ ਮੁੜ ਗਏ, ਹੁਣ ਅਸੀਂ ਤਾਂ ਨਾਲ ਹੀ ਜਾਵਾਂਗੇ। ਕਹਿੰਦੇ ਐਂ ਕਰੋ, ਆ ਤਾਂਬੇ ਦਾ ਢੇਰ ਪਿਆ, ਮੋਹਰਾਂ ਦਾ, ਡਬਲੀ ਪੈਸਿਆਂ ਦਾ। ਕਹਿੰਦੇ ਪੈਸੇ ਲੈ ਜਾਓ। ਹੁਣ ਕਈਆਂ ਨੇ ਵੇਖਿਆ ਬਾਬੇ ਨੇ ਮਾਇਆ ਦੇਤੀ, ਮਾਇਆ ਪੈ ਗਈ, ਪੈਸੇ ਚੱਕ ਕੇ ਮੁੜ ਆਏ। ਅੱਧੇ ਕੁ ਫੇਰ ਨਾਲ ਹੈ, ਉਹਨਾਂ ਨੂੰ ਚਾਂਦੀ ਦੇ ਰੁਪਈਏ ਦੇਤੇ। ਉਹ ਕਈਆਂ ਤੇ ਚਾਂਦੀ ਦੀ ਮਾਇਆ ਪਾਤੀ, ਉਹ ਚਾਂਦੀ ਦੇ ਰੁਪਈਏ ਲੈ ਕੇ ਮੁੜ ਆਏ। ਕੁਝ ਫੇਰ ਨਾਲ ਆ। ਪਾਤਸ਼ਾਹ ਨੇ ਅੱਗੇ ਜਾ ਕੇ ਫੇਰ ਡੰਡਾ ਖਿੱਚਿਆ, ਜੰਗਲ 'ਚ ਪਹੁੰਚ ਗਏ। ਖੇਤਾਂ ਜਾਂਦੇ ਜਾਂਦੇ ਕਹਿੰਦੇ ਉਹ ਮੁੜ ਜਾਓ ਤੁਸੀਂ। ਕਹਿੰਦੇ ਜੀ ਅਸੀਂ ਤਾਂ ਨਹੀਂ ਜਾਂਦੇ। ਕੋਈ ਤਾਂਬਾ ਲੈ ਗਿਆ, ਕੋਈ ਚਾਂਦੀ ਲੈ ਗਿਆ, ਅਸੀਂ ਨਹੀਂ ਜਾਂਦੇ। ਉਹ ਤੁਸੀਂ ਸਿਉਣਾ ਲੈ ਜਾਓ, ਆ ਮੋਹਰਾਂ ਲੈ ਜਾਓ। ਸੋਚਿਆ ਮੋਹਰਾਂ ਤੋਂ ਗਾਂ ਬਾਬੇ ਕੋਲੇ ਹੁਣ ਕੀ ਆ ਹੋਰ। ਕਈ ਮੋਹਰਾਂ ਚੱਕ ਕੇ ਮੁੜ ਆਏ ਤੇ ਪਾਤਸ਼ਾਹ ਨਾਲ ਰਹਿ ਗਏ ਲਹਿਣਾ ਜੀ ਔਰ ਬਾਬਾ ਬੁੱਢਾ ਜੀ ਅਤੇ ਗੁਰੂ ਪਿਆਰੋ ਇੱਕ ਸੇਠ ਜੋ ਸਤਿਗੁਰੂ ਨੂੰ ਬੜਾ ਪਿਆਰ ਕਰਦਾ ਸੀਗਾ। ਤਾਂ ਇਹ 3 ਜਣੇ ਨਾਲ ਰਹਿ ਗਏ, ਕਾਫੀ ਦੂਰ ਨਿਕਲ ਗਏ। ਫਿਰ ਡੰਡਾ ਖਿੱਚ ਲਿਆ। ਉਹ ਕਹੇ ਤੁਸੀਂ ਮੁੜੇ ਨਹੀਂ ਅਜੇ, ਜਾਓ ਤੁਸੀਂ ਵਾਪਸ, ਮੇਰਾ ਕੀ ਪਤਾ ਮੈਂ ਕਿੱਥੇ ਜਾਵਾਂ। ਕਹਿੰਦੇ ਇਸ ਤਾਂ ਨਾਲ ਜਾਵਾਂਗੇ। ਪਾਤਸ਼ਾਹ ਨੇ ਉੱਥੇ ਰਚਨਾ ਰਚੀ, ਇੱਕ ਮੁਰਦੇ ਦੀ ਲਾਸ਼ ਬਣਾ ਦਿੱਤੀ। ਕਹੋ ਸਤਨਾਮ ਸੀ। ਮੁਰਦੇ ਦੀ ਲਾਸ਼ ਢਕੀ ਵੀ ਹੈ ਕੱਪੜੇ ਦੇ ਨਾਲ। ਬਾਬਾ ਜੀ ਕਹਿੰਦੇ ਨਹੀਂ ਮੁਰਦੇ ਤਾਂ ਇਸ ਮੁਰਦੇ ਨੂੰ ਖਾਓ। ਹੁਣ ਮਰੇ ਬੰਦੇ ਨੂੰ ਬੰਦਾ ਕਿਵੇਂ ਖਾਵੇ? ਕਹੋ ਸਤਨਾਮ ਸੀ। ਜਿਸ ਵੇਲੇ ਇਹ ਬਚਨ ਕੀਤਾ ਵੀ ਇਹ ਮੁਰਦੇ ਨੂੰ ਖਾਓ, ਕਹਿੰਦੇ ਬਾਬਾ ਬੁੱਢਾ ਜੀ ਤੇ ਉਹ ਸੇਠ ਪਿੱਛੇ ਹਟ ਗਿਆ ਤੇ ਉੱਥੇ ਖੜਾ ਰਹਿ ਗਿਆ ਭਾਈ ਲਹਿਣਾ। ਉਹ ਦੋਨੇ ਪਿੱਛੇ ਹਟ ਕੇ ਕਹਿੰਦੇ ਨਾ ਮਹਾਰਾਜ ਇਹ ਤਾਂ ਬਹੁਤ ਔਖਾ ਕੰਮ ਹੈ, ਬੰਦੇ ਨੂੰ ਹੁਣ ਬੰਦਾ ਕਿਵੇਂ ਖਾਊਗਾ? ਵੈਸੇ ਤਾਂ ਖਾਈ ਜਾਂਦੇ ਆ, ਹੱਕ ਪਰਾਇਆ ਨਾਨਕਾ ਸੂਰੋ ਸੁਗਾਏ, ਗੁਰਪੀਰ ਹਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਪਰ ਇੱਥੇ ਮੁਰਦਾ ਖਾਣਾ ਸੱਚੀ ਮੁੱਚੀ ਐਂ ਲੱਗਦਾ ਜਿਵੇਂ ਕੱਪੜੇ ਹੇਠਾਂ ਮੁਰਦਾ ਪਿਆ ਹੈਗਾ, ਬੰਦਾ ਪਿਆ। ਤੇ ਬਾਬਾ ਬੁੱਢਾ ਜੀ ਤੇ ਸੇਠ ਭਗੀਰਥ ਜਿਹੜਾ ਹੈ ਉਹ ਪਿੱਛੇ ਹਟ ਗਏ, ਖੜਾ ਰਹਿ ਗਿਆ ਲਹਿਣਾ। ਕਹਿੰਦੇ ਲੈਣਿਆ ਹੁਣ ਤੇਰਾ ਕੀ ਇਰਾਦਾ? ਖਾ ਤੇ ਜਾ। ਤੋ ਲਹਿਣਾ ਜੀ ਉਹ ਲਾਸ਼ ਦੇ ਦੁਆਲੇ ਘੁੰਮਣ ਲੱਗ ਪਏ। ਕਹੋ ਸਤਨਾਮ ਸੀ। 3-4 ਗੇੜੇ ਕੱਢੇ।
बाबा जी कहते वो घूमी जाएगा खावेगा। कहना जी किधरों लगा? कहते पैरों कन्नियों लग जा। जब पैरों कन्नियों कपड़ा चक्या तो थले फुल्लां दी शेप दे विच पिया बंदा। कहो सतनाम। उत्तों वेखण नूं बंदा लगदा सीगा, थले फुल्लां दा ढेर बन गया। हुण बंदा मर जावे तो मुड़ के फुੱਲ ही रह जाते हैं ना। तो खाना की है भला? पैरों बन्नियों किवें लगना है कि पैरों ठेके ते जाण तो रोकना है, गुरु घर वाल लैके जाना है। ये पैर खाधे गए। हत्थां नाल माड़ा काम करन तो रोकना है, ये पैर खाधे हत्थ खाधे गए। कन्नां नाल माड़ा सुणन तो रोकना है, ये हत्थ कन्न खाधे गए। अखां नाल माड़ा देखना नहीं, वो अखां खाधियां गईयां, रसना खाधी गई। ये शरीर नूं भाव मुरदा होए मुरीद ना गल्ली होवना। गल्लां बातां नाल गल नहीं बननी। मुरीद बनने वास्ते मुरदा होना पैना, भाव संसार वालों मरना पैना, गुरु वाल जमना पैना। गुरु घर जन्मे गवन मिटाया, अनहद राते ये मन लाया। लैना जी घूमन लगे। बाबा जी कहते वो खाई जावेगा, हुण खावेगा कि घूमी जावेगा? तो लैने कहते किधरों लगा जी? कहते ऐ कर पैरों कन्नियों लग जा। जब चादर चक्की तो थले की वेखदे है? कहते फुल्लां दा ढेर। फुल्लां दे ढेर नूं वेख के ध्यान दिओ। लैना जी कहते ओए की गल आ, खांदा नहीं? कहना जी की खावां, ये तो फुल पे न। कहते फुल पे आ, ध्यान दिओ। कहते इधर झोली कर। कहते उस वेले झोली की। लैना जी ने जो झोली की तो धन गुरु नानक देव महाराज जी ने कहते उस वेले फिर लैना जी की झोली में फुल्लां दा बुक पा के ते पैरों ते मत्था टेकता। कहो सतनाम। जिहड़ी घटना बाबे नानक ने की यही गुरु गोबिंद सिंह ने की आ, बस सिर्फ रूप ही बदलिया। तो जिस वेले लैना जी के चरणों ते मत्था टेकिया बाबे नानक ने, तो लैना जी त्रभक के पिछे हट गए। जब पिछे हट गए, कहते नाले कहते मारे किया तुसीं मैनूं मत्था क्यों टेकिया? कहते क्यों, तू रोज़ ही टेकदा सी, मैं तो अज ही टेकिया। कहो सतनाम। मैं तो अज ही टेकिया, तू रोज़ ही टेकदा सी। कहता जी लैना तो टेक सकदा है, नानक थोड़ा टेक सकदा। कई बार किसी नूं उधारे पैसे दे दिए ना, जिन्हें दिते होंदे उसे नूं मिन्नतां करनियां पैंदियां। कहो सतनाम श्री। जिन्हें लैणे हुंदे ना उहनूं करनियां पैंदियां ना। जिन्हें देने आ वो आकड़ च रहिंदा भी मैं हुण दिंदा नहीं गा, मुकरदा है। बाबा नानक कहना जो लैणे ने कहा जी लैना टेक सकदा, नानक थोड़ा टेक सकदा। कहते चंगा अज तो तू नानक होया, मैं लैना होया। कहो सतनाम श्री। अज तो तू नानक होया, मैं लैना होया। देख कला वरताई। भाव भाई लैना जी नूं गुरु अंगद बनाता ते आप लैने बन गए। भाव तेरा मेरा मेरा तेरा सब खत्म करता। तो ही मोही मोही तो ही अंतर कैसा, कानक काटक जल तरंग जैसा, वो भी अंतर कढ़ दिता अज पातशाह जी ने। कहो सतनाम श्री। और लैने नूं छाती नाल ला लिया। असल में अज चोण करनी सी कि मैं जोत गुरता गद्दी कित्थे रखा अगे। हुण किहड़ा बंदा अखीर तक मेरे नाल निभदा है? तो लैना जी निभे अखीर तक। और ला के छाती नाल कहंदे मैं तैनूं अपने अंग चों पैदा किया, अज तो तू अंगद होया। इन्हां दा नाम भी बदल दिता। लैना नाम छड्ड के अंगद बना दिता और अंगद बना के नूं गुरता गद्दी सौंप दित्ती। इस तरह 10वें पातशाह जी ने पंजां नूं ये दे दित्ती बख्शिश कि पंजां दा कहा सिर मत्थे। जिस वेले हुक्म किया खालसा पंथ ने पातशाह तुहानूं इत्थों जाना पैना, सही सलामत जाना पैना, इत्थे शहीदियां नहीं पाउणियां, तुहानूं इत्थों निकलना पैना। दुबारे फिर फौज बनाउणी है, हजे काम पूरा नहीं होया। तो उस वेले गुरु गोबिंद सिंह जी कहते ठीक है फिर एक काम होर कर लैण दो मैनू। नंबर 1 तो मैं दस के जाऊँगा चोरियों नहीं जाना। मैं दस के जाऊँ भी गुरु गोबिंद सिंह चले आ, जिन्हें फड़ना फड़ ले। वो कहने महाराज चुप करके निकल चलिए। कहने नहीं दस के जावांगे। और उस तो पहला एक होर काम करना, कहते अपने चेहरे दे नाल बिल्कुल रलदा मिलदा चेहरा भाई संगत सिंगत नूं सद्दिया। कहो सतनाम श्री। गुरु की एक एक गल में डबल डबल की 4-4 अर्थ होंदे है। संगत सिंह नूं पग देना, संगत नूं पग दित्ती है। कहो सतनाम श्री। संगत सिंह नूं सद्दिया और संगत सिंह नूं याद कराउंदे आ बचपन की गल। संगत सिंह और पटने तू मेरी पग चक के बन्नी सिर ते।
यार कहने याद कहते आ जा तैनू वो पग अज दिना, हुण समा आया वो पग देन दा। कहो सतनाम श्री। वो पग तैनू मैं हुण दिना। ते कहने भाई सांगड़ सिंह दे सीस ते अपनी ओह कलगी वाली दस्तार जिहड़ी है सजा दिती है। सजाउण तो बाद कहंदे लै भी आ मेरा पोशाका मेरे वस्त्र तू पहन ला, तेरे वस्त्र मैनू दे दे हुण। कहो सतनाम श्री। ओहदे कपड़े आप पहन ले, अपने सिर ते ओही दस्तार बन ली, अपनी दस्तार ओहदे सीस ते सजाती, कलंगी सजाती, तोड़ा सजाता, भाव खालसे नूं पूर्ण कर दिता। कल्ले कल्ले एक संगत नूं दित्ती, सारी संगत नूं अथॉरिटी दित्ती आ। सांगड़ सिंह नूं पग दे के खालसे पंथ नूं अथॉरिटी दित्ती आ, पंजां पैरां नूं अथॉरिटी दित्ती आ। ये कहो सतनाम श्री। और उस तो बाद कहते चलो हुण, पर उस तो पहला इउं करना, सांगड़ सिंह तू बह जा मेरे वाली गढ़ी ते जिथे मैं बैठ के तीर चलाउंदा सी। उस तो पहला गुरु साहब नूं जदों ਸਿੰਘਾਂ ने कहा ना, महाराज तुसीं कला वरताओ, इहनूं खत्म ही कर दिओ, आपां बोच के जाण दी लोड़ ही नहीं पैनी आपां नूं। कहंदे पातशाह जी ने एक तीर छड्डिया ते एक साइड जिधर तीर गया ना, ऐ खाली हो गई, ऐ लम्मे पै गए सारे फौजी, सारे मुसलमान मुगल, जिवें आ कमैन नाल कणक वढ के लंबी पा दिंदे आ। 15-20 फुट थां ऐ लै जांदे ने कमैन, इन्ना थां खाली हो गया, एक तीर चलाया। भाव पातशाह दे एक तीर चों हज़ारां तीर बन गए ते सामने बैठे हज़ारां फौजी मारे गए। ते ਸਿੰਘਾਂ ने की कहा, कहने जी 2-4 तीर इहो ਜਿਹੇ छड्डो ते आपां नूं जाण दी लोड़ ही नहीं पैनी। कहने मैं मार तां देवां तीरां नाल, एक तां तुहाडा अभ्यास कराउणा, प्रैक्टिस कराउणी है। शास्त्रां दा अभ्यास तां ही होऊ जे मूहरे शिकार होवे, नहीं तां घड़ा टंगना पैंदा किसे नूं निशाने सिੱਖਣ वास्ते, किसे नूं बुੱਤ बनाउणा पैंदा। पर ਸਿੰਘਾਂ ने दुश्मन के उत्ते अभ्यास कराया, ਸਿੰਘਾਂ नूं जंग किवें करनी आ। कहो सतनाम श्री। एक तो सोनू अभ्यास कराउणा है, ते दूजा जे सारे मैं ही मारते तुसीं किवें सिखोगे। तीजा जेड़े मेरे तीर नाल मरनगे वो दोबारा फिर सिखां दे घरे पैदा होणगे, और इन्हां दे पुराने सुभाਅ नहीं जाके जाने, ते इन्हां ने सिੱਖੀ नूं खराब करना है। अज बहुत सारे ऐसे भी लोग है ਜਿਹੜੇ है तो सिखां दे पुत्त पर सिरों कोने मोने होए फिरदे आ, है तो सिखां दे बच्चे सरदारां दे घरे पैदा होए है। गड्डी दे मगर लिखना पैंदा सरदारां दे काके, सिर ते सरदारी तो है ही नहीं। कहो सतनाम। सरदारी तो पग नाल दिसू ना, सरदारी तो साडी दस्तार उत्ते बन्नी हो, केसतारा प्रकाश हो, तो पता लगू भी काके जिहड़ा सरदारां दा मुंडा है। पर सरदारी असीं पासे रखती ला के, ते गड्डियां ते मोटरसाइकिल लिखना पैंदा सरदारां दे काके, भी ये जिमींदारां दे पुत्तर है, सिखां दे पुत्तर है। कहो सतनाम। क्यों ना निशानियां बना लईए, उत्ते दस्सण दी लोड़ ही ना पवे। धन गुरु गोबिंद सिंह जी महाराज कहंदे आ, जिस वेले जैता सिंह जी सीस लैके पहुँचदे आ मेरे प्रीतम दे कोल, सारा कार्रवाई करन तो बाद पातशाह पुछदे जैता सिंह उत्थे संगत किन्नी क सीगी अपनी। कहण जी संगत तां बहुत सी। जिस वेले मुगलों ने कहा ना बई आ सीस ते धर लै चक के ले जांदा है, ते अंदर खाती उन्हां दा ख्याल सीगा भी जिहड़ा चक्कन आऊगा उहनूं भी मारांगे। इस करके कोई भी हीया नहीं करदा सीगा, धड़ नूं संभालदा सी, संभालण दा महाराज। सारे मुकर गए, कहने तो सिख ही नहीं हैगे। अच्छा चल फिर जैता सिंह मैं ऐसा पंथ सजाऊंगा जेड़ा कि लखां दे विच खड़ा भी दिखाई देवेगा कि ये गुरु गोबिंद सिंह दा सिख आ। कहो सतनाम। वो फिर एक्टिविटी 1699 विसाखी ते होई, सानू साबत सूरत करके दस्तारां दित्तियां, और गुरु प्यारो आने वाले समय में यह रूप दिता। हुण तुसीं जिथे मर्जी जाके खड़ जाओ, अमरीका अफ्रीका जलंधर जिथे मर्जी जा खड़ जाओ, जे तुसीं साबत सूरत दस्तार बन्नी है, दूरों पता लगूगा भी गुरु गोबिंद सिंह दा सिंह है। हे कहो सतनाम। और मैं तुहानूं एक बाहरले देशां दी गल दस्सां, जहाज़ दे विचों एक सिंह उतरिया, और होर भी बहुत अंग्रेज उतरे। एक अंग्रेज उहदे मगर मगर जा रहा, वो जदों गया वेरीफिकेशन ते जिथे चैक करते हैं, वो अगों अफसर बोलता है आओ सिंह साहब, नाले हथ बनदा नाले कहंदा आओ सिंह साहब, अपनी कार्रवाई करके टपा दिंदा। दूजे भी टप गए। अगे किते होर कोई उन्होंने मिलिया, सिंह साहब नमस्कार,
ਉਹ ਮਗਰ ਜਾ ਰਿਹਾ ਅੰਗਰੇਜ਼ ਸੋਚਦਾ ਵੀ ਸ਼ਾਇਦ ਇਹ ਬੰਦਾ ਬਹੁਤ ਮਸ਼ਹੂਰ ਹੈ ਤਾਂ ਹੀ ਇਹ ਦੁਨੀਆ ਨੂੰ ਜਾਣਦੀ ਆ। ਕਹੋ ਸਤਿਨਾਮ। ਮੈਂ ਜਿੰਨੇ ਲੋਕਾਂ ਨੂੰ ਵੇਖਦਾ ਸਾਰੇ ਇਹਨੂੰ ਸਿੰਘ ਸਾਹਿਬ ਨਾਮ ਲੈ ਕੇ ਬੁਲਾਉਂਦੇ ਆ, ਮੇਰਾ ਤਾਂ ਕੋਈ ਨਾਮ ਨਹੀਂ ਜਾਣਦਾ। ਇਹਦਾ ਨਾਂ ਕਿਵੇਂ ਜਾਣਦੇ ਆ ਸਾਰੇ? ਉਹਨੇ ਇੰਸਪੈਕਟਰ ਨੇ ਵੀ ਪੁੱਛਿਆ, ਵੈਰੀਫਿਕੇਸ਼ਨ ਨੇ ਪੁੱਛਿਆ, ਯਾਰ ਜਹਾਜ਼ ਵੀ ਚੜ੍ਹਦਿਆਂ ਵੀ ਲੋਕਾਂ ਨੇ ਕਿਹਾ ਸਿੰਘ ਸਾਹਿਬ ਆਓ। ਕਮਾਲ ਦੀ ਗੱਲ ਹੈ। ਉਹਨੇ ਪੁੱਛ ਹੀ ਲਿਆ, ਕਹਿੰਦੇ ਭਾਈ ਸਾਹਿਬ ਤੁਹਾਡਾ ਨਾਮ ਸਿੰਘ ਸਾਹਿਬ ਹੈ? ਕਹਿੰਦੇ ਨਹੀਂ। ਕਹਿੰਦੇ ਮੈਂ ਜਿਉਂ ਦਿੱਲੀੋਂ ਚੱਲਿਆ ਅਮਰੀਕਾ ਤੱਕ ਤੁਹਾਨੂੰ ਜਿੰਨੇ ਲੋਕ ਟੱਕਰੇ ਸਿੰਘ ਸਾਹਿਬ ਕਹਿ ਕੇ ਬੁਲਾਉਂਦੇ ਆ ਬੜੇ ਸਤਿਕਾਰ ਨਾਲ। ਇਹਦਾ ਕਾਰਨ ਕੀ ਹੈ? ਕਹਿੰਦਾ ਇਹਦਾ ਕਾਰਨ ਹੈ ਦਸਤਾਰ। ਕਹੋ ਸਤਿਨਾਮ ਸੀ। ਇਹਦਾ ਕਾਰਨ ਹੈ ਦਸਤਾਰ, ਇਹ ਨਿਸ਼ਾਨੀ ਆ ਸਾਡੀ। ਇਸ ਕਰਕੇ ਸਾਨੂੰ ਹਰੇਕ ਜਾਣਦਾ ਹੈ ਕਿ ਇਹ ਸਿੰਘ ਸਾਹਿਬ ਹੈ, ਇਹ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੈ। ਕਹੋ ਸਤਿਨਾਮ ਸੀ। ਕਹਿੰਦੇ ਧੰਨ ਹੈ ਤੁਹਾਡਾ ਗੁਰੂ ਜਿਹੜਾ ਤੁਹਾਡੀ ਇੰਨੀ ਪਛਾਣ ਬਣਾ ਗਿਆ ਕਿ ਹੁਣ ਜਿੱਥੇ ਵੀ ਅਸੀਂ ਜਾਂਦੇ ਹਾਂ ਸਾਨੂੰ ਸਿੰਘ ਸਾਹਿਬ ਕਹਿ ਕੇ ਬੁਲਾਇਆ ਜਾਂਦਾ। ਕਹੋ ਸਤਿਨਾਮ। ਇਸ ਕਰਕੇ ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਗੁਰੂ ਪਿਆਰਿਓ, ਭਾਈ ਸੰਗਤ ਸਿੰਘ ਦੇ ਸੀਸ 'ਤੇ ਆਪਣੀ ਦਸਤਾਰ ਕਲਗੀ ਤੋੜਾ ਸਭ ਲਾ ਦਿੱਤਾ ਹੈ ਔਰ ਉਸ ਨੂੰ ਆਪਣੀ ਗੜੀ 'ਤੇ ਬਿਠਾ ਦਿੱਤਾ। ਕਹਿੰਦੇ ਇੱਥੋਂ ਤੀਰ ਚਲਾਈ ਚੱਲੀ ਬੈਠਾ ਬਸ। ਅਤੇ ਸਿੰਘਾਂ ਨੇ ਕਿਹਾ ਜੀ ਆ 10 ਕੁ ਛੱਡੇ ਨੂੰ ਤੁਸੀਂ, ਆ ਇੱਕ ਤੀਰ ਛੱਡਿਆ, ਇੰਨਾ ਸਾਈਡ ਜੀ ਖਾਲੀ ਹੋ ਗਈ, 2-4 ਹੋਰ ਛੱਡ ਦਿਓ ਮੁਗਲ ਸਾਰੇ ਮਰ ਜਾਣਗੇ। ਕਹਿੰਦੇ ਨਹੀਂ, ਇਹ ਆਉਣ ਵਾਲੇ ਸਮੇਂ ਸਿੱਖੀ ਨੂੰ ਖਰਾਬ ਕਰਨਗੇ। ਫਿਰ ਕਹੋ ਸਤਿਨਾਮ ਸੀ। ਇਹਨਾਂ ਨੂੰ ਮੈਂ ਹੀ ਨਹੀਂ ਮਾਰਨਾ, ਇਹ ਸੋਥੋਂ ਹੀ ਮਰਵਾਉਣੇ ਆ। ਖਾਲਸਾ ਤਕੜਾ ਹੋਊਗਾ ਮੇਰਾ ਪੁੱਤਰ ਹੌਲੀ ਹੌਲੀ। ਔਰੰਗਜ਼ੇਬ ਦੇ ਜਫਰਾਂ ਲਿਖਦੇ ਆ ਕੀ ਹੋ ਗਿਆ ਜੇ ਮੇਰੇ 4 ਪੁੱਤਰ ਤੂੰ ਮਾਰ ਲਏ, ਮੇਰਾ 5ਵਾਂ ਪੁੱਤਰ ਕੁੰਡਲੀਆ ਸ਼ਮਸ਼ੇਰ ਖਾਲਸਾ ਹਜੇ ਨਹੀਂ ਮਰਿਆ, ਇਹ ਤੇਰਾ ਬਦਲਾ ਲਊਗਾ ਆਉਣ ਵਾਲੇ ਸਮੇਂ 'ਚ। ਅਤੇ ਉਹ ਖਾਲਸਾ ਪੰਥ ਇਸੇ ਵਾਸਤੇ ਸਾਜਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵੀ ਕੀਤਾ, ਖਾਲਸੇ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਵੀ ਕਰਨੀ ਹੈ ਔਰ ਖਾਲਸੇ ਨੇ ਨਿਮਾਣੇ ਨਿਤਾਣੇ ਦੀ ਰਕਸ਼ਾ ਵੀ ਕਰਨੀ ਹੈ। ਇਹ ਖਾਲਸਾ ਪੰਥ ਅਕਾਲ ਪੁਰਖ ਦੀ ਫੌਜ ਹੈ ਅਤੇ ਦੁਨੀਆ ਕਿਹਦੀ ਹੈ? ਅਕਾਲ ਪੁਰਖ ਦੀ। ਫੌਜ ਕਿਹਦੀ ਹੈ? ਅਕਾਲ ਪੁਰਖ ਦੀ। ਫੌਜ ਨੇ ਕਰਨਾ ਕੀ ਹੈ? ਜਿੱਥੇ ਜ਼ੁਲਮ ਹੁੰਦਾ ਉਹਦੀ ਰਕਸ਼ਾ ਕਰਨੀ ਹੈ, ਕਿਉਂਕਿ ਸਾਰੀ ਹੀ ਦੁਨੀਆ ਅਕਾਲ ਪੁਰਖ ਦੀ ਹੈ। ਕਹੋ ਸਤਿਨਾਮ ਸ੍ਰੀ। ਅਤੇ ਫੌਜ ਵੀ ਅਕਾਲ ਪੁਰਖ ਦੀ ਆ। ਇੰਡੀਆ ਦੀ ਫੌਜ ਇੰਡੀਆ ਦੀ ਰਕਸ਼ਾ ਕਰਦੀ ਆ, ਪਾਕਿਸਤਾਨ ਦੀ ਫੌਜ ਪਾਕਿਸਤਾਨ ਦੀ ਰਕਸ਼ਾ ਕਰਦੀ ਆ, ਅਮਰੀਕਾ ਦੀ ਫੌਜ ਅਮਰੀਕਾ ਦੀ ਰਕਸ਼ਾ ਕਰਦੀ ਆ। ਪਰ ਅਕਾਲ ਪੁਰਖ ਦੀ ਫੌਜ ਸਾਰੀ ਜਨਤਾ ਦੀ ਰਕਸ਼ਾ ਕਰਦੀ ਆ। ਕਹੋ ਸਤਿਨਾਮ। ਇਹ ਖਾਲਸਾ ਪੰਥ ਇਸ ਢੰਗ ਨਾਲ ਸਾਜਿਆ ਗਿਆ ਮੇਰੇ ਪ੍ਰੀਤਮ ਵੱਲੋਂ ਕਿ ਜਿੱਥੇ ਵੀ ਜ਼ੁਲਮ ਹੁੰਦਾ, ਚਾਹੇ ਮੁਸਲਮਾਨ ਹਿੰਦੂ 'ਤੇ ਕਰਦਾ, ਚਾਹੇ ਹਿੰਦੂ ਮੁਸਲਮਾਨ 'ਤੇ ਕਰਦਾ, ਇਹਨਾਂ ਦੇ ਵਿਚਾਲੇ ਜਾ ਖਾਲਸਾ ਅੜੂ ਅੜੂ, ਕਿਉਂਕਿ ਅਕਾਲ ਪੁਰਖੀ ਫੌਜ ਹੈ। ਕਹੋ ਸਤਿਨਾਮ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਪਾਰ ਬ੍ਰਹਮ ਕੀ ਫੌਜ। ਦੇਖੋ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਨੇ ਕੀ ਕੀਤਾ ਕਿ 10ਵੇਂ ਪਾਤਸ਼ਾਹ ਅਕਾਲ ਪੁਰਖ ਆਪ ਹੀ ਆਏ ਆ ਦੁਨੀਆ ਦੇ ਵਿੱਚ। ਸਾਰੀ ਰਚਨਾ ਆਪਣੀ ਆਪ ਹੀ ਕਰਕੇ ਗਏ ਨੇ। ਪਹਿਲਾਂ ਸ੍ਰਿਸ਼ਟੀ ਸਾਜੀ, ਸ੍ਰਿਸ਼ਟੀ ਵਿੱਚ ਜ਼ੁਲਮ ਦੇਖਿਆ, ਫਿਰ ਸਰਕਾਰ ਬਣਾਤੀ ਖਾਲਸਾ ਫੌਜ। ਕਹੋ ਸਤਿਨਾਮ ਸੀ। ਮੈਂ ਪ੍ਰਗਟਿਓ ਮਰਦੇ ਅਗੰਮੜਾ ਬਰੀਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਖੈਰ ਆਪਾਂ ਉੱਧਰ ਚੱਲੀਏ। ਅਖੀਰ ਪਾਤਸ਼ਾਹ ਜੀ ਨੇ 2 ਸਿੰਘਾਂ ਡਿਊਟੀ ਲਾਈ ਆ ਉੱਥੇ। ਭਾਈ ਸੰਗਤ ਸਿੰਘ ਨੂੰ ਸ੍ਰੀ ਸਾਹਿਬ ਤੀਰ ਕਮਾਨ ਆਦਿ ਸਭ ਕੁਝ ਦੇ ਕਰਕੇ ਆਪਣੀ ਬੁਰਜੀ 'ਤੇ ਬਿਠਾਤਾ ਜਿੱਥੇ ਆਪ ਬੈਠ ਕੇ ਤੀਰ ਚਲਾ ਰਹੇ ਸੀ। ਅਤੇ ਇੱਕ ਸਿੰਘ ਦੀ ਡਿਊਟੀ ਲਾਈ, ਬਈ ਤੂੰ ਨਗਾਰਾ ਵਜਾਈ ਚੱਲਣਾ, ਇੱਥੇ ਤੂੰ ਨਗਾਰੇ 'ਤੇ ਚੋਟ ਲਾਈ ਚੱਲਣੀ, ਆਪਣਾ ਨਗਾਰਾ ਵਜਾਈ ਜਾਣਾ। ਅਤੇ ਦੁਸ਼ਮਣ ਤੱਕ ਤੜਕੇ ਤੱਕ ਦੇਖੀ ਜਾਊਗਾ ਵੀ ਦਿਨ ਚੜ੍ਹਨ ਦਿਓ, ਫਿਰ ਫੜਦੇ ਆ ਇਹਨਾਂ ਨੂੰ। ਕਹੋ ਸਤਿਨਾਮ ਸੀ। ਅਤੇ ਕਿਸੇ ਨੂੰ ਅੱਗੇ ਨਹੀਂ ਆਉਣ ਦੇਣਾ। ਉਸ ਤੋਂ ਪਹਿਲਾਂ ਪਾਤਸ਼ਾਹ ਜੀ ਨੇ ਇਹਨਾਂ ਦੇ ਬਹੁਤ ਸਾਰੇ ਜਰਨੈਲਾਂ ਨੂੰ ਆਪਣੇ ਤੀਰ ਨਾਲ ਮਾਰਿਆ। ਜਿਨ੍ਹਾਂ ਨੇ ਗੜੀ 'ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਤੀਰ ਨਾਲ ਜਾਂ ਤਲਵਾਰ ਨਾਲ ਵੱਢ ਕੇ ਥੱਲੇ ਸਿੱਟ ਦਿੰਦੇ ਆ ਸਿੰਘ। ਗੁਰੂ ਸਾਹਿਬ ਤੀਰ ਮਾਰ ਦਿੰਦੇ ਆ। ਤਾਂ ਖੈਰ ਭਾਈ ਦਇਆ ਸਿੰਘ, ਭਾਈ ਮਾਨ ਸਿੰਘ, ਇੱਕ ਸਿੰਘ ਹੋਰ, ਇਹਨਾਂ 3 ਸਿੰਘਾਂ ਨੂੰ ਲੈ ਕਰਕੇ ਪਾਤਸ਼ਾਹ ਗੜੀ ਨੂੰ ਛੱਡਦੇ ਆ। ਅਤੇ ਛੱਡਣ ਤੋਂ ਪਹਿਲਾਂ ਗੜੀ ਤੋਂ ਬਾਹਰ ਜਾ ਕੇ ਪਾਤਸ਼ਾਹ ਤਾੜੀ ਮਾਰਦੇ ਉੱਚੀ। ਪਾਤਸ਼ਾਹ ਦੀ ਤਾਂ ਆਵਾਜ਼ ਹੀ ਪਤਾ ਨਹੀਂ ਕਿੰਨੀ ਹੋਵੇਗੀ, ਸਾਨੂੰ ਸਪੀਕਰ ਨਾਲ ਕਰਨੀ ਪੈਂਦੀ, ਉਹ ਤਾਂ ਬਿਨਾਂ ਸਪੀਕਰ ਤੋਂ ਬਹੁਤ ਹੋਣੀ ਆ। ਪਾਤਸ਼ਾਹ ਜੀ ਨੇ ਆਵਾਜ਼ ਦਿੱਤੀ, ਉਹ ਸਿੱਖਾਂ ਦਾ ਪੀਰ, ਸਿੱਖਾਂ ਦਾ ਗੁਰੂ ਚੱਲਿਆ, ਜੇ ਫੜਨਾ ਤੇ ਫੜ ਲਓ, ਫੇਰ ਨਾ ਕਿਹੋ ਚੋਰੀਓ ਟੱਪ ਗਿਆ। ਕਹੋ ਸਤਿਨਾਮ ਸੀ। ਚੱਲੇ ਆ। ਇਹ ਆਵਾਜ਼ ਐਸੀ ਗੂੰਜੀ ਫੌਜ ਵਿੱਚ, ਸਾਰੇ ਨੂੰ ਹਫੜਾ ਮੱਚ ਗਈ। ਸਾਰੇ ਉੱਠ ਕੇ ਭੱਜੇ ਫੜਨ ਵਾਸਤੇ। ਕਿੱਧਰ ਹੈ ਕਿੱਧਰ ਹੈ? ਉਹਨਾਂ ਨੂੰ ਇੱਕ ਦੂਜਾ ਗੁਰੂ ਗੋਬਿੰਦ ਸਿੰਘ ਦਿਖਾਈ ਦੇਣ ਲੱਗਿਆ। ਕਹੋ ਸਤਿਨਾਮ ਸੀ। ਉਹਨਾਂ ਨੂੰ
एक दूजा गुरु गोबिंद सिंह दिसन लगे ऐसी कला वरताई पातशाह ने, तो एक दूजे ने वढ़ता, प्यो ने पुत नूं वढ़ता, पुत ने प्यो नूं वढ़ता, भरा ने भरा नूं वढ़ता। बेअंत मुगल फौज आपस में वढ़ वढ़ के मर गई। कहो सतनाम श्री। कमाल दी गल। ਸਿੰਘਾਂ ने सोचा पातशाह रह उच्ची कहणगे, रौला पाउणगे ते मुगल सानूं फड़नगे, पर मुगलों का थां थां ते गुरु गोबिंद सिंह दिखाई देन लग्या। तो आपस में एक दूजे नूं वढ़ना शुरू करता। दिन चढ़दे नूं लखां दी फौज उन्होंने आप ही वढ़ दी। और 10वें पातशाह जी तिन्नां ਸਿੰਘਾਂ नूं लैके चमकौर की गढ़ी चों निकल गए। अगे सतगुरां दा एक पुराना व्यापारी है घोड़ियां दा, वो पातशाह का वचन लिखा 9वें पातशाह जी ने, सुख में बहुत संगी पे दुख में संग न कोए, कहो नानक हर भज मना अंत सहाई होए। इत्थों निकलते आ, हनेरा है, गूढ़ा हनेरा है। सलाह की पातशाह, सीधी डंडी तो है नहीं भी कट्ठे तुरे चलीए। झाड़ी आ गई, मड़ा आ गया, किकर आ गई, बेरी आ गई, तो आप एक दूजे पाड़ जाना, कट्ठे किवें होवांगे। पातशाह कहते भी आ खित्ती के हिसाब नाल तुरे आयो, ये आप दुबारे फिर दिन चढ़े कट्ठे हो जाएंगे, हो सकता है आप अड्डो अड्ड हो जाइए। वाकई उही गल हुई। गां जाके तिन्ने सिंह भी जिहड़े आ वो भी पाड़ गए नालों, झाड़ियां मलियां ने अड्डो अड्ड करते, नेरे विच नहीं पता लगे। पर गल होर विच रह गई, जब टप्पण लगे जंग के मैदान चों बिजली लिशकी, लाइट वजी, दया सिंह की निगाह थल्ले पई शहीदां दे विच पे साहिबजादा अजीत सिंह ते। कहो सतनाम श्री। दया सिंह खड़ गया, रुक गया, बह गया। पातशाह कहने की हो गया? कहने पातशाह की कर सकते हैं, आ योधा साहिबजादा अजीत सिंह शहीद होया पिया, तो इन्हें अपना लक तो परना खोल लिया, तो परना खोल के उत्ते पाउण लग्या। पातशाह कहने की करदा? कहना जी कर की सकते हैं, हुण इन्हां शहीदां नूं संभाल भी नहीं सकते आपां, तां जांदे जांदे दो कपड़ा तो पा जाइए। तो पातशाह कहने किन्ना कपड़ा तेरे कोले? कहने जी आ परना ही आ लक वाला। कहने चक ला फिर, जां तां सारिਆਂ ਨੂੰ ढक दे ते जां फिर सारे इक्को रहन दे, अजीत सिंह नूं दूजे ਸਿੰਘਾਂ तो वख ना कर। कहो सतनाम श्री। वख ना कर। जिहो जिहा अजीत सिंह प्यारा, दूजे 35 ਸਿੰਘ शहीद होए आ भी प्यारे आ मुसलमान भी हुण मेरे ही आ। कहो सतनाम श्री। क्योंकि वह सब दा अकाल पुरख जो होया ना, जां तां सारिਆਂ ਨੂੰ ढक दे जिन्ने पए आ, ते जां फिर ये तो भी चक ला, इक्को जी रहन दे, सब नूं अड्डो अड्ड ना करे, वखरेवा ना कर। लोग की कहणगे भी दूजिਆਂ ने पुत मरवा के तुर गए, आपदे कफन पा गया, दूजे किवें सी? ये इलाज ना लवा तू मैनू। ते दया सिंह दी अखां चों हंझू आ गए, ते चक लिया परना बोझ के तुर पे नाल। धन गुरु गोबिंद सिंह महाराज कहने चल चलीए। पातशाह ने जोड़ा भी जेड़ा चमकौर की गढ़ी चलाता, संगत सिंह कोले कहंदे जोड़े तू ही पाला। मारे पालोगा कंडे होणगे, कहने कंडियां तो बाहर जावांगे, पहला ਸਿੰਘਾਂ ने कोल टप्पना पैना, उन्होंने केस खुले होणगे, मेरा जोड़ा उन्होंने सिर ते लग जूगा, ऐ नहीं करना। कहो सतनाम सिंह। जोड़ा उत्थे लाता, नंगे पैरी पातशाह जा रहे है। अगे गुरु प्यारे एक पातशाह का व्यापारी है पुराना, ਉਹਦਾ पिंड आ गया, ਉਹਦਾ घर आ गया। पातशाह जानते सी ਉਹਦਾ घर, ਤੇ ਉਹਦੇ ਘਰੇ पहुँच गए। आवाज़ मारी, तकड़ा अमीर बंदा सी, घोड़ियां का व्यापार करता सीगा, मझां का व्यापार भी करता सीगा। थल्ले आवाज़ मारी जाते अंदरों निकलिया एक मजदूर, जो मझां नूं चारदा हुंदा, जो मझां दे गोहा कूड़ा करदा, जो नीड़ा पट्ठा पाउंदा। उहने बाहर खोलिया, पर तुसीं कौन? मैं आनंदपुर तो गुरु गोबिंद सिंह। ओ महाराज तुसीं तां मालक हो मेरे मालक दे? कहंदे हाँ। हैगा घरे? कहने घरे ही आ, जा बुला के लिया। उपर चढ़िया चवारे ते बुलाउण वास्ते। कहने तुहाडा गुरु आया है। उहनूं पता ही सी पिछे आनंदपुर घेरा पिया होया, हुण गुरु दे दुखां विच किहड़ा खड़दा। वो कहन लगे आ कल्ला ही है कि होर भी नाल कोई? कहने कल्ला ही आ, ना पैरां जोड़ा है, ना सिर ते वो कलंगी वगैरह तोड़ा, कुछ भी नहीं है, ना घोड़ा उन्हां कोले, नंगे पैरी आ। कहते जा उन्होंने कहते घरे है नहीं। कहना मैं क्या आया घरे ही आ। कहते जा मूर्खा, तू दसना नहीं सीगा मेरे बारे, मैं घरे आ। जा उन्होंने कह दे, वो मिलना नहीं चाहता। कहो सतनाम श्री। वो थल्ले आके रो रो के कहन लगे आ मझां वाला मजदूर, कहना महाराज
बहुत माड़ी गल है। किसी वेले ये तेरे कोलों जाके बख्शा लियाउंदे सी, घोड़ियां दा व्यापार करके माया लियाउंदे सी, ते अज औखे वेले तुहानूं मिलन भी नहीं आयागा। कोई सतनाम सी। कहते कोई नहीं, समा ही ऐसा भाई, तू ना फिक्र कर। ये घोड़ियां जोड़ियां किहदे कोले रहणियां। ते पातशाह उत्थों तुरन लगे तो वह कहना जी एक मेरी सेवा लै जाओ। वो धूई पाई बैठा सी, पौह दा महीना ना, धूई पा के बैठा सीगा, अग बनी हुई सी कोले काले। उन्हें एक टुटी हुई टिंड विच, ठीकरे विच, वो टिंड उही है जिहड़ी सराणे रखी है जाके उत्थे, वो टिंड विच उन्हें अग पाती। कहने महाराज मेरे कोल तां अग है, ये लै जाओ, जिथे किते लोट लगे अग मचा के सेक तां लाओगे। कहते ठीक है सिखा, तेरी यही भेटा प्रवान। ਉਹਨੂੰ बख्शा कर गए। चौधरी ने कह गए किहदे कोले घोड़ियां जोड़ियां, ਉਹਦਾ खत्म हो गया वार भी सब कुछ। खैर ਉੱਥੋਂ चलते पातशाह माछीवाड़े जंगल ते पहुँचे। माछीवाड़े ते तिन्ने सिंह भी पहुँच गए। ਉਹੀ टिंड का सराहना उत्ते कपड़ा भलेट के ते सराहने ला के पे न, और हथ विच नंगी तलवार जो छाती ते रखी हुई है। तो भाई दया सिंह होरी पहुँचते हैं, तो पहुँच करके उन्होंने गुरु प्यारे सतगुरु के चरण मले। पातशाह उठे। उतों खैर ये सारा जिहड़ा इतिहास सतगुरु पातशाह जी का, जिस वेले उस खूह के उत्ते पे न, तो खूह के उत्ते जब दया सिंह ने जाके जगाया पातशाह जी नूं, ते उत्थे फिर उठ के कहंदे आ मित्र प्यारे नूं हाल मुरीदां दा कहना। दया सिंह उस परमेश्वर अगे बेनती करो एक, किहदी मुरीदां दी। मुरीद तां सेवक हुंदे आ, आप दी नहीं कर रहे, साडी कर रहे आ। सुखी वसे मोरो परवारा, सेवक सिख सब है करतारा। मित्र प्यारे नूं हाल मुरीदां दा कहना, तुद बिन रोग रजाइयां दा ओढ़ण। अज असीं रजाइयां लैके पैने आ, तरह तरह दीयां गर्म चीज़ां भी खाने आ, ते अज उन्हां छोटे साहिबजादियां नूं वड्डे साहिबजादियां नूं याद करो कित्थे पए आ। कोई सतनाम श्री। वो जंग दे मैदान च पए आ दो, ते दोवां दा हजे पता नहीं किधर नूं गए आ। कोई सतनाम श्री। तां गुरु प्यारे हो पातशाह कहने परमेश्वर नहीं भुलना चाहिए, सुख होवे या दुख होवे। इस पौड़ी विच भी यही कहते हैं, मित्र प्यारे नो हाल मुरीदां दा कहना, तुद बिन रोग रजाइयां दा ओढ़ण। नाग निवासां दे रहना, सूल सुराही खंजर प्याला। शराबां पींदे ना, गर्मी ठंड आ यार थोड़ी पी लो, है ठंड लै जूगी। पातशाह कहते वो ये सुख तुहाडे सूलां वांगू चुभण गए। कहो सतनाम श्री। अजियां सहूलतां माणदे हो पर रब याद नहीं, तो यही दुख दारू सुख रोग बन जाना है। कहो सतनाम श्री। दुख दारू सुख रोग पया जा सुखताम ना होई। सानू भी समझाउंदे है गुरु गोबिंद सिंह, जिहड़ा किते रेशमी गद्दियां ते आराम करदे सी, अज ओह माछीवाड़े घाह दे उत्ते रोड़ां दे उत्ते विछा के कपड़ा पे आ। कहो सतनाम श्री। परना विछाया होर तां किहड़ा उत्थे गदेला दित्ता किसे ने, उत्थे पे आ। मित्र प्यारे नूं हाल मुरीदां दा कहना, तुद बिन रोग रजाइयां दा ओढ़ण। नाग निवासां दे रहना, सूल सुराही खंजर प्याला। विंग कसाइयां दा सहना। कसाई जद बकरियां नूं पहलां कोह के मारदे सीगे, धौन नहीं वढ़दे सीगे, सरीए हुंदे सी, जां लक्कड़ तिखी कीती हुंदी जंगली लोकां ने, ते ओह मारन वास्ते ओह बखी च मारदे सी उन्हां दे तिखियां चीज़ां। कोई सतनाम सी। कहंदे फिर ये जड़ियाँ सूलां सुराइयां भाव जड़ियाँ शराब दियां बोतलां, शराब दे प्याले तुहानूं चंगे लगदे आ ना, ये मैनूं तां सूलां दिसदियां, मैनूं तां ये कंडे दिसदे आ। सूल सुराही खंजर प्याला, विंग कसाइयां दा सहना। याद दा सानूं सत्थर चंगा भट्ट खेड़ा है ना। अज मेरे कोल खेड़ा नहीं है। खेड़ा भाव खुशी, खेड़ा भाव आनंदपुर दियां सहूलतां नहीं हन, पर तूं तां मेरे नाल है ना। कोई सतनाम सी। याडे ने मालक ने सानू अज थले पाया माछीवाड़े दे खूह दे उत्ते, कोई गल नहीं, पर तू ना विसरी। आखां जीवां विसरे मर जाओ, अख नहीं औखा सच्चा ना। सूल सुराही खंजर प्याला, विंग कसाइयां दा सहना। याडे दा सानू सत्थर चंगा भट्ठ खेड़ियां दा रहना। कई ये अर्थे भी कह देंगे है कि पातशाह जी ने इन्हां चार पंक्तियां दे विच हीर रांझे की कहानी भी पूरी करती। कहो सतनाम श्री। इन्हां एक निक्की जी पौड़ी विच कहंदी उस प्यारे दे नालों प्यार ना टुटे। वो खेड़ियां दे विआही गई सी, पर ओहदा प्यार रांझे नाल सी। कहो सतनाम श्री। ओहदा ध्यान उत्थे ही रहा। इस तरह पातशाह कहने समा कैसा भी आ जाए,
पर ध्यान परमेश्वर च रहे, मालक च रहे, प्यारे च रहे। कहो सतनाम। भट्ट खेड़ियां दा रहना। खैर उथों माछीवाड़े तो भाई गुलाबा मसंद है, सतगुरां दा पुराना सिख सेवक है, वो अपने घरे लै जांदा है। भाई गुलाबे मसंद दे कोल पातशाह रुकदे है ते उथों गुरु प्यारे गनी खां नबी खां उन्हां नूं पलंघे ते बिठा के मुगलों की भीड़ विचों, मुगलों की चौंकी दे विचों फिर टपा के लै जाते हैं। तो फिर पातशाह पहुँचते हैं लुधियाने रायकोट। तो रायकोट पहुँच के गल करते हैं। जदों राय कल्ले का एक माही खेतों मझां चारदा पशु चारदा मिलिया, उन्होंने पातशाह कहने लगे थोड़ा दुध पिया। कहने जी कोई भी मझ दुध नहीं दिंदी, सारियां औसर झोटियां बिना सूईयां हुई। और पातशाह कहने देनगियां जिहड़ी मर्जी चोला। कहना भी चोमा काड़ी च भांडा ही कोई नहीं। कहते साडे कोल एक सराही आ लै ला। उन्हें फड़ी, कहना तो फुट्टी हुई आ मोरियां मोरियां। वो कहने जी उस झोटी दुध दे सकती है, संभाल भी सकती है, नहीं डुलदा चोए दे विच ही। क्यों साध क्या बचन टलादा। को सतनाम। वो भी हैरान हो गया। वो टुटी हुई सराही थल्ले शेको शेक एक औसर झोटी की थापी मार के थल्ले बह गया, दुध आपे निकलिया। हैरान हो गया भी सोई नहीं मझ दुध कित्थों आ गया। वो आया तो आया, फुट्टी सराही विचों डुलिया नहीं गा। पातशाह दुध छकिया, पर वो माही भज के जाता है अपने मालक दे कोल, राय कल्ले कोल। कहना महाराज महाराज पता नहीं कौन है, फकीर है कि योधे है, कौन है वो, घोड़ियां ते सवार है। आ घटना घटी, मैं इथों दुध मंगिया, अपनी बिना सूई झूठी ने दुध देता। ਉਹਦੀ फुट्टी सराही विच खड़ गया, ਉਹਦੇ ਵਿੱਚ ਮੋਰੀਆਂ ਸੀਗੀਆਂ। ਕਹਿੰਦੇ ਉਹ ਕਿਤੇ ਗੁਰੂ ਗੋਬਿੰਦ ਸਿੰਘ ਨਾ ਹੋਵੇ। ਕਹਿੰਦੇ ਪਤਾ ਨਹੀਂ, ਪਤਾ ਕਰੋ। ਉਹ ਮਾਹੀ ਦੇ ਨਾਲ, ਨੂਰੇ ਮਾਹੀ ਦੇ ਨਾਲ ਫਿਰ ਰਾਏ ਕੱਲਾ ਆਪਣੇ ਸਿਪਾਹੀ ਕੁਝ ਨਾਲ ਲੈ ਕੇ ਘੋੜਿਆਂ ਤੇ ਬੈਠ ਕੇ ਮਿਲ ਆਉਂਦਾ ਤੇ ਅੱਗੋਂ ਮਿਲਦਾ ਤੇ ਗੁਰੂ ਗੋਬਿੰਦ ਸਿੰਘ ਜੀ। ਬੜੀ ਖੁਸ਼ੀ ਹੋਈ, ਆਪਣੇ ਘਰ ਲੈ ਗਿਆ, ਜਲ ਪਾਣੀ ਛਕਾਇਆ, ਬਿਠਾ ਕੇ ਗੱਲਾਂ ਬਾਤਾਂ ਚੱਲੀਆਂ। ਉੱਥੋਂ ਪਾਤਸ਼ਾਹ ਕਹਿੰਦੇ ਵੀ ਕੱਲਿਆ ਗੱਲ ਇਹ ਆ ਵੀ ਸਾਡਾ ਪਰਿਵਾਰ ਵਿਛੜ ਗਿਆ ਸਰਸਾ ਦੇ ਕਿਨਾਰੇ। ਬਾਕੀ ਤਾਂ ਸਭ ਸਮਝ ਗਿਆ, ਪਰ ਮਾਤਾ ਗੁਜਰੀ ਤੇ ਦੋ ਛੋਟੇ ਸਾਹਿਬਜ਼ਾਦੇ ਪਤਾ ਨਹੀਂ ਕਿੱਧਰ ਚਲੇ ਗਏ। ਮੈਨੂੰ ਲੱਗਦਾ ਕਿ ਉਹ ਸਰਹੰਦ ਵਾਲੇ ਪਾਸੇ ਨਾ ਚਲੇ ਗਏ ਹੁਣ ਕਿਤੇ, ਕਿਉਂਕਿ ਉਹ ਨਹਿਰ ਨੂੰ ਸਰਸਾ ਨਦੀ ਨੂੰ ਪਾਰ ਨਹੀਂ ਕਰ ਸਕੇ। ਛੋਟੇ ਸੀ ਬੱਚੇ, ਮਾਤਾ ਬੁੱਢੀ ਸੀ। ਪਤਾ ਮੰਗਾ, ਕਹਿੰਦਾ ਜੀ ਪਤਾ ਮੰਗਾ ਲੈਂਦੇ ਆ ਨੂਰੇ ਮਾਹੀ ਦੀ ਭੈਣ ਸਾਡੇ ਦੀ ਉਧਰ ਵਿਆਹੀ ਹੋਈ ਆ, ਇਹਨੂੰ ਭੇਜ ਦਿੰਦੇ ਆ। ਕੋਈ ਸਤਨਾਮ ਸੀ, ਕਿਉਂਕਿ ਜੇ ਕੋਈ ਘੋੜ ਸਵਾਰ ਭੇਜਾਂਗੇ ਤੇ ਮੁਗਲਾਂ ਦਾ ਰਾਜ ਆ, ਘੇਰਾ ਨਾ ਪਾ ਲੈਣ ਕਿਸੇ ਬੰਦੇ ਨੂੰ। ਆਪਾਂ ਨੂਰੇ ਨੂੰ ਭੇਜਣਾ, ਨੂਰਾ ਭੇਜਤਾ। ਨੂਰਾ ਪਹੁੰਚਦਾ ਤੇ 2 ਪਹਿਰਾਂ ਬਾਅਦ ਪਾਤਸ਼ਾਹ ਕਹਿੰਦੇ ਉਹ ਇਕੱਲਿਆ ਤੇਰਾ ਨੂਰਾ ਮੁੜਿਆ ਕਿ ਨਹੀਂ? ਕਹਿੰਦਾ ਜੀ ਹਜੇ ਕਿੱਥੇ ਮੁੜਿਆ, 40 ਕੋ ਆ, ਆਥਣ ਤੀਕ ਪਹੁੰਚੂਗਾ, ਕੱਲ ਨੂੰ ਤੁਰੂਗਾ, ਕੱਲ ਨੂੰ ਹੱਥ ਨਹੀਂ ਆਊਗਾ। ਪਾਤਸ਼ਾਹ ਚੁੱਪ ਕਰ ਗਏ, ਗੱਲਾਂ ਬਾਤਾਂ ਪੈ ਗਏ। 2-3 ਘੰਟੇ ਹੋਰ ਬੀਤੇ। ਕਹਿੰਦੇ ਉਹ ਕੱਲਿਆ ਪਤਾ ਕਰ ਨੂਰੇ ਦਾ ਆਇਆ ਕਿ ਨਹੀਂ। ਹੁਣ ਉਹਨੂੰ ਆਏ ਹੋ ਗਿਆ ਵੀ ਸ਼ਾਇਦ ਕਾਹਲੀ ਹੈ ਮਿਲਣ ਦੀ ਬੱਚਿਆਂ ਨੂੰ, ਤਾਂ ਪੁੱਛਦੇ ਆ ਬਾਰ-ਬਾਰ। ਪਰ ਪਾਤਸ਼ਾਹ ਆਪਣੀ ਕਲਾ ਵਰਤਾ ਰਹੇ ਨੇ। ਕਹਿੰਦਾ ਜੀ ਹਲੇ ਕਿੱਥੇ? ਤੀਜਾ ਪਹਿਰ ਪਾਤਸ਼ਾਹ ਤੀਜਾ ਬਚਨ ਕਰਦੇ ਹੈ। ਕਹਿੰਦੀ ਉਹ ਕੱਲਿਆ ਪਤਾ ਕਰ ਆਇਆ ਕਿ ਨਹੀਂ? ਮਹਾਰਾਜ ਹਜੇ ਨਹੀਂ ਆਇਆ ਹੋਣਾ। ਕਹਿੰਦੇ ਉਹ ਖੜਾ ਹੋ ਤੂੰ ਭਾਈ। ਹਾਂ ਮਹਾਰਾਜ। ਆ ਟਾਹਲੀ ਚੜ੍ਹ ਕੇ ਵੇਖ ਇਸ ਪਾਸੇ ਆਉਂਦਾ ਕਿ ਨਹੀਂ। ਉਹ ਇੱਕ ਬੰਦਾ ਉੱਠ ਕੇ ਚੜ੍ਹਿਆ ਟਾਹਲੀ 'ਤੇ। ਉਹ ਵੇਖ ਕੇ ਸਰਹੰਦ ਕੰਨੀ ਕਹਿੰਦਾ ਜੀ ਨੂਰਾ ਮੁੜਿਆ ਆਉਂਦਾ ਹੈ। 40 ਕੋ ਪੈਂਦਾ, 12 ਘੰਟੇ ਜਾਣ 'ਤੇ ਲੱਗਣਗੇ, 12 ਆਉਣ 'ਤੇ ਲੱਗਣਗੇ। ਲੇਕਿਨ ਪਾਤਸ਼ਾਹ ਨੇ 6 ਘੰਟਿਆਂ ਵਿੱਚ ਨੂਰਾ ਖਬਰ ਲੈ ਕੇ ਵਾਪਸ ਲੈ ਜਾਂਦਾ। ਕਹੋ ਸਤਨਾਮ ਸੀ। 2 ਪਹਿਰਾਂ ਵਿੱਚ ਨੂਰਾ ਵਾਪਸ ਲੈ ਜਾਂਦਾ। ਕਹਿੰਦੇ ਨੂਰਾ ਮੁੜਿਆ ਆਉਂਦਾ। ਕਹਿੰਦੇ ਅੱਛਾ। ਨੂਰਾ ਆਇਆ, ਨੂਰ ਨੂੰ ਪੁੱਛਦੇ ਹਾਂ ਦੱਸ ਵੀ ਖਬਰ। ਪਹਿਲਾਂ ਤਾਂ ਆ ਕੇ ਉਹ ਰੋਣ ਲੱਗਿਆ। ਕਹੋ ਸਤਨਾਮ ਸੀ। ਕਹਿੰਦੇ ਉਹ ਰੋਂਦਾ ਕਿਉਂ ਹੈ? ਕਹਿੰਦੇ ਜੀ ਭਾਣਾ ਬਹੁਤ ਭੈੜਾ ਬੀਤ ਗਿਆ। ਕਹਿੰਦੇ ਕੀ ਭਾਣਾ ਬੀਤ ਗਿਆ ਸਾਨੂੰ ਦੱਸ। ਕਹਿੰਦੇ ਜੀ ਦੱਸਿਆ ਨਹੀਂ ਜਾਂਦਾ ਮੈਥੋਂ। ਮੈਂ ਆਪਣੀ ਭੈਣ ਕੋਲੇ ਪਹੁੰਚਿਆ, ਭੈਣ ਨੇ ਸਾਰੀ ਖਬਰ ਸੁਣੀ ਸੀ ਜਿਵੇਂ ਉਵੇਂ ਮੈਨੂੰ ਦੱਸੀ, ਤੇ ਮੇਰਾ ਤਾਂ ਚਿੱਤ ਬਹੁਤ ਖਰਾਬ ਹੋ ਗਿਆ। ਕਹਿੰਦੇ ਨਹੀਂ ਜਿਵੇਂ ਹੋਈ ਉਵੇਂ ਦੱਸ। ਇਹ ਨੂਰਾ ਦੱਸਦਾ ਮਹਾਰਾਜ ਜੀ ਜਿਸ ਵੇਲੇ ਸਰਸਾ ਤੋਂ ਵਿਛੋੜਾ ਪਿਆ ਤੇ ਮਾਤਾ ਗੁਜਰੀ ਤੇ ਦੋਨੇ ਸਾਹਿਬਜ਼ਾਦੇ
किनारे किनारे तुरे जा रहे सी। अगे कोई कुम्मा माशकी रहिंदा सीगा, जो मशक नाल दरिया चों पानी भर के लोगों के घरे पा के आउंदा सीगा। ਉਹਦੇ ਕੋਲੇ रुके ना, ਉਹਨੇ ਦੱਸਦੇ ਆ ਉੱਥੇ खिचड़ी छकाई आ ਉਹਨਾਂ ਨੂੰ, ਬੱਚਿਆਂ ਨੂੰ, ਨਾਲੇ माता जी ਨੂੰ। फिर जी दसदे आ ਉਹਦੇ ਕੋਲੇ कोई ਤੁਹਾਡਾ पुराना कोई सेवक है गंगू। गंगू कहने हाँ सीगा, कहते वो गंगू आ गया उत्थे। ते मां ने अपने हथ विचों अपने खीसे चों थैली चों कढ के 3-4 मोहरां देतियां कुम्मे माशकी नूं भी तू भाई औखे वेले साडी सेवा कीती आ ते आ लै ला, चल तू गरीब आ। ਉਹ महाराज गंगू ने किते उत्थे मोहरां दी थैली वेख ली बेबे कोले, कहो सतनाम श्री। अच्छा गंगू कहना कित्थे रुलदे फिरोगे माता जी, मैनू जानदे हो? हाँ भाई तू तां साडा लांगरी आ, लंगर सेवा करदा रहा। कहते हाँ जी उही गंगू हाँ मैं। अच्छा चलो मैं नाल चलो, तुहानू मैं संभालदा औखा वेला हुण तुहाडा। पर असल विच दिमाग विच घुम गया कि लालच आ गया, मोहरां दी थैली है बेबे कोले, कहो सतनाम श्री। घरे लै गया, घरे ले जाके उन्होंने पलंगे देते, आपकी माँ नूं कहंदा है कि माँ रोटियां जहर पा दे। क्यों? ये बाबे दे बच्चे आ गुरु गोबिंद सिंह दे, ते सरकार इन्हां दे खिलाफ है, ते आपां फड़े जावांगे, मर जाणगे, ते इन्हां कोले माया बहुत आपां रख लांगे। कहो सतनाम श्री। ਉਹਦੀ माँ भी लड़ी है गंगू दे नाल, कहंदी जुल्म करदा तू, नून खा के गुरु घर दा हराम करदा। आपां शब्द पढ़िया सीगा, भाई साहब जी ने, भाई गुरदास जी ने उचारिया, लूण साहब दा खा के रण अंदर लड़ मरे सो जापै। हुण जे तां इह गंगू इन्हां नूं बचाउण वास्ते मरदा फिर तां चंगा सी, पर इहने बचण वास्ते उन्हां नूं मारन दी कोशिश कीती। कहो सतनाम श्री। मालक दा खलूण हराम कीता खा के इस दुष्ट ने। खैर फिर दसदा नूरा सारी कहानी। कहने जी गंगू घरे लै गया, ते माता दी जिहड़ी माया वाली थैली उत्थे सराणे मंजे कोले रखी पई सी, वो चक के ने लको लई आ। माता ने किते निगाह मारी, पुछया भी गंगू पुत्त मोहरां संभालतियां किते? उल्टा उन्हें चोर बन गया, कहना मैं चोर हाँ, मैनू चोर बनाता, मैं नहीं चक्कियां गईयां। ते मरिंडे जाके थाने खबर करती महाराज। बस समाप्ति के नेड़े पहुँच गए आप। 10:15 तक का समा दिता संगतां ने मैनू, आ गल आप पूरी कर लीए, थोड़ी जी रह गई। तो गुरु प्यारे हो, फिर की होया? इन्हां ने मुरिंडे जाके खबर करती, और मुरिंडे वाले थानेदार ने दिल्ली खबर करती बई इस तरह साडे कोल गुरु गोबिंद सिंह दे 3 मैंबर है। तो गुरु प्यारे हो, इसने वजीदे कोले खबर की, वजीदे ने आपदे कोले मंगा ले सरहंद, क्योंकि ये थानेदार है मुरिंडे वाला, वजीदा MLA जिवें हुंदा उदों वड्डा है, इहदे उत्ते औरंगजेब है। कहो सतनाम श्री। तो वजीदा जिहड़ा जरनैल है उस मौके का, उस खिते का सूबेदार है, वजीदे ने महाराज उत्थे एक इन्हां ने ना जगह बनाई आ गर्मियां में ठंड बनाने वास्ते। दरिया के विचाले बुरज बनाया है, और बुरज विच गर्मी जाके बह जाओ तो ठंड लगती है। उदों यही चीज़ां सीगियां, अजकल तो बिजली का सिस्टम चल पिया। वो ठंडा बुरज सी, मारे पोह दे विच कितनी ठंड हो, फिर गर्मी में जो ठंडा कर दिंदा है, पोह विच कितना ठंडा होऊगा। उत्थे उन्होंने उन्होंने कैद किया। तो महाराज उत्थे एक कैदियां की सेवा करता सीगा, जिसने सतगुरां नूं दुध, सतगुरां दे बच्चिआं नूं दुध पियाया। मोती मेहरा ऊँ तो किहनूं अंदर जान दिंदी है फौज, ये बिच सी, कैदियां दा सेवादार सी, लांगरी सीगा। मोती मेहरा अंदर काम करदा सीगा। जद इहनूं पता लगे माता जी ने इत्थे कैद किया होया छोटे बच्चे गुरु गोबिंद सिंह दे, तां मोती मेहरे ने अख बचा के उन्हां फौजां तो, सिपाहियां तो, जां उन्हां नाल मिल के जां सलाह मशवरा करके इस मोती मेहरे ने 2 दिन सेवा की है दुध छकाउण दी। कहो सतनाम श्री। अच्छा, ते महाराज दूजे दिन वजीदे ने अपनी सभा भी सद ले बच्चे, और बच्चों ने बड़े लालच दिते भी तुहानूं मैं अपने बच्चे बना के रखूँगा, तुहानूं सूबेदार बना दूँगा, बहुत पातशाहियां देऊँगा। पर साहिबजादियां ने उन्हां दी ईन नहीं मनी, उन्हां दी गल नहीं मनी, उन्हां नूं जवाब देता। दूजे दिन उन्होंने बड़ा डराया धमकाया
ਬੱਚਿਆਂ ਨੂੰ ਅਸੀਂ ਤੁਹਾਨੂੰ ਮਾਰ ਦਿਆਂਗੇ, ਜੇ ਕਰ ਦਿਆਂਗੇ, ਉਹ ਕਰ ਦਿਆਂਗੇ। ਸਾਹਿਬਜ਼ਾਦਿਆਂ ਨੇ ਫਿਰ ਵੀ ਜਵਾਬ ਦੇ ਦਿੱਤਾ ਮਹਾਰਾਜ। ਔਰ ਤੀਜੇ ਦਿਨ ਉੱਥੇ ਇੱਕ ਹਿੰਦੂ ਮੰਤਰੀ ਆ, ਸੁੱਚਾ ਨੰਦ ਜੀ ਨੂੰ ਕਹਿੰਦੇ ਆ, ਵੈਸੇ ਨੇ ਆਪਣੇ ਨਾਮ ਨੂੰ ਵੀ ਲਾਜ ਲਾਈ ਹੈ ਇਹਨਾਂ ਲੋਕਾਂ ਨੇ। ਇਹ ਸੁੱਚੇ ਨੰਦ ਨੇ ਵਜੀਦੇ ਨੂੰ ਕਿਹਾ ਵੀ ਗੁਰੂ ਗੋਬਿੰਦ ਸਿੰਘ ਆਪਣੇ ਕਾਬੂ ਨਹੀਂ ਆ ਰਿਹਾ, ਜੇ 2 ਬੱਚੇ ਛੱਡਤੇ ਤਾਂ ਇਹ ਤਾਂ ਆਪਣੇ ਕਾਬੂ ਨਹੀਂ ਆਉਣੇ, ਮੁੜ ਕੇ ਇਹਨਾਂ ਨੂੰ ਮਾਰ ਦਿੱਤਾ ਜਾਵੇ। 16 ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ ਆ, ਕਹੋ ਸਤਨਾਮ ਸ੍ਰੀ। ਉਸ ਵੇਲੇ ਉਹਦੇ ਵਿੱਚ ਬੈਠਾ ਇੱਕ ਮਲੇਰਕੋਟਲੇ ਦਾ ਰਾਜਾ, ਸੂਬੇਦਾਰ ਮਲੇਰਕੋਟਲੇ ਵਾਲਾ, ਉਹ ਕਹਿੰਦਾ ਇਹ ਗਲਤ ਗੱਲ ਹੈ, ਤੁਸੀਂ ਦੁੱਧ ਪੀਂਦੇ ਬੱਚਿਆਂ ਨੂੰ ਇੱਦਾਂ ਨਹੀਂ ਮਾਰ ਸਕਦੇ। ਕਹੋ ਸਤਨਾਮ ਸ੍ਰੀ। ਸਾਡੀ ਸ਼ਰ੍ਹਾ ਬਹੁਤ ਸਾਡੀ ਸ਼ਰ੍ਹਾ ਇਹ ਨਹੀਂ ਕਹਿੰਦੀ ਕਿ ਕਿਸੇ ਬਜ਼ੁਰਗ ਅਤੇ ਬੱਚੇ 'ਤੇ ਹਮਲਾ ਕੀਤਾ ਜਾਵੇ, ਨਿਹੱਥੇ 'ਤੇ ਹਮਲਾ ਕੀਤਾ ਜਾਵੇ। ਉਹਨੇ ਰੋਕਿਆ, ਪਰ ਇਹਨਾਂ ਨੇ ਤੀਜੇ ਦਿਨ, ਇਹ ਜਦ ਰਾਤ ਨੂੰ ਘਰੇ ਜਾਂਦਾ ਵਜੀਦਾ, ਇਹਦੀ ਬੇਗਮ ਸੀ ਇੱਕ, ਰਾਣੀਆਂ ਤਾਂ ਬਹੁਤ ਹੁੰਦੀਆਂ ਨਾ, ਇੱਕ ਰਾਣੀ ਇਹਨੇ ਹਿੰਦੂਆਂ ਦੀ ਲੜਕੀ ਧੱਕੇ ਨਾਲ ਮੁਸਲਮਾਨ ਬਣਾਈ ਹੋਈ ਸੀ ਆਪਣੇ ਘਰੇ। ਉਹਨੂੰ ਪਤਾ ਲੱਗਿਆ, ਉਹਨੇ ਸਾਹਿਬਜ਼ਾਦੇ ਵੇਖੇ ਵੀ ਸੀਗੇ, ਮਿਲੀ ਵੀ ਸੀ ਉਹਨਾਂ ਨੂੰ, ਮਾਤਾ ਨੂੰ ਵੀ ਜਾਣਦੀ ਸੀ। ਉਹ ਕਹਿੰਦੀ ਆ ਵਜੀਦੇ ਨੂੰ, ਵਜੀਦਿਆ ਤੂੰ ਛੱਡ ਦੇ ਤਿੰਨਾਂ ਨੂੰ, ਜਾਣ ਦੇ ਜਿੱਧਰ ਇਹਨਾਂ ਦੇ ਪਿਤਾ ਹੈਗੇ ਨਾ, ਤੂੰ ਇਹਨਾਂ ਨੂੰ ਮਾਰ ਹੀ ਨਾ, ਨਹੀਂ ਤਾਂ ਮੈਂ ਮਰ ਜਾਊਂਗੀ ਜੇ ਤੂੰ ਉਹਨਾਂ ਨੂੰ ਮਾਰਤਾ। ਵਜੀਦਾ ਕਹਿੰਦਾ ਚੱਲ ਤੇਰੇ ਆਖੇ ਤੜਕੇ ਮੈਂ ਜਾ ਕੇ ਛੱਡ ਦੂੰਗਾ, ਕਿਉਂਕਿ ਉਹਦੇ ਨਾਲ ਪਿਆਰ ਕਰਦਾ ਸੀ ਉਹਨੇ ਉਹਨੂੰ ਕਿਹਾ ਬਈ ਤੂੰ ਉਹਨਾਂ ਨੂੰ ਛੱਡ ਦੇ, ਦੋਨਾਂ ਬੱਚਿਆਂ ਨੂੰ, ਮਾਤਾ ਨੂੰ, ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ, ਤੇ ਪਿਤਾ ਨਾਲ ਲੜਾਈ ਕਰਨੀ ਹੈ ਕਰੋ, ਪਰ ਉਹਨੂੰ ਛੱਡ ਦੇ। ਉੱਥੇ ਵਜੀਦਾ ਮੰਨ ਕੇ ਆ ਗਿਆ। ਦੱਸਦੇ ਆ ਸਭਾ ਵਿੱਚ ਸੁੱਚੇ ਨੰਦ ਵਰਗਿਆਂ ਨੇ ਫਿਰ ਭੜਕਾਤਾ। ਜਿਹੜਾ ਸੁੱਚਾ ਨੰਦ ਆਪਣੇ ਆਪ ਨੂੰ ਹਿੰਦੂ ਮੰਤਰੀ ਕਹਿੰਦਾ ਸੀਗਾ, ਇਹਨੇ ਭੜਕਾਇਆ ਹੈ। ਵਜੀਦੇ ਨੂੰ ਕਹਿੰਦਾ ਜੰਮਦੀਆਂ 16 ਦੇ ਮੂੰਹ ਤਿੱਖੇ ਹੁੰਦੇ ਆ, ਇਹਨੂੰ ਮਾਰ ਦਿੱਤਾ ਜਾਵੇ। ਅਖੀਰ ਵਜੀਦਾ ਪੁੱਛਦਾ, ਬੱਚਿਓ ਜੇ ਤੁਹਾਨੂੰ ਛੱਡ ਦਈਏ ਫਿਰ ਕੀ ਕਰੋਗੇ? ਸਾਹਿਬਜ਼ਾਦੇ ਕਹਿੰਦੇ ਜਿਹੜਾ ਕੰਮ ਕਰਨਾ ਉਹੀ ਕਰਾਂਗੇ, ਬਾਹਰ ਜਾਵਾਂਗੇ, ਫੌਜ ਇਕੱਠੀ ਕਰਾਂਗੇ, ਤਕੜੇ ਹੋਵਾਂਗੇ, ਫਿਰ ਤਾਂ ਜੰਗ ਕਰਾਂਗੇ। ਸੁੱਚਾ ਕਹਿੰਦਾ ਵੇਖਿਆ, ਛੱਡ ਕੇ ਵੇਖ ਲਾ। ਅਖੀਰ ਗੁਰੂ ਪਿਆਰਿਓ, ਇਹਨਾਂ ਹੁਣ ਜੇ ਵਿੱਚ ਕੋਈ ਸਲਾਹ ਚੰਗੀ ਦੇਣ ਵਾਲਾ ਹੋਵੇ ਤਾਂ ਬੰਦਾ ਸਿੱਧੇ ਪਰ ਚੱਲ ਪੈਂਦਾ, ਪੁੱਠੀ ਦੇ ਨਾਲ ਪੁੱਠੇ ਪਰ ਚੱਲ ਪੈਂਦਾ। ਬਸ ਪੁੱਠੀ ਸਲਾਹ ਦੇ ਦਿੱਤੀ ਇਹਨਾਂ ਲੋਕਾਂ ਨੇ। ਅਤੇ ਜਿਹੜਾ ਗੁਰੂ ਪਿਆਰਿਓ ਮਲੇਰਕੋਟਲੇ ਵਾਲਾ ਰਾਜਾ ਸੂਬੇਦਾਰ ਸੀ, ਉਹ ਚਲਿਆ ਗਿਆ, ਉੱਠ ਕੇ ਵਿੱਚੋਂ ਵਾਕਆਊਟ ਕਰਕੇ ਚਲਿਆ ਗਿਆ। ਕਹਿੰਦਾ ਮੈਂ ਨਹੀਂ ਤੁਹਾਡੇ ਨਾਲ ਹੈਗਾ, ਮੈਂ ਇਸ ਪਾਪ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਗਾ, ਇਹ ਬਹੁਤ ਗਲਤ ਗੱਲ ਹੈ। ਫਿਰ ਗੁਰੂ ਪਿਆਰਿਓ ਇਹਨਾਂ ਨੇ 2 ਜਲਾਦਾਂ ਨੂੰ ਸੱਦਿਆ, ਔਰ ਜਲਾਦਾਂ ਨੂੰ ਕਹਿਣ ਲੱਗਿਆ ਵੀ ਤੁਹਾਡੀ ਸਜ਼ਾ ਮਾफ़ ਕਰ ਦਿਆਂਗੇ, ਫਾਂਸੀ ਦੀ ਤੁਹਾਨੂੰ ਛੱਡ ਦਿਆਂਗੇ, ਤੁਸੀਂ ਇਹਨਾਂ ਨੂੰ ਮਾਰ ਦਿਓ। ਉਹ ਕਹਿਣ ਲੱਗੇ, ਕਹਿੰਦੇ ਸਾਡੀ ਲੜਾਈ ਇਹਨਾਂ ਦੇ ਬਾਪ ਨਾਲ ਹੈ, ਅਸੀਂ ਇਹਨਾਂ ਨੂੰ ਨਹੀਂ ਮਾਰਨਾ ਗਾ। ਉਹ ਵੀ 2 ਰਾਜੇ ਕੈਦ ਕੀਤੇ ਹੋਏ ਸੀਗੇ। ਉਹਨਾਂ ਨੇ ਜਵਾਬ ਤਾਂ ਫਿਰ ਜਲਾਦ ਸੱਦੇ, ਫਿਰ ਜਲਾਦਾਂ ਨੂੰ ਦਿੱਤਾ ਹੁਕਮ ਵੀ ਇਹਨਾਂ ਨੂੰ ਮਾਰ ਦਿਓ। ਉਹ ਕਹਿੰਦੇ ਪਰ ਮਾਰਨ ਤੋਂ ਪਹਿਲਾਂ ਹੋਰ ਮਨਾ ਕੇ ਦੇਖ ਲਓ ਯਾਰ। ਕੰਧ ਬਿੰਚਣੋਂ, ਕੰਧ ਵਿੱਚ ਸਾਹਿਬਜ਼ਾਦਿਆਂ ਨੂੰ ਖੜਾ ਕੇ 4 ਚੁਫੇਰੇ ਕੰਧ ਚਿਣਨੀ ਸ਼ੁਰੂ ਕਰ ਦਿੱਤੀ ਵੀ ਸ਼ਾਇਦ ਡਰਦੇ ਫਿਰ ਮੰਨ ਜਾਣ ਇਹ। ਅਤੇ ਗੁਰੂ ਪਿਆਰਿਓ ਉਸ ਵੇਲੇ, ਜਿਸ ਵੇਲੇ ਤੀਜੇ ਦਿਨ ਸਾਹਿਬਜ਼ਾਦੇ ਅੰਦਰ ਜਾਂਦੇ ਆ ਸਭਾ ਦੇ, ਇਹਨਾਂ ਦੁਸ਼ਟਾਂ ਨੇ ਇੱਕ ਹੋਰ ਜੁਗਤ ਬਣਾਈ। ਆ ਜਿਵੇਂ ਗੇਟ ਆਪਣਾ ਡਿਊੜੀ ਦਾ ਇਹ ਬੰਦ ਕਰਤਾ, ਇਹਦੀ ਬਾਰੀ ਰੱਖੀ ਹੁੰਦੀ ਹੈ ਸਾਈਡ 'ਤੇ ਛੋਟੀ, ਉੱਥੋਂ ਸਿਰ ਝੁਕਾ ਕੇ ਟੱਪਣਾ ਪੈਂਦਾ। ਅਤੇ ਜਿਸ ਵੇਲੇ ਗੁਰੂ ਪਿਆਰਿਓ ਸਾਹਿਬਜ਼ਾਦੇ ਉਹ ਬਾਰੀ ਕੋਲ ਪਹੁੰਚੇ ਨਾ, ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਨਾਲ ਅੱਖ ਮਿਲਾ ਕੇ ਪੁੱਛਦਾ ਕੀ ਹਾਲ ਆ? ਕਹਿੰਦੇ ਠੀਕ ਆ। ਕਹਿੰਦੇ ਕਿਵੇਂ ਟੱਪਣਾ ਇਹ 'ਚੋਂ ਬਾਰੀ 'ਚੋਂ? ਹੁਣ ਇਹ ਬਾਰੀ ਜਾਣ ਕੇ ਖੋਲ੍ਹੀ ਹੈ ਇਹਨਾਂ ਨੇ ਵੀ ਸਿਰ ਝੁਕਾ ਕੇ ਟੱਪਣਗੇ, ਕਿਉਂਕਿ ਇਹਨਾਂ ਨੂੰ ਕੌਣ ਭੁਲਾਵੇ, ਕੌਣ ਇਹਨਾਂ ਨੂੰ ਨਾ ਦੱਸੇ। ਅਤੇ ਉਸ ਕਰਕੇ ਫਤਿਹ ਸਿੰਘ ਜੀ ਕਹਿਣ ਲੱਗੇ ਇੱਦਾਂ ਕਰੋ, ਪਹਿਲਾਂ ਜੁੱਤੀ ਅੰਦਰ ਕੱਢੋ ਸੱਜੇ ਪੈਰ ਦੀ, ਸਿਰ ਬਾਹਰ ਝੁਕਾ ਕੇ ਟੱਪੋ, ਕਹੋ ਸਤਨਾਮ। ਔਰ ਉਸੇ ਤਰ੍ਹਾਂ ਕੀਤਾ ਸਿੰਘਾਂ ਨੇ। ਸ਼ਹਿਰ ਬਾਹਰ ਸੀਸ ਝੁਕਾ ਕੇ ਅੰਦਰ ਲੰਘੇ, ਅਤੇ ਅੰਦਰ ਲੰਘਦਿਆਂ ਜਕਾਰਾ ਛੱਡਤਾ। ਵਜੀਦੇ ਦੀ ਸਭਾ ਸਾਰੀ ਹੈਰਾਨ ਹੋ ਗਈ, ਦੰਦਾਂ ਥੱਲੇ ਜੀਭ ਆ ਗਈ ਵੀ ਯਾਰ ਨਿੱਕੇ ਨਿੱਕੇ ਬੱਚੇ, ਆਖਰ ਗੁਰੂ ਗੋਬਿੰਦ ਸਿੰਘ ਦਾ ਖੂਨ ਹੈ, ਕਹੋ ਸਤਨਾਮ ਸ੍ਰੀ। ਗੁਰੂ ਗੋਬਿੰਦ ਸਿੰਘ ਦਾ ਖੂਨ ਹੈ ਆਖਰ। ਤਾਂ ਗੁਰੂ ਪਿਆਰਿਓ ਉਸ ਵੇਲੇ ਫਿਰ ਅੰਦਰ ਜਾ ਕੇ ਜਕਾਰੇ ਛੱਡੇ। ਉਹਨਾਂ ਦੁਸ਼ਟਾਂ ਨੇ ਕੰਧ ਚਿਣਨੀ ਸ਼ੁਰੂ ਕੀਤੀ। ਬਾਦਸ਼ਾਹ ਨਾਲੇ ਨੂਰਾ ਦੱਸੀ ਜਾਂਦਾ, ਨਾਲੇ ਰੋਈ ਜਾਂਦਾ। ਮੈਂ ਸੰਖੇਪ ਦੇ ਵਿੱਚ ਸਮਾਪਤੀ ਵੱਲ ਹੋਵਾਂ। ਅਤੇ ਅਖੀਰ ਗੁਰੂ ਪਿਆਰਿਓ ਜਿਸ ਵੇਲੇ ਕੰਧ ਕਹਿੰਦੇ ਗਲ ਤੱਕ ਆਈ ਆ, ਅਤੇ ਸਾਹਿਬਜ਼ਾਦਾ ਫਤਿਹ ਸਿੰਘ ਪਹਿਲਾਂ ਲੁਕਣੇ ਸ਼ੁਰੂ ਹੋਏ, ਅਤੇ ਜ਼ੋਰਾਵਰ ਸਿੰਘ ਕਹਿੰਦੇ ਪਹਿਲਾਂ ਮੇਰੀ ਵਾਰੀ ਸੀ, ਫਤਿਹ ਸਿੰਘ ਤੂੰ ਵਾਰੀ ਲੈ ਗਿਆ ਪਹਿਲਾਂ।
तू दादे कोले पहला चलिया, मैं मगर आवांगा, चलो कोई ना। तो जिस वेले कंध पूरी चिनी गई, साहिबजादियां ने टस तो मस नहीं होना किया, इन्हां दी ईन नहीं मनी, इन्हां दियां ऑफरां नहीं मनियां, ते अखीर कंध विच लोक गए ते कंध डिग पई। कंध डिग पई एक बारी ओह, ते साहिबजादे भी नाल ही डिग पे। शहीद तो ना होए पर वो बेहोश हो गए, तो अखीर इन्हां ने जलादां कोलों इन्हां दे गुरु प्यारे गले जिहड़े आ कटा करके इन्हां नूं शहीद करता। तो जिस वेले धन गुरु गोबिंद सिंह जी नूं ये पूरी कहानी नूरे माही ने सुनाई आ, तो पातशाह के हत्थ विच एक तीर आ, ते घाही के पौधे नूं पैरां चों खुरच रहे आ जड़ चों। तो जिस वेले कहा जी इयों छोटे साहिबजादे भी शहीद कर दिते, तो पातशाह ने पट्टे घाही का पौधा मुद्दा मारिया, कहने मुगलों की जड़ गई। कहो सतनाम श्री। राय कला बिच बैठा सुनता, अखीर वो भी तो मुसलमान ही है ना, वो घबरा गया, कहना मुगलों की जड़ गई तो मेरी भी गई। वो माफिया मंगदा जी, मैनू तो बख्श दो, कहने नहीं। उस तो बाद बच्चों की शहीदी मोती महरे ने जाके सुनेहा दिता माता जी नूं, माता जी साहिबजादे शहीद हो गए। उस वेले माता जी भी अपने 10वें द्वार राही प्राण त्याग गए महाराज। फिर उत्थे कोई सराफ है, सेठ है, कोई सराफ जौहरी, उसनूं पता लग्या, वो बचाउण वास्ते साहिबजादियां ने उचाया सी भी मैं रिश्वतां दे के छड़ा लियावांगा बच्चिआं नूं, पर उहदी आउण नूं शहीदियां हो गईआं। हुण वो वजीदा कहण लगे इहनूं लै जाओ, कोई सिख लिजाना चाहुंदा तो टोडर मल सराफ कहण लग्या जी मैं लै जावां इन्हां नूं, हुण संस्कार तां करदे आ, शहीद तां करते तुसीं। कहंदे लै जा, कित्थे करेंगा? कहना शमशान घाट च ही हुंदा, और कित्थे? कहना ना ना, ये तो सरकार साडी है, तो थां सारी साडी है, ये साडे दुश्मन है, इन्हां वास्ते थां तैनूं मुल लैना पैना। कहो सतनाम श्री। कहना मैं आपदे घरे कर दिना, कहें तेरा घर भी सरकार का घर है, ये वट्टे पैसे देने पैणगे, ये साडे दुश्मन आ। कहने पैसे लै लो, किन्ने चाहिए बोलो? कहने जिन्ना थां चाहिदा उन्ने थां सोने दियां मोहरां विछा दे। वो घरे गया, घर वाल सलाह की, कहना भागवाने अपने बच्चा तो कोई है नहीं गा, आपां सेवा ले लीए हुण। कहो सतनाम। सारी संपत्ति बेच के उन्हें मोहरां इकट्ठियां कीतियां। वैसे शराब सीगा, धनी सी बंदा, ਉਹਦੀ हवेली टोडरमल की हजे भी पई है फतेहगढ़ साहब, संगतां देख के आउंदियां, ਉਹਦੀ सेवा संभाल करने वाली है वैसे। खैर उस तो बाद गुरु प्यारा टोडरमल मोहरा लैके आया, और वजीदे दे बंदे खड़े वेखदे है मोहरा विछाउंदे नूं। जद ऐदां मोहरा विछाउण लग्या तो लालचियां दे मन च लालच आ गया। राजे ही मुकदम कुत्ते जाए जगान बैठे सुत्ते, राजे बघियाड़ बन जाना तो हेठले मंत्री संतरी सारे कुत्ते बन जाते हैं। बघियाड़ मोटा मोटा माल खाते हैं, तो ये बचिया होया खून खान चटते हैं। रत पित कुत्ते वो चट जाओ, कुत्ते बचिया होया माल खाते हैं, मोटा मोटा माल शेर बघियाड़ खा जाते हैं। कुछ राजे सिंह मुकदम कुत्ते जाए जगान बैठे सुत्ते, बाबे नानक ने पहले कहा है बाणी दे विच। को सतनाम श्री। खैर टोडरमल ने महाराज जी वो बिछाउणा शुरू किया, तो दुष्ट कहते बिछा के नहीं, खड़ियां करके, जिथे एक मोह टिकती है खड़ियां वो 7 टिकणगियां। कहो सतनाम। 10 गुना माया होर वध लई आ उन्होंने, तो 6x6 की जगह लई आ टोडरमल ने, तो उत्थे महाराज उन्होंने 3 शरीरों का संस्कार किया है। तो टोडरमल ने सारी संपत्ति भी उन्होंने दे दी। अखीर दुष्टां ने मोती महरे दे बच्चियां नूं भी कोलू पीड़ के शहीद कर दिता, मोती महरे नूं भी शहीद कर दिता, टोडरमल ते उहदे परिवार नूं भी शहीद कर दिता। महाराज सतगुरु इन्हां सारियां नूं बख्शां करदे है, मलेरकोटले वर दिंदे है, तेरा राज रहूगा। हजे तक मलेरकोटला उवें बसदा है जिहड़ा कि 84 तो पहलां दा बस रहा। 84 विच भी कुछ नहीं होया, 47 विच भी उत्थे कुछ नहीं होया। कहो सतनाम। 10वें पातशाह का बचन चलदा। खैर इन्हां सारियां नूं बख्शां कीतियां, और वजीदे वर्गियां नूं जो देना सी श्राप वो दिते है, तो मुगलों की जड़ गई का बचन किया है। राय कल्ले ने कई बार माफियां मंगियां, सानू बख्श दिओ। पातशाह अपने मूड विच रहिंदे, एक दिन खुशी च मूड सीगे, राय कल्ला कहना जी मैनू तो बख्श दिओ, मैं तो तुहाडी सेवा की है जी, मैं मुगलों विच हैगा, चलो मुसलम पैरा होया, पर मैनू बख्श दिओ। पातशाह कहने चंगा, साडी आ तलवार आ, इहनूं सांभ के रखी, ਇਹਦਾ सत्कार करी। हुण जी अपने घरां विच तलवार होवे, पहली गल तां अज बेअदबियां दा माहौल आ गया, सानू शास्त्रां दी बड़ी लोड़ है। कहो सतनाम। क्योंकि जे गुरु साहब ते हमले हुंदे है
ਤੇ ਸਿੱਖਾਂ ਦੇ ਵੀ ਹੋ ਸਕਦੇ ਆ। ਤੁਹਾਡੇ ਕੋਲੇ ਸ਼ਸਤਰ ਆਇਆ, ਤੁਸੀਂ ਆਪਦਾ ਮੁਕਾਬਲਾ ਕਿਵੇਂ ਕਰੋਗੇ? ਕਹੋ ਸਤਨਾਮ ਸ੍ਰੀ। ਔਰ ਮੈਂ ਉਸ ਵੀਰਾਂ ਦਾ ਵੀ, ਜੋ ਆਪ ਜੀ ਨੇ ਕਮੇਟੀ ਬਣਾਈ ਹੈ ਰਾਤ ਨੂੰ ਇੱਥੇ ਸੇਵਾ ਕਰਨ ਵਾਸਤੇ, ਵਾਕਿਆ ਪਹਿਰਾ ਚਾਹੀਦਾ। ਸਾਰੇ ਹੀ ਗੁਰੂ ਘਰਾਂ 'ਚ ਪਹਿਰੇਦਾਰ ਚਾਹੀਦੇ ਆ, ਕਿਉਂਕਿ ਗੁਰੂ ਸਾਹਿਬ ਦਾ ਪਹਿਰੇਦਾਰ ਪੱਕੇ ਤੌਰ 'ਤੇ ਦਾ। ਬਹੁਤ ਬਹੁਤ ਧੰਨਵਾਦ ਨੌਜਵਾਨਾਂ ਦਾ ਜਿਨ੍ਹਾਂ ਨੇ ਬਣਾਇਆ, ਕਮੇਟੀ ਬਣਾਈ ਹੈ, ਸਲਾਹ ਮਸ਼ਵਰਾ ਕੀਤਾ, ਕਿਉਂਕਿ ਗ੍ਰੰਥੀ ਸਿੰਘ ਇਕੱਲਾ ਨਹੀਂ ਕੋਈ ਸਕਦਾ, ਸੰਗਤ ਉਹਦੇ ਨਾਲ ਸਾਰੀ ਸਾਥ ਦੇਵੇ ਫਿਰ ਹੀ ਗੱਲ ਬਣਦੀ ਆ। ਤੋ ਖੈਰ ਉਸ ਤੋਂ ਬਾਅਦ ਸਤਿਗੁਰਾਂ ਨੇ ਉਹਨੂੰ ਇੱਕ ਤਲਵਾਰ ਦਿੱਤੀ। ਸ੍ਰੀ ਸਾਹਿਬ ਕਹਿੰਦੇ ਜਿੰਨਾ ਚਿਰ ਸਾਡੀ ਤਲਵਾਰ ਦਾ ਸਤਿਕਾਰ ਕਰੇਗਾ ਘਰੇ, ਤੇਰਾ ਰਾਜ ਚੱਲਦਾ ਰਹੂਗਾ, ਤੇਰੀ ਕੁੱਲ ਚੱਲਦੀ ਰਹੂ। ਜਿੱਦੇ ਤੂੰ ਇਹ ਤਲਵਾਰ ਦਾ ਸਤਿਕਾਰ ਛੱਡਤਾ, ਉਹਦੇ ਮੈਂ ਜ਼ਿੰਮੇਵਾਰ ਨਹੀਂ। ਉਹਨੇ ਤਲਵਾਰ ਲੈ ਲਈ, ਘਰੇ ਲੈ ਗਿਆ। ਸ੍ਰੀ ਸਾਹਿਬ ਪਾਸ਼ੇ ਦਿੱਤੀ ਹੋਈ ਪਲੰਘਾਂ ਲਾ ਕੇ ਮੰਜੇ 'ਤੇ ਸਜਾਤੀ, ਰੋ ਧੂਪ ਬੱਤੀ ਕਰਦਾ। ਉਹਦਾ ਮੁੰਡਾ ਆਇਆ, ਉਹ ਮੁੰਡਾ ਵੀ ਧੂਪ ਬੱਤੀ ਕਰਦਾ। ਅੱਗੇ ਜਾ ਕੇ ਉਹਦਾ ਪੁੱਤਰ ਆਇਆ ਤੇ ਇੱਕ ਦਿਨ ਉਹ ਮੁਗਲਾਂ ਦੇ ਢਹੇ ਚੜ੍ਹ ਗਿਆ, ਮੁਗਲਾਂ ਦੇ ਆਖੇ ਲੱਗ ਗਿਆ। ਕਹਿੰਦੇ ਕੀ ਤੁਸੀਂ ਮੁਸਲਮਾਨ ਹੋ ਕੇ ਸਿੱਖਾਂ ਦੀ ਗੱਲ ਮੰਨੀ ਜਾਂਦੇ ਹੋ, ਤਾਂ ਸਿੱਖਾਂ ਦੀ ਤਲਵਾਰ ਪੂਜੀ ਜਾਂਦੇ ਹੋ, ਇਹ ਤਲਵਾਰ ਨੂੰ ਗਲੇ ਕਿਉਂ ਨਹੀਂ ਪਾਉਂਦਾ, ਤੂੰ ਗਾਤਰੇ ਪਾਇਆ ਕਰ। ਉਹਨੇ ਉਹਨਾਂ ਦੀ ਚੁੱਕ ਚਾ ਕੇ ਗਾਤਰੇ ਪਾ ਲਈ। ਇੱਕ ਦਿਨ ਜੰਗਲ 'ਚ ਗਿਆ, ਲੜਾਈ ਹੋ ਗਈ। ਗੁਰੂ ਪਿਆਰਿਓ, ਇਹਦੇ ਸਾਹਮਣੇ ਇੱਕ ਮਿਰਗ ਨਿਕਲਿਆ, ਮਿਰਗ ਨੂੰ ਮਾਰਨ ਲੱਗਿਆ, ਬਾਕੀ ਫੌਜ ਪਿੱਛੇ ਰਹਿ ਗਈ, ਇਹ ਇਕੱਲਾ ਮੂਹਰੇ ਟੱਪ ਗਿਆ। ਜਦ ਮਿਰਗ ਦੀ ਇੱਦਾਂ ਘੁਮਾ ਕੇ ਤਲਵਾਰ ਮਾਰਨ ਲੱਗਿਆ ਤੇ ਇਹਦਾ ਆਪ ਦਾ ਪੱਟ ਵੱਢਿਆ ਗਿਆ। ਕਹੋ ਸਤਨਾਮ। ਮਿਰਗ ਨਿਕਲ ਗਿਆ, ਪੱਟ ਵੱਢਿਆ ਗਿਆ, ਘੋੜੇ ਡਿੱਗ ਪਿਆ। ਕਾਫੀ ਦੇਰ ਉਹ ਤੜਫਦਾ ਰਿਹਾ, ਖੂਨ ਨਿਕਲ ਗਿਆ। ਜਦੋਂ ਇਹਦੇ ਸਾਥੀ ਪਹੁੰਚੇ, ਉਦੋਂ ਨੂੰ ਇਹ ਮਰ ਚੁੱਕਿਆ ਸੀ। ਇਹਦੇ ਮਰਨ ਤੋਂ ਬਾਅਦ ਉਹਨਾਂ ਰਾਜ ਵੀ ਖਤਮ ਹੋ ਗਿਆ। ਤੋ ਖੈਰ ਇਤਿਹਾਸ ਬੜਾ ਵਿਸ਼ਾਲ ਹੈ। ਮੈਂ ਸਾਰੀ ਉਮਰ ਕੀ ਕਹਿੰਦੇ ਕਹੇ ਜਾਵੇ, ਤੁਮ ਸਰ ਅਵਰ ਨਾ ਕੋਈ ਇਹਨੂੰ ਪੂਰਾ ਨਹੀਂ ਕਰ ਸਕਦਾ ਗਾ। ਚਲੋ ਜਿੰਨਾ ਕੁ ਆਪਾਂ ਸਾਂਝਾ ਕੀਤਾ, ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਜੀ ਦਾ, ਸੰਗਤਾਂ ਦਾ, ਔਰ ਭਾਈ ਸਾਹਿਬ ਭਾਈ ਤਰਸੇਮ ਸਿੰਘ ਜੋ ਸਾਡੇ ਪੁਰਾਣੇ ਮਿੱਤਰ ਦੋਸਤ ਹੈ। ਤੋ ਇਹਨਾਂ ਨੇ ਕਿਤੇ ਕਥਾ ਸੁਣੀ ਸੀ, ਤੋ ਇਹਨਾਂ ਨੇ ਦਾਸ ਨੂੰ ਹੁਕਮ ਲਾਇਆ, ਸੰਗਤਾਂ ਸਮੇਤ ਦਾਸ ਨੇ ਹੁਕਮ ਵਜਾਉਂਦਿਆਂ ਹੋਇਆਂ ਜਿੰਨੇ ਕੁ ਬਚਨ ਆਪ ਜੀ ਨਾਲ ਸਾਂਝੇ ਕੀਤੇ ਪ੍ਰਵਾਨ ਕਰਿਓ। ਔਰ ਮੈਂ ਬੇਨਤੀ ਕਰਦਾ ਸਾਰੀਆਂ ਸੰਗਤਾਂ ਨੂੰ, ਨੌਜਵਾਨ ਵੀਰਾਂ ਨੂੰ, ਕੇਸ ਦਾੜੇ ਰੱਖੋ। ਤੁਹਾਨੂੰ ਸਾਰੇ ਆਟੋਮੈਟਿਕ ਹੀ ਸਿੰਘ ਸਾਹਿਬ ਕਹਿਣਗੇ, ਭਾਈ ਦੱਸਣ ਦੀ ਲੋੜ ਨਹੀਂ ਪੈਣੀਗੀ, ਗੱਡੀਆਂ 'ਤੇ ਲਿਖਣ ਦੀ ਲੋੜ ਨਹੀਂ ਪੈਣੀ। ਸਰਦਾਰਾਂ ਦੇ ਕਾਕੇ, ਅਗਲਾ ਕਹੋ ਵੀ ਸਰਦਾਰਾਂ ਦਾ ਮੁੰਡਾ, ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ। ਕਹੋ ਸਤਨਾਮ। ਗੁਰੂ ਵਾਲੇ ਬਣੀਏ, ਅਮਰ ਦੀ ਦਾਤ ਪ੍ਰਾਪਤ ਕਰੀਏ। ਔਰ ਬਹੁਤ ਵਧੀਆ ਭਾਈ ਸਾਹਿਬ ਭਾਈ ਤਰਸੇਮ ਸਿੰਘ ਜੀ ਆਪ ਜੀ ਨੂੰ ਕਥਾ ਸੁਣਾਉਂਦੇ ਹਨ ਸੁਬਾ ਸ਼ਬਦ ਦੀ। ਔਰ ਇਹ ਵੀ ਪੁਰਾਣੇ ਸਾਡੇ ਹਮ ਜਮਾਤੀ ਵੀ ਹੈ ਔਰ ਸਾਡੇ ਸਾਥੀ ਵੀ ਹੈ। ਅਸੀਂ ਪਥਰਾਲੇ ਨਗਰ ਦੇ ਵਿੱਚ ਇਕੱਠੀ ਸੇਵਾ ਕਰਦੇ ਰਹੇ ਹਾਂ ਰਲ ਮਿਲ ਕੇ। ਸੋ ਬਹੁਤ ਇਹਨਾਂ ਦਾ ਉਪਰਾਲਾ ਹੈ। ਜਿਵੇਂ ਆਪ ਜੀ ਦੇ ਪਹਿਲਾਂ ਮੈਂ ਇੱਥੋਂ ਲੰਘਦਾ ਫੱਲਾਂ ਤੋਂ ਮੁੜਦਾ ਹੋਇਆ ਸੜਕ ਤੋਂ ਵੇਖਦਾ, ਛੋਟਾ ਜਿਹਾ ਗੁਰਦੁਆਰਾ ਸੀਗਾ ਅਤੇ ਬੜੀ ਉਦਮ ਕੀਤਾ ਸੰਗਤ ਨੇ ਰਲ ਮਿਲ ਕੇ। ਪਹਿਲਾਂ ਹੇਠਲੀ ਬਿਲਡਿੰਗ ਬਣਾਈ, ਹੁਣ ਉੱਤੇ ਬਣਾਈ ਆ। ਤਾਂ ਥੋੜ੍ਹੇ ਥਾਂ ਦੇ ਵਿੱਚ ਬਹੁਤਾ ਕੰਮ ਹੋ ਸਕਦਾ। ਥੱਲੇ ਲੰਗਰ ਚੱਲੇਗਾ, ਉੱਤੇ ਪ੍ਰਕਾਸ਼ ਹੋ ਜਾਵੇਗਾ, ਸੰਗਤ ਹੋਵੇਗੀ। ਤਾਂ ਇਹ ਸਾਰੇ ਧਰਮ ਦੇ ਕਰਮਾਂ ਦਾ ਮਕਸਦ ਹੈ ਕਿ ਅਸੀਂ ਧਰਮੀ ਬਣੀਏ, ਗੁਰੂ ਵਾਲੇ ਬਣੀਏ, ਗੁਰੂ ਦੇ ਲੜ ਲੱਗੀਏ। ਰਹਿੰਦੀਆਂ ਵਿਚਾਰਾਂ ਕਰੇ ਫਿਰ ਸਰਵਣ ਕਰਾਂਗੇ। ਸੋ ਉਹਨਾਂ ਸਾਰੇ ਹੀ ਮਹਾਨ ਕੌਮ ਦੇ ਸ਼ਹੀਦ, ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ ਦੀ ਗੜੀ ਤੱਕ, ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ, ਸਾਰਿਆਂ ਹੀ ਸ਼ਹੀਦਾਂ ਨੂੰ ਆਪਣੇ ਸਾਰਿਆਂ ਵੱਲੋਂ ਨਤ ਨਮਸਕਾਰ ਹੈ। ਨਮਸਕਾਰ ਹੈ। ਸ਼ਹੀਦ ਕਿਰਪਾ ਕਰਨ, ਸਾਰੇ ਸਿੰਘਾਂ ਦੇ ਸਿਰ 'ਤੇ ਮੇਰਾ ਪਰੇ ਹੱਥ ਰੱਖਣ। ਔਰ ਸ਼ਹੀਦ ਸਿੰਘ ਹੀ ਸਾਡੇ ਵਿੱਚ ਵਰਤ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਖਵਾਲੀ ਕਰ ਰਹੇ ਨੇ। ਕਹੋ ਸਤਨਾਮ। ਜੋ ਹਰਿਮੰਦਰ ਸਾਹਿਬ ਦੀ ਘਟਨਾ ਘਟੀ, ਗੁਰੂ ਪਿਆਰਿਓ, ਕਿਤਨੀ ਤੇਜ਼ੀ ਦੇ ਨਾਲ 6 ਸਕਿੰਟਾਂ ਦੇ ਵਿੱਚ ਉਸ ਬੱਚੇ ਨੇ, ਉਸ ਦੁਸ਼ਟ ਨੇ, ਉਸ ਦੁਸ਼ਮਣ ਨੇ ਛਾਲ ਮਾਰੀ, ਤਲਵਾਰ ਚੱਕੀ। ਬਿਜਲੀ ਦੀ ਫੁਰਤੀ ਤੋਂ ਵੀ ਤੇਜ਼ੀ ਦੇ ਨਾਲ ਤਲਵਾਰ ਚੱਕੀ। ਪਰ ਗ੍ਰੰਥੀ ਸਿੰਘ ਦੇ ਇਸ਼ਾਰਾ ਕਰਨ 'ਤੇ ਚਾਰੇ ਪਹਿਰੇਦਾਰ ਜੋ ਸਾਈਡਾਂ 'ਤੇ ਬੈਠੇ ਹੁੰਦੇ ਆ, ਇੱਕਦਮ ਉੱਠੇ ਅਤੇ ਉਹਨੂੰ ਦਬੋਚਿਆ। ਉਹਦੀ ਤਲਵਾਰ ਕੱਢਣ ਦਾ ਟਾਈਮ ਨਹੀਂ ਲੱਗਿਆ ਬਾਹਰ। ਕਹੋ ਸਤਨਾਮ। ਉਹ ਮਿਆਨ 'ਚੋਂ ਤਲਵਾਰ ਨਹੀਂ ਕੱਢ ਸਕਿਆ। ਨਹੀਂ ਤਾਂ ਪਤਾ ਨਹੀਂ ਦੁਸ਼ਟ ਨੂੰ ਕੀ ਕੁਛ ਸਿਖਾ ਕੇ ਭੇਜਿਆ, ਕੀ ਉਹਦਾ ਦਿਮਾਗ ਵਾਸ਼ ਕਰਕੇ ਉਹਦੇ 'ਚ ਪਾ ਕੇ ਉਹਨੂੰ ਭੇਜਿਆ ਸੀਗਾ। ਉੱਥੇ ਅਗਰ ਤਲਵਾਰ ਉਹ ਚਲਾ ਦਿੰਦਾ, ਕਿਸੇ ਸਿੰਘ ਦੇ ਲੱਗਦੀ ਜਾਂ ਗੁਰੂ ਸਾਹਿਬ ਦੇ ਸਰੀਰ 'ਤੇ ਲੱਗਦੀ, ਤਾਂ ਫਿਰ ਕਿਤਨੀ ਨਮੋਸ਼ੀ ਹੋਣੀ ਸੀ। ਪਰ ਉੱਥੇ ਵੀ ਸ਼ਹੀਦ ਵਰਤਦੇ ਆ। ਕਹੋ ਸਤਨਾਮ ਸ੍ਰੀ। ਇਤਿਹਾਸ ਬਹੁਤ ਲੰਮਾ ਚੌੜਾ ਹੈ। ਸ਼ਾਮ ਦਾ ਇਤਿਹਾਸ ਕਿਲ੍ਹਾ ਸਾਹਿਬ ਬਠਿੰਡੇ ਚੱਲਦਾ ਹੈ ਅਤੇ ਭਾਈ ਸਾਹਿਬ ਜੀ ਕੋਲੇ ਮੋਬਾਇਲ 'ਤੇ ਵੀ ਆਉਂਦਾ ਹੈ। ਤੁਸੀਂ ਵੀ ਸੁਣਨਾ ਹੋਵੇ ਤਾਂ ਆਪਣੇ ਮੋਬਾਇਲਾਂ ਵਿੱਚ ਭਾਈ ਸਾਹਿਬ ਤੋਂ ਲਿੰਕ ਭਰਾ ਲਿਓ, ਇਹ ਭਰ ਦੇਣਗੇ ਔਰ ਤੁਸੀਂ ਰੋਜ਼ਾਨਾ ਸੁਣ ਸਕਦੇ ਹੋ। ਸ਼ਹੀਦ ਸਿੰਘ ਭਾਈ ਪਰਮ ਸਿੰਘ, ਧਰਮ ਸਿੰਘ ਭਾਈ ਰੂਪੇ ਵਾਲਿਆਂ ਦਾ ਇੱਕ ਬੰਦਾ, ਉਹਨੂੰ ਮਿਲਦੇ ਨੇ।
ਉਹ ਕਹਿਣ ਲੱਗਿਆ, ਓਏ ਤੂੰ ਗੁਰੂ ਸਾਹਿਬ ਤੇ ਸ਼ੰਕਾ ਕੀਤਾ ਵੀ ਜੇ ਗੁਰੂ ਸਾਹਿਬ ਤਾਕਤ ਰੱਖਦੇ ਨਾ ਤੇ ਆਪਣੇ ਪਰਿਵਾਰ ਨੂੰ ਕਿਉਂ ਨਹੀਂ ਬਚਾਇਆ, ਸਾਹਿਬਜ਼ਾਦੇ ਕਿਉਂ ਨਾ ਬਚਾਏ, ਤੂੰ ਸ਼ੰਕਾ ਕੀਤਾ। ਓਏ ਗੁਰੂ ਸਾਹਿਬ ਤਾਂ ਇੱਕ ਮੈਨ ਸਾਨੂੰ ਇਹ ਚੁਟਕੀ ਮਾਰਦੀ ਨਾ, ਚੁਟਕੀ, ਅਸੀਂ ਹਰ ਵੇਲੇ 5000 ਸ਼ਹੀਦ ਗੁਰੂ ਸਾਹਿਬ ਦੇ ਆਸੇ ਪਾਸੇ ਰਹਿੰਦੇ ਹਾਂ। ਕੋਈ ਸਤਨਾਮ ਸੀ। ਜੇ ਗੁਰੂ ਸਾਹਿਬ ਸਾਨੂੰ ਇਸ਼ਾਰਾ ਕਰ ਦੇਣ ਤੇ ਅਸੀਂ ਕਹਿੰਦੇ ਸਭ ਕੁਝ ਤਬਾਹ ਕਰ ਦਈਏ, ਪਰ ਸਾਨੂੰ ਪਾਤਸ਼ਾਹ ਕਹਿੰਦੇ ਟਿਕੇ ਰਹੋ, ਟਿਕੇ ਰਹੋ। ਅਸੀਂ ਕੀ ਕਰੀਏ? ਇਹਨਾਂ ਵਿੱਚ ਬੜੀ ਤਾਕਤ ਹੈ, ਸ਼ੰਕਾ ਨਹੀਂ ਕਰਦਾ ਹੁੰਦਾ ਗੁਰੂ ਦੇ ਉੱਤੇ। ਕੋਈ ਸਤਨਾਮ ਸੀ। ਤੋ ਪਰਮ ਸਿੰਘ ਧਰਮ ਸਿੰਘ ਦਾ ਸ਼ੰਕਾ ਇੱਕ ਸ਼ਹੀਦ ਨੇ ਆ ਕੇ ਕੱਢਿਆ ਸੀ। ਖੈਰ ਵਿਚਾਰਾ ਇੱਥੇ ਰੁਕਦੇ ਹਾਂ। ਹੁਣ ਆਪਾਂ ਸਾਰਾ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰਾਂਗੇ ਔਰ ਸਾਰਿਆਂ ਨਾਲ ਪਾਠ ਕਰਨ ਦੀ ਕਿਰਪਾਲਤਾ ਕਰਨੀ। ਭਾਈ ਸਾਹਿਬ ਜੀ ਅਮਲ ਭੋਗ ਪੈ ਚੁੱਕੇ ਆ, ਅਰਦਾਸ ਬੇਨਤੀ ਕਰਨਗੇ। ਉਸ ਤੋਂ ਬਾਅਦ ਅਗਲੀ ਕਾਰਵਾਈ ਜੋ ਲੰਗਰ ਦੀ ਉਹ ਚੱਲੇਗੀ। ਬੋਲਦਿਆਂ ਮੈਥੋਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਏ ਗਏ ਹੋਣਗੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ।